ਸਵਾਗਤ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਪ੍ਰੋਗਰਾਮ ਹੈ ਜੀ ਪ੍ਰਾਈਮ ਫੋਕਸ। ਹਰ ਰੋਜ਼ ਅਸੀਂ ਆਪਣੇ ਸਮੇਂ ਮੁਤਾਬਕ ਪਹੁੰਚ ਜਾਈਦਾ ਤੇ ਪਿਛਲੇ ਕੁਝ ਦਿਨਾਂ ਤੋਂ ਤਕਨੀਕ ਦੇ ਮਾਧਿਅਮ ਰਾਹੀਂ ਗੱਲਾਂ ਬਾਤਾਂ ਹੋ ਰਹੀਆਂ, ਕਿਉਂਕਿ ਪਰਮਵੀਰ ਬਾਠ ਹੋਰੀ ਥੋੜ੍ਹਾ ਜਿਹਾ ਦੂਰ ਬੈਠੇ ਨੇ, ਦੂਰ ਮਤਲਬ ਕੈਨੇਡਾ 'ਚ ਹੀ ਥੋੜ੍ਹੇ ਜਿਹੇ ਦੂਰ। ਤੇ ਅੱਜ ਵੀ ਅਸੀਂ ਉਸੇ ਤਰ੍ਹਾਂ ਹੀ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ। ਹੋਰ ਬਾਠ ਸਾਹਿਬ ਕੀ ਹਾਲ ਚਾਲ ਨੇ ਮਹਾਰਾਜ? ਚੜ੍ਹਦੀ ਕਲਾ ਸੰਧਾਲੀਆ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਤੇ ਪੂਰਾ ਮੈਂ ਨਾ ਵੀ ਬਹਿਜਾ ਕਰਾਈ ਪਈ ਇਹ ਕੋਟ ਕੋਈ ਨਵਾਂ ਲੈ ਲਿਆ। ਨਹੀਂ, ਕੋਟ ਮਹਾਰਾਜ ਜਿਨ੍ਹਾਂ ਨੇ ਲਿਆ ਉਹਨਾਂ ਨੇ ਲਿਆ, ਮੈਂ ਤਾਂ ਪਾਇਆ। ਕਿਉਂਕਿ ਆਪਣੇ ਕੈਲਗਰੀ ਸਟੂਡੀਓ 'ਚ ਜਿੰਨੇ ਵੀ ਸੱਜਣ ਆ, ਕੋਈ ਮੇਰੇ ਤੋਂ 3 ਇੰਚ ਵੱਡਾ ਹੈ, ਕੋਈ 13 ਇੰਚ ਵੱਡਾ, ਤੇ ਆਪਾਂ ਨਹੀਂ ਪਰਵਾਹ ਕਰੀਦੀ। ਆਪਾਂ ਕਹਿੰਦਾ ਬਸ ਆਪਾਂ ਬਟਨ ਲਾ ਲੈਣੇ ਆ, ਮਾੜਾ ਮੋਟਾ 2-3 ਇੰਚ ਖੁੱਲ੍ਹੇ ਦਾ ਕੀ ਆ, ਪਾ ਲੈਣਾ ਤੇ ਆਪਾਂ ਚੱਕ ਕੇ ਅੜਾ ਲਈਦਾ ਕੋਟ ਉਹਨਾਂ ਦਾ। ਹਾਂ ਨਹੀਂ, ਇਹਦੋਂ ਗੱਲ ਨੂੰ ਤੁਹਾਨੂੰ ਫਾਇਦਾ ਹੈਗਾ ਵੀ ਮਤਲਬ ਸਰੀਰ ਹੀ ਉਸ ਸਾਈਜ਼ ਦਾ ਰੱਖਿਆ ਵੀ ਜਿਹੜੇ ਤਿਉਹਾਰ 'ਚ ਹੀ ਫਿੱਟ ਆ ਜਾਂਦੀ ਹੈ। ਆ ਮਾੜਾ ਮੋਟਾ ਪਿੱਛੋਂ ਐਂ ਕਰਕੇ ਗੰਢ ਜੀ ਬਣ ਕੇ ਚੁੰਡੀ ਲਾਉਣੀ ਪੈਂਦੀ ਆ ਕਿ ਭਾਈ ਘੁੱਟਿਆ ਜਾ ਰਿਹਾ। ਯਾਨੀ ਕਿ ਕੋਟ ਨੂੰ ਮਹਿਸੂਸ ਹੁੰਦਾ ਰਹੇ ਵੀ ਮੈਂ ਹੈਂਗਰ ਤੇ ਨਹੀਂ ਗਾ, ਬੰਦੇ ਨੇ ਪਾਇਆ ਵੀ ਮੈਂ ਕਿਸੇ 5 ਤੱਤਾਂ ਵਾਲਾ ਜਿਹੜਾ ਬੰਦਾ ਹੈ ਉਹਨੇ ਪਾਇਆ ਹੈਗਾ, ਵੀ ਉਹ ਕੋਈ ਗੱਲ ਨਹੀਂ, ਵੀ ਠੀਕ ਮਹਿਸੂਸ ਕਰ ਰਿਹਾ ਹੁੰਦਾ ਕੋਟ ਜੀ ਉਸ ਲਈ। ਚਲੋ ਚੰਗੀ ਗੱਲ ਹੈ। ਦੂਜੀ ਗੱਲ ਇਹ ਆ ਵਾਟ ਸਾਹਿਬ ਕਿ ਵੀ ਇਸ ਵਕਤ ਜਿਹੜਾ ਰੌਣਕ ਮੇਲਾ ਉਹ ਤੇ ਸਾਰੇ ਪਾਸੇ ਚੱਲੀ ਜਾਂਦਾ, ਪਰ ਇੱਕ ਵੈਸੇ ਹੀ ਕੁਦਰਤੀ ਇੱਕ ਚਰਚਾ ਸੀ ਚੱਲਦੀ ਪਈ। ਉਹ ਚਰਚਾ ਚੱਲਦੀ ਪਈ ਆ ਵੀ ਦੁਨੀਆ ਦੇ ਵਿੱਚ 2 ਤਰ੍ਹਾਂ ਦੀ ਬੇਰੁਜ਼ਗਾਰੀ ਆ, ਤੇ ਜਿਹੜੀ ਦੂਜੀ ਤਰ੍ਹਾਂ ਦੀ ਬੇਰੁਜ਼ਗਾਰੀ ਆ ਉਹਨੇ ਜ਼ਿਆਦਾ ਤੰਗ ਕੀਤਾ, ਜਿਹਨੂੰ ਆਪਾਂ ਅਰਧ ਬੇਰੁਜ਼ਗਾਰੀ ਕਹਿ ਦਿੰਦੇ ਹਾਂ। ਮੈਨੂੰ ਐਂ ਸੀ ਵੀ ਬੰਦੇ ਹੁਣ ਤੁਸੀਂ ਮਾਸਟਰ ਲੱਗੇ ਰਹੇ ਆ, ਤੁਹਾਨੂੰ ਵਾਹਵਾ ਜਾਣਕਾਰੀਆਂ ਇਹਨਾਂ ਚੀਜ਼ਾਂ ਬਾਰੇ, ਤੇ ਕਿਉਂ ਨਾ ਥੋੜ੍ਹਾ ਜਿਹਾ ਇਹਦੇ 'ਤੇ ਗੱਲ ਕਰ ਲਈ, ਕਿਉਂਕਿ ਕਿਸੇ ਵੇਲੇ ਬੰਦਾ ਬੇਰੁਜ਼ਗਾਰੀ 'ਤੇ ਸੋਚਦਾ ਪਰ ਅਰਧ ਬੇਰੁਜ਼ਗਾਰੀ ਦਿਮਾਗ 'ਚ ਆਉਂਦੀ ਨਹੀਂ। ਸੰਧਾਲੀਆ ਸਾਹਿਬ, ਇਹਦੇ 'ਤੇ ਤਾਂ ਚਰਚਾ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਬੰਦੇ ਸਭ ਤੋਂ ਵੱਧ ਰਗੜੇ ਜਾਂਦੇ ਆ ਜਿਹੜੇ ਅਰਧ ਬੇਰੁਜ਼ਗਾਰ ਹੁੰਦੇ ਆ, ਜਾਣੀ ਕਿ ਨਾ ਉਹਨਾਂ ਕੋਲ ਪੂਰਾ ਕੰਮ ਹੁੰਦਾ ਤੇ ਨਾ ਉਹ ਪੂਰੇ ਬੇਰੁਜ਼ਗਾਰ। ਜਦੋਂ ਸ਼ੁਰੂ ਦੇ ਵਿੱਚ ਇਹ ਟਰਮ ਆਈ ਸੀ ਨਾ ਕਿ ਅਰਧ ਬੇਰੁਜ਼ਗਾਰੀ ਬਹੁਤ ਹੈ ਜੀ, ਛਿਪੀ ਹੋਈ ਬੇਰੁਜ਼ਗਾਰੀ ਬਹੁਤ ਹੈ, ਉਦੋਂ ਸਾਰੇ ਇਹ ਕੀ ਹੋਇਆ ਯਾਰ, ਜਾਂ ਤਾਂ ਕੰਮ ਹੁੰਦਾ ਆ ਜਾਂ ਕੰਮ ਨਹੀਂ ਹੁੰਦਾ, ਵਿਚਾਲੇ ਵਾਲੀ ਚੀਜ਼ ਕੀ ਹੈ। ਫਿਰ ਕਈ ਕੁਛ ਆਇਆ ਜੀ। ਮੰਨ ਲਓ ਮੰਡੀ ਦੇ ਵਿੱਚ ਇੱਕ ਬੰਦਾ ਪੱਲੇਦਾਰ ਦਾ ਕੰਮ ਕਰਦਾ, ਮੰਡੀ ਦੇ ਵਿੱਚ ਬੋਰੀਆਂ ਢੋਂਦਾ, ਉਹ 2 ਕੁ ਮਹੀਨੇ ਉਹਦਾ ਕਣਕ ਵੇਲੇ ਕੰਮ ਹੈ, 2 ਕੁ ਮਹੀਨੇ ਉਹਦਾ ਝੋਨੇ ਵੇਲੇ ਕੰਮ ਹੈ, 1 ਅੱਧਾ ਮਹੀਨਾ ਚਲੋ ਮੱਕੀ ਵਾਲਾ ਲਾ ਲਓ ਜਾਂ ਕੁਛ ਹੋਰ ਲਾ ਲਓ ਕਿ ਉਹਦੇ ਕੋਲ ਵੱਧ ਤੋਂ ਵੱਧ 5 ਤੋਂ ਲੈ ਕੇ 6 ਮਹੀਨੇ ਦਾ ਕੰਮ ਹੈ, ਬਾਕੀ ਵਿਹਲਾ। ਇੱਦਾਂ ਹੀ ਕਿਸਾਨ ਵੀ ਜਿਹੜਾ ਆਪਣਾ ਖੇਤੀਬਾੜੀ ਕਰਦਾ ਉਹ ਵੀ ਤਕਰੀਬਨ ਅਰਧ ਬੇਰੁਜ਼ਗਾਰੀ ਦਾ ਸ਼ਿਕਾਰ ਹੈ। ਜਿਹੜਾ ਛੋਟਾ ਕਿਸਾਨ ਹੈ, ਕਿੱਲਾ 1.5 ਕਿੱਲਾ, ਉਹਦੇ ਕੋਲ ਵੀ ਕੰਮ ਹੁੰਦਾ ਜਦੋਂ ਫਸਲ ਬੀਜਣੀ ਹੈ, ਜਦੋਂ ਵੱਢਣੀ ਹੈ, ਬਾਕੀ ਮਾੜਾ ਮੋਟਾ ਕੰਮ ਹੁੰਦਾ। ਜਿਹਦੇ ਕੋਲ ਡੇਅਰੀ ਫਾਰਮਿੰਗ ਵਾਲਾ ਕੰਮ ਨਹੀਂ ਜਾਂ ਹੋਰ, ਉਹ ਵੀ ਅਰਧ ਬੇਰੁਜ਼ਗਾਰੀ ਦਾ ਜਿਹੜਾ ਸ਼ਿਕਾਰ ਹੈ। ਇੱਦਾਂ ਹੀ ਬਹੁਤ ਸਾਰੇ ਮਜ਼ਦੂਰ ਲੋਕ ਵੀ ਨੇ, ਕਦੇ ਦਿਹਾੜੀ ਲੱਗ ਗਈ ਕਦੇ ਨਾ ਲੱਗੀ। ਜਦੋਂ ਤੱਕ ਕਣਕ ਵੱਢਣੀ ਹੈ, ਬੀਜਣੀ ਹੈ, ਝੋਨਾ ਵੱਢਣਾ ਹੈ, ਬੀਜਣਾ ਹੈ, ਉਦੋਂ 4 ਦਿਹਾੜੀਆਂ ਲੱਗ ਗਈਆਂ, ਮੁੜ ਕੇ ਪਤਾ ਹੀ ਨਹੀਂ ਕਿ ਭਾਈ ਮਹੀਨੇ ਦੇ ਵਿੱਚ 5 ਦਿਨ ਕੰਮ ਮਿਲਣਾ ਕਿ 4 ਦਿਨ ਮਿਲਣਾ। ਇੱਦਾਂ ਹੀ ਭੱਠਾ ਮਜ਼ਦੂਰ ਨੇ, ਮੀਂਹ ਪੈ ਗਿਆ ਕੰਮ ਰੁਕ ਗਿਆ, ਮਿੱਟੀ ਨਹੀਂ ਆਉਂਦੀ ਹੈ ਇਹਨਾਂ ਦਿਨਾਂ ਦੇ ਵਿੱਚ, ਇੱਟ ਚੰਗੀ ਤਰ੍ਹਾਂ ਨਹੀਂ ਪੱਕਦੀ, ਕੰਮ ਰੁਕ ਗਿਆ, ਬਾਕੀ ਦਿਨ ਚੱਲੀ ਗਿਆ। ਉਹਨਾਂ ਦੀ ਸਾਰ ਲੈਣੀ ਬਹੁਤ ਜ਼ਰੂਰੀ ਹੈ। ਤੇ ਆਖਰੀ ਗੱਲ ਸੰਧਾਲੀਆ ਸਾਹਿਬ, ਜਿਨ੍ਹਾਂ ਨੂੰ 7 ਮਹੀਨੇ ਦੀ ਤਨਖਾਹ ਮਿਲਦੀ ਹੈ, ਮਾਸਟਰਾਂ ਦੀ ਗੱਲ ਕਰਦਾ ਹੈ, ਪੜ੍ਹਾਉਣ ਨੂੰ ਰੱਖੇ ਹੈ ਕਿ ਛੁੱਟੀਆਂ 'ਚ ਤੁਹਾਨੂੰ ਤਨਖਾਹ ਨਹੀਂ ਦੇਣੀ, ਤੁਸੀਂ ਪੇਪਰ ਜਦੋਂ ਲੈਣੇ ਆ ਉਦੋਂ ਤੁਹਾਡੀ ਲੋੜ ਨਹੀਂ, ਗਰਮੀਆਂ ਦੀਆਂ ਛੁੱਟੀਆਂ, ਸਿਆਲਾਂ ਦੀਆਂ ਛੁੱਟੀਆਂ ਦੇ ਵਿੱਚ ਤੁਹਾਡੀ ਕੋਈ ਤਨਖਾਹ ਨਹੀਂ। ਮੈਨੂੰ ਤਾਂ ਲੱਗਦਾ ਕਿ ਵੀ ਛਿਪੀ ਹੋਈ ਅਰਧ ਬੇਰੁਜ਼ਗਾਰੀ ਦੀ ਇੱਕ ਕਿਸਮ ਹੈ, ਧਿਆਨ ਤਾਂ ਦੇਣਾ ਪਊਗਾ ਭਾਈ ਸਾਹਿਬ। ਇੱਕ ਮੈਨੂੰ ਲੱਗਦਾ ਹੁੰਦਾ ਵੀ ਅਰਧ ਬੇਰੁਜ਼ਗਾਰੀ ਦੀ ਬਹੁਤ ਵੱਡੀ ਕਿਸਮ ਹੈ ਜਿਹੜੀ ਕਿ ਤੁਹਾਡੇ ਧਿਆਨ 'ਚ ਨਹੀਂ ਰਹੀ, ਉਹ ਆ ਪੰਜਾਬ ਦੇ ਵਿੱਚ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੀ ਖਾਸ ਕਰਕੇ ਖੇਤੀ ਸੈਕਟਰ ਨਾਲ ਜੁੜੇ ਜਿਹੜੇ ਪਰਿਵਾਰ ਆ, ਉਹਨਾਂ ਪਰਿਵਾਰਾਂ ਦੇ ਵਿੱਚ ਜੇ ਆਪਾਂ ਝਾਤੀ ਮਾਰ ਲਈਏ ਤੇ ਹੁਣ ਮੰਨ ਲਓ ਜ਼ਮੀਨ ਆ, ਹੁਣ ਜ਼ਮੀਨ ਬਾਪੂ ਦੇ ਨਾਂ ਆ, ਬਾਪੂ ਇੱਕ ਘਰ ਦੇ ਵਿੱਚ ਕੰਮ ਕਰਨ ਵਾਲਾ ਬਸ਼ਿੰਦਾ, ਉਹ ਹਾਂ ਉਹਦੇ ਨਾਲ ਸਪੋਰਟਰ ਹੋ ਸਕਦੇ ਆ, ਉਹਨਾਂ ਦੀ ਪਤਨੀ ਹੋ ਸਕਦੀ ਹੈ, ਇੱਕ ਅੱਧਾ ਕੋਈ ਮਜ਼ਦੂਰ ਉਹਨਾਂ ਨੇ ਰੱਖਿਆ ਹੋ ਸਕਦਾ, ਪਰ ਹਾਂ ਹੋ ਸਕਦਾ ਵੀ ਪਰਿਵਾਰ 'ਚ 2 ਨੌਜਵਾਨ ਮੁੰਡੇ ਵੀ ਹੋਣ। ਉਹਨਾਂ ਦੀ ਜੇ ਆਪਾਂ ਲੋੜ ਦੀ ਗੱਲ ਕਰੀਏ ਤੇ ਉਹ ਤੇ ਲੋੜ ਜਾਂ ਜਦੋਂ ਫਸਲ ਬੀਜਣੀ ਆ ਜਾਂ ਵੱਢਣੀ ਆ ਉਦੋਂ ਕੋਈ 10 ਕੁ ਦਿਨ ਹੋ ਸਕਦਾ ਵੀ ਮੁੰਡੇ ਤੁਹਾਨੂੰ ਜ਼ਮੀਨ 'ਚ ਲੱਭਣ, ਜਾਂ ਜੇ ਕਿਤੇ ਇੱਧਰ ਉੱਧਰ ਕੋਈ ਮੰਡੀ ਦਾ ਕੰਮ ਹੈ ਜਾਂ ਕੋਈ ਹੋਰ ਨਿੱਕਾ ਮੋਟਾ ਕੰਮ ਹੈ ਉਦੋਂ ਕਿਤੇ ਨਜ਼ਰ ਆਉਣ। ਤੇ ਜੇ ਕਿਤੇ ਵੈਸੇ ਉਹਨੂੰ ਪੁੱਛ ਲਓ ਵੀ ਨਿੱਕਾ ਤੂੰ ਕੀ ਕਰਦਾ, ਆਪਾਂ ਜੀ ਵਾਹੀ ਜੋਤੀ ਕਰੀ ਦੀ, ਕਿਹਦੇ ਨਾਲ? ਬਾਪੂ ਨਾਲ। ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਵੀ ਹੁਣ ਦੇਖੋ ਜੇ ਬੰਦਾ ਦੁਨੀਆ 'ਤੇ ਆਇਆ, ਆਮ ਤੌਰ 'ਤੇ ਆਪਾਂ ਜੇ ਇੱਧਰ ਬਾਹਰਲੇ ਮੁਲਕਾਂ ਦੇ ਹਿਸਾਬ ਨਾਲ ਗੱਲ ਕਰੀਏ ਤੇ 8 ਘੰਟੇ ਦੀ ਸ਼ਿਫਟ ਹਰੇਕ ਬੰਦਾ ਸੋਚਦਾ, ਤੇ 8 ਘੰਟੇ ਦੀ ਸ਼ਿਫਟ ਉਹਦੀ ਉਹ ਸੀਜ਼ਨ ਦੇ ਵਿੱਚ ਹੀ ਲੱਗਦੀ, ਅੱਗੋਂ ਪਿੱਛੋਂ ਤੇ 8 ਘੰਟੇ ਦੀ ਸ਼ਿਫਟ ਕਿਤੇ ਲੱਗਦੀ ਨਹੀਂ। ਸਾਰੇ ਟੱਬਰ ਨੂੰ ਜੇ ਕਿਤੇ ਜ਼ਮੀਨ ਪੁੱਛ ਲਓ ਤੇ ਉਹੀ 2.5 ਕਿੱਲੇ ਬਾਪੂ ਦਾ ਉਹੀ ਮੁੰਡੇ ਦੱਸੀ ਜਾਂਦੇ, ਉਹੀ ਬੀਬੀਆਂ ਦੱਸੀ ਜਾਂਦੀਆਂ। ਜੇ ਕੰਮ ਦੀ ਗੱਲ ਕਰ ਲਓ ਤੇ ਉਸੇ ਕੰਮ ਨੂੰ ਬਾਪੂ ਗਣਾਈ ਜਾਂਦਾ, ਉਸੇ ਨੂੰ ਮੁੰਡੇ ਗਣਾਈ ਜਾਂਦੇ, ਉਸੇ ਨੂੰ ਬੀਬੀਆਂ ਗਣਾਈ ਜਾਂਦੀਆਂ। ਸੋ ਕਹਿਣ ਤੋਂ ਭਾਵ ਇਹ ਹੋ ਗਿਆ ਵੀ ਖੇਤੀਬਾੜੀ ਦੇ ਵਿੱਚ ਵੈਸੇ ਤਾਂ ਜਾਪਦਾ ਹੁੰਦਾ ਵੀ ਪੂਰੇ ਪਰਿਵਾਰ ਦੇ ਲਈ ਕੰਮ ਆ,
ਪਰ ਜਦੋਂ ਉਹਨੂੰ ਇਸ ਹਿਸਾਬ ਨਾਲ ਆਪਾਂ ਵੰਡ ਕੇ ਦੇਖਣ ਦੇ ਹਿਸਾਬ ਨਾਲ ਚੱਲੇ ਵੀ ਕਿਹਦੇ ਹਿੱਸੇ ਕਿੰਨਾ ਕਿਵੇਂ ਕਿਵੇਂ ਕੰਮ ਆਉਂਦਾ, ਤੇ ਉਹਦੇ ਵਿੱਚ ਵੀ ਬਹੁਤ ਵੱਡਾ ਹਿੱਸਾ ਜਿਹੜਾ ਕੋਈ ਇੱਦਾਂ ਦੀ ਅਰਧ ਬੇਰੁਜ਼ਗਾਰੀ ਵਾਲਾ ਹੁੰਦਾ। ਹਾਲਾਂਕਿ ਇਹਦੇ ਨਾਲ ਕਦੀ ਧਿਆਨ ਹੀ ਨਹੀਂ ਜਾਂਦਾ। ਤੇ ਇੱਕ ਸਗੋਂ ਇਹਦਾ ਮਾੜਾ ਪੱਖ ਇਹ ਵੀ ਹੈਗਾ ਵੀ ਜੇ ਇੱਕ ਪੀੜ੍ਹੀ ਲੰਘਦੀ ਆ, ਤੇ ਜਿੱਦਾਂ ਮੈਂ ਹੁਣੇ ਜ਼ਿਕਰ ਕੀਤਾ ਵੀ ਬਾਪੂ ਆ ਦੇ 2.5 ਕਿੱਲੇ ਆ ਤੇ ਗਾਂ 2 ਮੁੰਡੇ ਆ, ਤੇ ਜਦੋਂ ਬਾਪੂ ਗਾਂ ਗੁਜ਼ਰ ਗਿਆ ਤੇ ਉਹਨਾਂ 2 ਮੁੰਡਿਆਂ ਦੇ ਫੇਰ 2.5 ਤੇ ਨਹੀਂ ਰਹਿਣਾ, ਉਹ ਫਿਰ 1.25 ਕਿੱਲੇ ਤੇ ਆ ਜਾਂਦੀ ਕਹਾਣੀ। ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਹਾਲਾਂਕਿ ਪਿਛਲੇ ਦਿਨੀ ਇੱਕ ਮੰਤਰੀ ਸਾਹਿਬ ਕੇਂਦਰ ਸਰਕਾਰ ਦੇ ਵਿੱਚ ਮਿਨਿਸਟਰ ਨੇ, ਮਾਣਯੋਗ ਨੇ, ਲੋਕਾਂ ਦੇ ਵੋਟਾਂ ਦੇ ਨਾਲ ਚੁਣੇ ਹੋਏ ਨੁਮਾਇੰਦੇ ਆ, ਉਹਨਾਂ ਨੇ ਬਿਆਨ ਦਿੱਤਾ ਸੀ ਕਿ ਭਾਰਤ ਦੇ ਲੱਖਾਂ ਕਿਸਾਨਾਂ ਦੀ ਆਮਦਨ ਪਿਛਲੇ ਕੁਝ ਇੱਕ ਸਾਲਾਂ 'ਚ ਦੁੱਗਣੀ ਹੋ ਗਈ ਹੈ। ਹੁਣੇ ਤੱਤਾ ਬਿਆਨ ਹੈ ਜੇ 48 ਘੰਟੇ ਵੀ ਕਹੀਏ ਤਾਂ ਜੇ ਹੋਏ ਨਹੀਂ। ਉਹ ਕਿਸਾਨ ਕਿਹੜੇ ਨੇ ਇਹ ਨਹੀਂ ਸਾਨੂੰ ਪਤਾ। ਹਾਲਾਂਕਿ ਜੇ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ ਆ ਤਾਂ ਖਰਚ ਓਨਾ ਹੀ ਆ। ਫੇਰ ਭਾਵੇਂ ਜਿਹੜਾ ਤੁਸੀਂ ਪੀੜ੍ਹੀ ਵਾਲਾ ਕੰਮ ਜਿਹਾ ਦੱਸਿਆ ਕਿ ਪੀੜ੍ਹੀ ਅੱਗੇ ਵੱਧ ਗਈ ਤੇ ਜ਼ਮੀਨ ਅੱਧੀ ਰਹਿ ਗਈ, ਫਿਰ ਤਕਰੀਬਨ ਲਾਹਾ ਤੋਟਾ ਕਹਿ ਲੈਂਦੇ ਆ ਕਿ ਆਪਾਂ ਉੱਥੇ ਕਹੂਗਾ, ਪਰ ਸਾਨੂੰ ਨਹੀਂ ਉਹ ਕਿਸਾਨ ਲੱਭਦਾ। ਖਾਸ ਤੌਰ ਦੇ ਉੱਤੇ ਜਿਹੜਾ ਮਾਰਜਨਲ ਜਿਹਾ ਕਿਸਾਨ ਹੈ, ਜਿਹੜਾ ਛੋਟਾ ਕਿਸਾਨ ਹੈ, ਜਿਹਦੀ ਵਾਹੀ ਜੋਤੀ ਥੋੜ੍ਹੀ ਹੈ, ਉਹ ਮੰਤਰੀ ਸਾਹਿਬ ਵਾਲੇ ਉਸ ਚੌਕਟੇ ਦੇ ਵਿੱਚ ਭੋਰਾ ਵੀ ਫਿੱਟ ਨਹੀਂ ਆਉਂਦਾ। ਤੇ ਸੰਧਾਲੀਆ ਸਾਹਿਬ ਇੱਕ ਇੱਥੇ ਹੋਰ ਵੀ ਬੜੀ ਧਿਆਨ ਰੱਖਣ ਵਾਲੀ ਗੱਲ ਜਿਹੜੀ ਹੈ ਕਿ ਜਦੋਂ ਬੰਦਾ ਵਿਹਲਾ ਹੁੰਦਾ ਉਹਨੂੰ ਸਾਰੇ ਕਹਿੰਦੇ ਆ ਕਿ ਭਾਈ ਵਿਹਲਾ ਹੈ। ਹੋ ਸਕਦਾ ਕਿ ਉਹਨਾਂ ਨੇ 2 ਮੱਝਾਂ ਰੱਖੀਆਂ, 1 ਮੱਝ ਤੇ 1 ਗਾਂ ਰੱਖੀ ਹੈ, ਉਹ ਬੰਦਾ ਵਿਹਲਾ ਵੀ ਆ ਤੇ ਉਹ ਸਭ ਤੋਂ ਵੱਧ ਕਸੂਤਾ ਵੀ ਫਸਿਆ। ਤੁਸੀਂ ਅਕਸਰ ਹੀ ਦੇਖਿਆ ਹੋਊਗਾ ਕਿ ਪੂਰਾ ਵਿਆਹ ਵੀ ਨਹੀਂ ਦੇਖਿਆ ਜਾਂਦਾ, ਉਹਦੇ ਚੋਂ ਲੱਭਣਾ ਉਹਨੂੰ ਕੱਖ ਨਹੀਂ। ਘਰ ਦੁੱਧ ਹੋ ਜਾਊਗਾ, ਦਹੀਂ ਹੋ ਜਾਊਗਾ, ਮੱਖਣ ਹੋ ਜਾਊਗਾ, ਹੋ ਸਕਦਾ ਕਿ ਗੜਵੀ 2 ਗੜਵੀਆਂ ਦੁੱਧ ਉਹ ਡੇਅਰੀ ਦੇ ਵਿੱਚ ਪਾ ਵੀ ਦਿੰਦੇ ਹੋਣ, ਖਲ ਦੇ ਪੈਸੇ ਮਸਾਂ ਫੀਡ ਦੇ ਪੈਸੇ ਪੂਰੇ ਹੁੰਦੇ ਹੋਣੇ ਆ, ਪਰ ਉਹਨਾਂ ਦੇ ਲਈ ਬੰਨਣ ਇੰਨਾ। ਅੱਜ ਆਪਾਂ ਕਹਿੰਦੇ ਤਾਂ ਹੈ ਕਿ ਭਾਈ ਅੱਗੇ ਘਰਾਂ ਦੇ ਵਿੱਚ ਪਸ਼ੂ ਰੱਖਦੇ ਹੁੰਦੇ ਸੀ, ਤੁਹਾਡੇ ਲਈ ਸੰਧਾਲੀਆ ਸਾਹਿਬ ਲਈ ਤਾਂ ਮੇਰੇ ਲਈ ਇਹ ਬਹੁਤ ਸੁਖਾਲਾ ਕੁਰਸੀ ਦੇ ਉੱਤੇ ਬਹਿ ਕੇ ਕਹਿਣਾ। ਅੱਗੇ ਆਮ ਪਰਿਵਾਰਾਂ ਦੇ ਵਿੱਚ ਪਸ਼ੂ ਹੁੰਦੇ ਸੀ, ਘਰ ਦਾ ਦੁੱਧ ਹੁੰਦਾ ਸੀ, 2 ਗੜਵੀਆਂ ਪਾ ਵੀ ਦੇਣੀਆਂ, ਲੱਸੀ ਵੀ ਘਰ ਦੀ ਹੋਣੀ, ਆਲੇ ਦੁਆਲੇ ਵਾਲਿਆਂ ਨੇ ਵੀ ਲੈ ਜਾਣਾ, 4 ਪੈਸੇ ਬਣ ਜਾਂਦੇ ਸੀ। ਪਰ ਸੰਧਾਲੀਆ ਸਾਹਿਬ ਉਹਦੀ ਔਖ ਵੀ ਬੜੀ ਹੈ 2 ਗੜਵੀਆਂ ਦੁੱਧ ਦੀ, ਕਿ ਤੁਸੀਂ ਕਿਤੇ ਵਿਆਹ ਤੇ ਗਏ ਆ, ਤੁਸੀਂ ਕਿਸੇ ਕੰਮ ਕਰਤੇ ਗਏ, ਤੁਹਾਨੂੰ 4 ਵਜੇ ਨੂੰ ਮੁੜਨਾ ਪਊਗਾ, ਨਹੀਂ ਤਾਂ ਪਸ਼ੂ ਉੜਿੰਗਦੇ ਹੋਣਗੇ, ਪੱਠੇ ਤੁਹਾਨੂੰ 2-3 ਟਾਈਮ ਪਾਉਣੇ ਪੈਣਗੇ, ਪਾਣੀ ਤੁਹਾਨੂੰ ਉਹਨਾਂ ਨੂੰ ਡਾਉਣਾ ਪਊਗਾ 2-3 ਟਾਈਮ, ਮੱਝ ਗਾਂ ਵੇਲੇ ਸਿਰ ਚੋਣੀ ਪਊਗੀ। ਬੜੀਆਂ ਬੀਬੀਆਂ ਹੁੰਦੀਆਂ ਪਿੰਡਾਂ ਦੇ ਵਿੱਚ, ਉਹ ਪੇਕਿਆਂ ਦੀ ਰਾਤ ਨਹੀਂ ਰਹੀਆਂ ਹੁੰਦੀਆਂ ਕਦੇ। ਵਿਆਹ ਸ਼ਾਦੀ ਵੀ ਪੇਕਿਆਂ ਦੇ ਹੋਵੇ, ਪੇਕਿਆਂ ਤੋਂ ਨੇੜੇ ਤਾਂ ਕੁਛ ਨਹੀਂ ਹੁੰਦਾ, ਪੇਕਿਆਂ ਦੀ ਰਾਤ ਨਹੀਂ ਰਹਿਣਾ। ਕੀ ਮੱਝ ਹੱਥ ਪਈ ਆ, ਗਾਂ ਮੇਰੇ ਤੋਂ ਹੀ ਮਿਲਦੀ ਹੈ, ਤੇ ਪੱਲੇ ਕੱਖ ਵੀ ਨਹੀਂ ਪੈਂਦਾ ਰੁਪਈਆਂ ਦੇ ਪੱਖ ਤੋਂ ਜੇ ਆਪਾਂ ਦੇਖੀਏ। ਜਾਣੀ ਉਹ ਬੇਰੁਜ਼ਗਾਰ ਵੀ ਨੇ, ਉਹਨਾਂ ਕੋਲ ਰੁਜ਼ਗਾਰ ਵੀ ਹੈਗਾ, ਪਰ ਪੱਲੇ ਕੁਛ ਨਹੀਂ, ਤੇ ਬੰਨਣ ਸਾਰੀ ਦੁਨੀਆ ਤੋਂ ਸਭ ਤੋਂ ਵੱਧ ਹੈ। ਹਾਂ, ਇਹ ਤਾਂ ਗੱਲ ਹੈਗੀ ਆ। ਪਰ ਚਲੋ ਜਿਹੜੇ ਤੁਸੀਂ ਜ਼ਿਕਰ ਕੀਤਾ ਸੀ ਵੀ ਆਮਦਨ ਕਹਿੰਦੇ ਹੁਣ ਦੁੱਗਣੀ ਹੋ ਗਈ, ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਹੌਲੀ ਹੌਲੀ ਸ਼ਾਇਦ ਕਲੀਅਰ ਹੋ ਜਾਊਗਾ ਵੀ ਕੌਣ ਉਹ ਕਿਸਾਨ ਨੇ ਜਿਨ੍ਹਾਂ ਦੀ ਆਮਦਨ ਦੁੱਗਣੀ ਹੋ ਗਈ। ਪਰ ਇੱਕ ਗੱਲ ਤਾਂ ਹੈਗੀ ਆ ਕਿ ਵੀ ਉਹ ਜਿਹੜਾ ਖੇਤੀ ਦਿੱਲੀ ਸੰਮੇਲਨ ਕਹਿ ਲਓ ਹੋਇਆ ਸੀ, ਮੀਟਿੰਗ ਹੋਈ ਸੀ, ਉੱਥੇ ਸਿਰ ਜੋੜ ਕੇ ਬੈਠੀਆਂ ਸ਼ਖਸੀਅਤਾਂ ਸੀ, ਉਹਨਾਂ ਤੋਂ ਆਸ ਉਮੀਦ ਕੀਤੀ ਜਾ ਰਹੀ ਸੀ ਵੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਚੰਗਾ ਸੁੱਖ ਸੁਨੇਹਾ ਜਿਹੜਾ ਮਿਲੇ। ਤੇ ਸੁੱਖ ਸੁਨੇਹਾ ਇੱਕ ਮਿਲਿਆ ਵੀ ਆ, ਤੇ ਨਾ ਉਹਨੂੰ ਕੋਈ ਸੁੱਖ ਸਮਝਦਾ ਤੇ ਨਾ ਉਹਨੂੰ ਕੋਈ ਸੁਨੇਹਾ ਸਮਝਦਾ। ਕਿਉਂਕਿ ਜੇ ਆਪਾਂ ਯਾਦ ਕਰਾਈਏ ਤਾਂ ਜਿਹੜਾ 1.5 ਸਾਲ ਖੇਤੀ ਅੰਦੋਲਨ ਚੱਲਿਆ, ਜਿੱਥੇ ਕਿ ਜਾ ਕੇ ਉਹ ਨਿਬੜਿਆ ਸੀ, ਉੱਥੇ ਇਹ ਨਿਬੜੀ ਸੀ ਗੱਲ ਵੀ ਇਹ ਜਿਹੜੇ 3 ਖੇਤੀ ਕਾਨੂੰਨ ਆ ਜੀ ਇਹ ਰੱਦ ਕੀਤੇ ਜਾਣ, ਤੇ ਉਸ ਤੋਂ ਬਾਅਦ ਜਿਹੜੀਆਂ ਰਹਿੰਦੀਆਂ ਚੀਜ਼ਾਂ ਨੇ, ਖਾਸ ਕਰਕੇ MSP ਹੋਰ ਚੀਜ਼ਾਂ, ਉਹਦੇ ਲਈ ਕਮੇਟੀ ਬਣਾਈ ਜਾਵੇ। ਉਹ ਹੁਣ 3 ਖੇਤੀ ਕਾਨੂੰਨ ਤਾਂ ਰੱਦ ਹੋ ਗਏ ਸੀ ਉਦੋਂ, ਪਰ ਉਹਨਾਂ ਦਾ ਨੋਟੀਫਿਕੇਸ਼ਨ ਹੁਣ ਜਾ ਕੇ ਹੋਇਆ। ਤੇ ਰਹੀ ਗੱਲ ਉਹ ਕਮੇਟੀ ਦੀ, ਮੇਰੇ ਖਿਆਲ ਨਾਲ ਜੇ ਮੈਂ ਗਲਤ ਨਹੀਂ ਤੇ 7-8 ਮਹੀਨੇ ਲੰਘਣ ਤੋਂ ਬਾਅਦ ਹੁਣ ਜਾ ਕੇ ਉਹ ਜਿਹੜੀ ਕਮੇਟੀ ਆ ਉਹ ਬਣਾਈ ਗਈ। ਤੇ ਜਦੋਂ ਕਮੇਟੀ ਬਣੀ ਤੇ ਕਮੇਟੀ ਦੇ ਵਿੱਚ ਜਿਹੜੇ ਨਾਂ ਸਾਹਮਣੇ ਆਏ, ਉਹਨਾਂ ਤੋਂ ਬਾਅਦ ਫਿਰ SKM ਵਾਲੇ ਪਾਸੇ ਜਾਂ ਹੋਰ ਕਿਸਾਨ ਜਥੇਬੰਦੀਆਂ ਨੇ ਉਜਰ ਕਰਨਾ ਸ਼ੁਰੂ ਕਰ ਦਿੱਤਾ ਕਿ ਮਹਾਰਾਜ ਇਹ ਤਾਂ ਉਹੀ ਬੰਦੇ ਨੇ ਜਿਹੜੇ ਬੰਦਿਆਂ ਨੇ ਉਦੋਂ 3 ਕਾਨੂੰਨ ਲਿਆਂਦੇ ਸੀ, ਜਾਂ ਜਦੋਂ ਆਏ ਸੀ ਤੇ ਉਹਨਾਂ ਦੀ ਪ੍ਰੋੜਤਾ ਕਰਦੇ ਸੀ ਵੀ ਇਹ ਤਾਂ ਬਹੁਤ ਵਧੀਆ ਕਾਨੂੰਨ ਨੇ, ਤੇ ਫਿਰ ਹੁਣ ਇਹਨਾਂ ਕੋਲੋਂ ਅਸੀਂ ਆਪਣੀ MSP ਦਾ ਹਿਸਾਬ ਕਿਤਾਬ ਭਾਲੀਏ, ਉਹ ਕਿੱਦਾਂ ਹੋ ਜਾਊਗਾ। ਸੰਧਾਲੀਆ ਸਾਹਿਬ ਦੇਖੋ, ਇੱਕ ਗੱਲ ਤਾਂ ਪੱਕੀ ਹੈ ਕਿ ਮਿਨੀਮਮ ਸਪੋਰਟ ਪ੍ਰਾਈਸ, ਘੱਟੋ ਘੱਟ ਸਮਰਥਨ ਮੁੱਲ ਤੋਂ ਬਿਨਾਂ ਕਿਸਾਨ ਦਾ ਕੰਮ ਨਹੀਂ ਚੱਲਣਾ। ਛੋਟੇ ਕਿਸਾਨ ਦਾ ਉਹਦਾ ਕੰਮ ਔਖਾ। ਜੇ ਅਸੀਂ ਕਹਿੰਦੇ ਹਾਂ ਕਿ ਬਦਲਵੀਆਂ ਫਸਲਾਂ ਚਾਹੀਦੀਆਂ, ਕਣਕ ਤੇ ਝੋਨੇ ਦੇ ਫਸਲੀ ਚੱਕਰ 'ਚੋਂ ਬਾਹਰ ਨਿਕਲਣਾ, ਤਾਂ ਬਾਕੀ ਫਸਲਾਂ ਦੀ MSP ਜ਼ਰੂਰੀ ਹੈ। ਪਹਿਲੀ ਗੱਲ ਕਿ ਕੇਂਦਰ ਨੇ ਪਿਛਲੇ ਸਮੇਂ ਦੇ ਵਿੱਚ ਜੇ ਪੰਜਾਬ ਵਾਲੀ ਮੂੰਗੀ ਜਾਂ ਕੁਝ ਹੋਰ ਫਸਲਾਂ ਦੇ ਵਿੱਚ ਥੋੜ੍ਹਾ ਜਿਹਾ ਹੱਥ ਖੁੱਲ੍ਹਾ ਰੱਖਿਆ ਕਿ ਭਾਈ ਅਸੀਂ ਵੀ ਚਲੋ ਨਾਲ ਸਹਾਇਤਾ ਕਰਦੇ ਹਾਂ, ਦਿੰਨੇ ਆ 4 ਪੈਸੇ, ਤਾਂ ਚੰਗੀ ਗੱਲ ਹੈ। ਪਰ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ
ਕਿ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਜਿਹਦੇ ਵਿੱਚ 700 ਤੋਂ ਵੱਧ ਸ਼ਹਾਦਤਾਂ ਹੋਈਆਂ, ਤੇ ਕਿਸਾਨ ਅੰਦੋਲਨ ਜਦੋਂ ਖਤਮ ਹੋਇਆ ਤੇ ਉਦੋਂ 3-4 ਮੁੱਦਿਆਂ ਦੇ ਉੱਤੇ ਸਹਿਮਤੀ ਬਣੀ ਸੀ, ਕਿਸੇ ਤੇ ਪੂਰੀ ਤੇ ਕਿਸੇ ਤੇ ਅਧੂਰੀ। ਸਭ ਤੋਂ ਵੱਡਾ ਮੁੱਦਾ ਤਾਂ ਸੀ ਕਿ 3 ਖੇਤੀ ਕਾਨੂੰਨ ਵਾਪਸ ਲੈਣੇ, ਉਹ ਲੈ ਹੋ ਗਏ। ਉਹਦੇ ਤੋਂ ਅੱਗੇ ਸੀ ਅਗਲਾ ਕਿ MSP ਚਾਹੀਦੀ ਹੈ ਬਾਕੀ ਫਸਲਾਂ ਤੇ, ਉਹਦੇ ਤੇ ਕਹਿਤਾ ਗਿਆ ਸੀ ਕਮੇਟੀ ਬਣਾਵਾਂਗੇ। ਤੀਸਰੇ ਨੰਬਰ ਦੇ ਉੱਤੇ ਜਿਨ੍ਹਾਂ ਕਿਸਾਨਾਂ ਦੇ ਉੱਤੇ ਅੰਦੋਲਨ ਚੱਲਦਿਆਂ ਪਰਚੇ ਹੋਏ, ਉਹ ਪਰਚੇ ਵਾਪਸ ਲੈਣੇ ਸੀ, ਕੁਝ ਸੂਬਿਆਂ 'ਚ ਲੈ ਵੀ ਲਏ। ਇਹਦੇ ਤੋਂ ਬਿਨਾਂ ਜਿਹੜਾ ਲਖੀਮਪੁਰ ਖੀਰੀ ਵਾਲਾ ਕਾਂਡ ਸੀ, ਉਹਦੇ ਵਿੱਚ ਇਨਸਾਫ ਦੀ ਮੱਦ ਵੀ ਰੱਖੀ ਗਈ ਸੀ। ਕਿੰਨਾ ਕੁ ਇਨਸਾਫ ਹੋਇਆ, ਕਿੰਨਾ ਕੁ ਨਹੀਂ ਹੋਇਆ, ਉਹ ਹੁਣ ਆਪਣੇ ਸਾਰਿਆਂ ਦੇ ਸਾਹਮਣੇ ਹੈ। ਹੁਣ MSP ਦੇ ਮੁੱਦੇ ਤੇ ਕਿਸਾਨ ਧਿਰਾਂ, ਤੁਹਾਨੂੰ ਯਾਦ ਹੋਊਗਾ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਖੁਦ TV ਦੇ ਉੱਤੇ ਆ ਕੇ ਕਹਿ ਵੀ ਦਿੱਤਾ ਸੀ ਕਿ ਮੈਂ ਤਾਂ ਕਾਨੂੰਨ ਚੰਗੇ ਨੂੰ ਹੀ ਬਣਾਏ ਸੀ, ਸਾਡੀ ਸਰਕਾਰ ਤਾਂ ਕਾਨੂੰਨ ਕਿਸਾਨ ਦੇ ਭਲੇ ਲਈ ਲੈ ਕੇ ਆਈ ਸੀ, ਪਰ ਚਲੋ ਫਿਰ ਵੀ ਜੇ ਕੁਝ ਕਿਸਾਨ ਇਹਦੇ ਨਾਲ ਸਹਿਮਤ ਨਹੀਂ ਤਾਂ ਆਪਾਂ ਵਾਪਸ ਲੈ ਲੈਂਦੇ ਹਾਂ। ਉਹਦੇ ਤੋਂ ਕਈ ਦਿਨ ਬਾਅਦ ਵੀ ਅੰਦੋਲਨ ਚੱਲਦਾ ਰਿਹਾ ਸੀ, ਉਸੇ ਦਿਨ ਸਮਾਪਤ ਨਹੀਂ ਸੀ ਹੋਇਆ। ਚਿੱਠੀ ਪੱਤਰੀ ਹੋਈ ਸੀ, ਇੱਧਰੋਂ ਕਿਸਾਨ ਪ੍ਰਪੋਜ਼ਲ ਭੇਜਦੇ ਸੀ, ਉਧਰਲੇ ਪਾਸਿਓਂ ਸਰਕਾਰ ਵਾਲੇ ਪਾਸਿਓਂ ਫਿਰ ਪ੍ਰਵਾਨ ਹੋ ਕੇ ਆਉਂਦੀ ਸੀ। ਉਹਦੇ ਵਿੱਚ ਸਭ ਤੋਂ ਵੱਡਾ ਮੁੱਦਾ ਹੀ ਇਹ ਸੀ ਕਿ 3 ਖੇਤੀ ਕਾਨੂੰਨ ਤਾਂ ਵਾਪਸ ਹੋ ਜਾਣਗੇ, ਅਸੀਂ ਟਰਾਲੀਆਂ ਦੇ ਵਿੱਚ ਬੈਠ ਕੇ ਘਰੋਂ ਘਰੀ ਚਲੇ ਜਾਂਦੇ ਹਾਂ, ਪਰ ਹਾਲਾਤ ਤਾਂ ਉਹੀ ਰਹਿਣਗੇ। ਜੇ ਸਾਨੂੰ ਬਾਕੀ ਫਸਲਾਂ ਦਾ ਮੁੱਲ ਹੀ ਨਾ ਮਿਲਿਆ, ਨਿਸ਼ਚਿਤ ਮੁੱਲ, ਸਰਕਾਰੀ ਖਰੀਦ, ਤਾਂ ਕੰਮ ਬਣਨਾ ਹੀ ਨਹੀਂ। ਤੇ ਉਹਦੇ ਵਿੱਚ ਵੀ ਸ਼ੰਕਾ ਸੀ। ਸਰਕਾਰ ਕਹਿੰਦੀ ਸੀ ਕਮੇਟੀ ਬਣਾ ਦਿੰਦੇ ਆ, ਇਹ ਕਹਿੰਦੇ ਸੀ ਦੱਸੋ ਮੈਂਬਰ ਕਿੰਨੇ ਹੋਣਗੇ। ਪਹਿਲੀ ਸ਼ਰਤ ਇਹ ਸੀ। ਦੂਸਰੀ ਸ਼ਰਤ ਸੰਯੁਕਤ ਕਿਸਾਨ ਮੋਰਚੇ ਦੀ ਇਹ ਸੀ ਕਿ ਉਹ ਸਮਾਬੱਧ ਹੋਵੇ, ਕਿ 3 ਮਹੀਨੇ ਮੀਟਿੰਗਾਂ ਹੋਣਗੀਆਂ, 6 ਮਹੀਨੇ ਹੋਣਗੀਆਂ, ਕਿ 60 ਸਾਲ ਮੀਟਿੰਗਾਂ ਹੋਣਗੀਆਂ। ਸਮਾਬੱਧਤਾ ਬੜੀ ਜ਼ਰੂਰੀ ਸੀ। ਤੀਸਰੇ ਨੰਬਰ ਤੇ ਕਿ ਕਮੇਟੀ ਇੱਕ ਸਲਾਹਕਾਰ ਕਮੇਟੀ ਹੋਏਗੀ, ਸਿਫਾਰਿਸ਼ ਦੇਣ ਵਾਲੀ ਕਮੇਟੀ ਹੋਏਗੀ, ਜਾਂ ਫੈਸਲਾ ਲੈਣ ਵਾਲੀ ਕਮੇਟੀ ਹੋਏਗੀ, ਕਿ ਉਸ ਕਮੇਟੀ ਦੇ ਮੀਟਿੰਗਸ ਦੇ ਵਿੱਚ ਜਿਹੜਾ ਵੀ ਕੋਈ ਫੈਸਲਾ ਕੀਤਾ ਜਾਵੇ ਕਿ ਉਹ ਅਮਲੀ ਰੂਪ ਦੇ ਵਿੱਚ ਲਾਗੂ ਹੋਊਗਾ, ਕਿ ਕਮੇਟੀ ਹੋਊਗੀ ਕੀ। ਇਹ ਉਦੋਂ ਵੀ ਕਿਸਾਨ ਜਥੇਬੰਦੀਆਂ ਦਾ ਬਹੁਤ ਵੱਡਾ ਸ਼ੰਕਾ ਸੀ, ਉਹ ਸਟਿਲ ਅੱਜ ਵੀ ਹੈਗਾ। ਤੇ ਚਲੋ ਸਰਕਾਰ ਨੇ ਕਈ ਵਾਰ ਕਿਹਾ ਕਿ ਆਪਣੇ ਨੁਮਾਇੰਦਿਆਂ ਦੇ ਨਾਂ ਦੇ ਦਿਓ। ਇਹ ਬਾਰ-ਬਾਰ ਕਹਿੰਦੇ ਸੀ ਕਮੇਟੀ ਦੀ ਰੂਪਰੇਖਾ ਕੀ ਹੋਏਗੀ, ਕੰਮ ਢੰਗ ਕੀ ਹੋਏਗਾ, ਸਮਾਬੱਧਤਾ ਕੀ ਹੋਏਗੀ, ਸਾਨੂੰ ਦੱਸੋ, ਅਸੀਂ ਤੁਹਾਨੂੰ 2-3 ਮੈਂਬਰਾਂ ਦੇ ਨਾਂ ਦੇ ਦਈਏ, ਤੁਸੀਂ ਮੁੜ ਕੇ ਲਮਕਾਈ ਜਾਓ ਕੰਮ, ਗੱਲ ਨਹੀਂ ਜੇ ਬਣਨੀ। ਹੁਣ ਅੱਜ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ, ਲੰਬਾ ਚੌੜਾ ਨੋਟੀਫਿਕੇਸ਼ਨ ਹੈ ਕਿ MSP ਦੇ ਨਿਰਧਾਰਨ ਦੇ ਲਈ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਵੱਲੋਂ ਨੁਮਾਇੰਦੇ ਆ ਹੋਣਗੇ, ਨੀਤੀ ਆਯੋਗ ਦੇ ਮੁਖੀ ਹੋਣਗੇ, ਭਾਰਤ ਸਰਕਾਰ ਦੇ ਖੇਤੀਬਾੜੀ ਮਹਿਕਮੇ ਦੇ ਸਾਬਕਾ ਸਕੱਤਰ ਹੋਣਗੇ, ਇਹਨਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਹੋਣਗੇ, ਆ ਖੇਤੀਬਾੜੀ ਮਾਹਿਰ ਹੋਣਗੇ, ਆ ਕਿਸਾਨਾਂ ਦੇ ਨੁਮਾਇੰਦੇ ਹੋਣਗੇ। ਤੇ 3 ਕਾਲਮ ਖਾਲੀ ਛੱਡ ਦਿੱਤੇ ਕਿ ਸੰਯੁਕਤ ਕਿਸਾਨ ਮੋਰਚਾ ਜਦੋਂ ਆਪਣੇ ਵੱਲੋਂ 3 ਮੈਂਬਰ ਦੇ ਦੂਗਾ ਤੇ ਉਹਨਾਂ ਨੂੰ ਆਪਾਂ ਕਮੇਟੀ 'ਚ ਸ਼ਾਮਲ ਕਰ ਲਾਂਗੇ। ਠੀਕ ਹੈ। ਹੁਣ ਸੰਧਾਲੀਆ ਸਾਹਿਬ ਓਫੀਸ਼ੀਅਲ ਮੀਟਿੰਗ ਹੈ ਜੇ ਸੰਯੁਕਤ ਕਿਸਾਨ ਮੋਰਚਾ ਦੀ ਹੋਊਗੀ, ਉਹ ਵੀ ਜੇ ਇਕਜੁੱਟ ਹੋ ਕੇ ਹੋਵੇ ਤਾਂ ਚੰਗਾ, ਜੇ ਖੱਖੜੀਆਂ ਕਰੇਲੇ ਹੋਣਗੇ ਤਾਂ ਫਿਰ ਔਖਾ। ਉਹਦੇ ਵਿੱਚ ਉਹ ਅਸਲੀ ਫੈਸਲਾ ਕਰਨਗੇ ਕਿ ਉਹ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਗਈ ਕਮੇਟੀ ਦੇ ਪੱਖ 'ਚ ਨੇ, ਵਿੱਚ ਸ਼ਾਮਲ ਹੋਣਗੇ ਕਿ ਨਹੀਂ। ਪਰ ਜੋ ਡਾਕਟਰ ਦਰਸ਼ਨਪਾਲ ਹੋਰਾਂ ਨੇ ਕਿਹਾ, ਜੋ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਕਿਹਾ, ਜੋ ਯੋਗਿੰਦਰ ਯਾਦਵ ਹੋਰਾਂ ਨੇ ਕਿਹਾ, ਇਹ ਤਿੰਨੋਂ ਸੰਯੁਕਤ ਕਿਸਾਨ ਮੋਰਚਾ ਦੇ ਵੱਡੇ ਚਿਹਰੇ ਨੇ। ਇਹਨਾਂ ਨੇ ਕਿਹਾ ਜੀ ਇੱਕ ਤਾਂ ਇਸ ਗਜ਼ਟ ਦੇ ਵਿੱਚੋਂ, ਨੋਟੀਫਿਕੇਸ਼ਨ ਦੇ ਵਿੱਚੋਂ ਇਹਦੀ ਕੋਈ ਸਮਾਬੱਧਤਾ ਨਹੀਂ ਲੱਭਦੀ ਕਿ ਠੀਕ ਹੈ ਅਸੀਂ 3 ਨੁਮਾਇੰਦੇ ਦੇ ਦਈਏ, ਇਹਨਾਂ ਨੇ 3 ਮਹੀਨਿਆਂ 'ਚ ਫੈਸਲਾ ਕਰਨਾ, 6 'ਚ ਕਰਨਾ, 8 'ਚ ਕਰਨਾ ਕਿ 10 'ਚ ਕਰਨਾ। ਦੂਸਰਾ ਉੱਪਰੋਂ ਇਤਰਾਜ਼ ਇੱਕ ਇਹ ਵੀ ਪ੍ਰਗਟ ਕੀਤਾ ਗਿਆ ਕਿ ਬਹੁਤ ਸਾਰੇ ਮੈਂਬਰ ਉਹ ਲੈ ਲਿਆ ਸਰਕਾਰ ਨੇ ਜਿਹੜੇ ਕਿ ਸ਼ੁਰੂ ਤੋਂ ਹੀ ਇਹਨਾਂ 3 ਖੇਤੀ ਕਾਨੂੰਨਾਂ ਦੇ ਹੱਕ 'ਚ ਭੁਗਤਦੇ ਆਏ ਆ, ਲਿਖਦੇ ਆਏ ਆ, ਬੋਲਦੇ ਆਏ ਆ ਤੇ ਕਾਨੂੰਨ ਬਣਾਉਣ ਵਾਲੇ ਨੇ, ਉਹਨਾਂ ਤੋਂ ਅਸੀਂ ਆਸ ਕੀ ਕਰ ਸਕਦੇ ਹਾਂ। ਤੀਸਰੀ ਜਿਹੜੀ ਸਭ ਤੋਂ ਵੱਡੀ ਸ਼ਿਕਾਇਤ ਲੱਗਦੀ ਹੈ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੂੰ, ਜਿੰਨੇ ਕੁ ਦੇ ਬਿਆਨ ਸਾਹਮਣੇ ਆਏ ਆ ਕਿ ਭਾਈ ਇਹ ਸਲਾਹ ਹੀ ਹੋਏਗੀ, ਸਿਫਾਰਿਸ਼ਾਂ ਹੀ ਹੋਣਗੀਆਂ। ਨੋਟੀਫਿਕੇਸ਼ਨ ਦੇ ਵਿੱਚ ਕਹਿੰਦੇ ਕਿਤੇ ਵੀ ਇਹ ਗੱਲ ਨਹੀਂ ਰੱਖੀ ਗਈ ਕਮੇਟੀ ਜੋ ਫੈਸਲਾ ਕਰ ਦੂਗੀ ਉਹਨੂੰ ਇਨ ਬਿਨ ਲਾਗੂ ਕੀਤਾ ਜਾਊਗਾ। ਸੋ ਸੰਧਾਲੀਆ ਸਾਹਿਬ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਟਕਰਾਅ ਨਾ ਪੈਦਾ ਹੋਵੇ। ਸਰਕਾਰ ਦੀ ਮਨਸ਼ਾ ਠੀਕ ਹੋਣੀ ਚਾਹੀਦੀ ਹੈ ਕਿ ਆਪਾਂ MSP ਦੇਣੀ, ਕਿਉਂਕਿ ਕਰੋੜਾਂ ਕਿਸਾਨਾਂ ਦੀ ਤੇ ਉਹਨਾਂ ਦੇ ਉੱਤੇ ਨਿਰਭਰ ਕਰੋੜਾਂ ਮਜ਼ਦੂਰਾਂ ਦੀ ਜ਼ਿੰਦਗੀ ਦਾ ਸਵਾਲ ਹੈ। ਤੇ ਦੂਸਰਾ ਅਸੀਂ ਇਹ ਵੀ ਉਮੀਦ ਕਰਾਂਗੇ ਕਿ ਭਾਈ ਵਿਰੋਧੀ ਧਿਰਾਂ ਵੀ ਕੋਈ ਇਦਾਂ ਦਾ ਟਕਰਾਅ ਨਾ ਪੈਦਾ ਕਰਨ, ਕਿਉਂਕਿ ਟਕਰਾਅ ਦੇ ਵਿੱਚ ਰੱਖਿਆ ਕੱਖ ਨਹੀਂ। ਪਰ ਜੇ ਦੇਸ਼ ਨੂੰ ਚੰਗੇ ਤਰੀਕੇ ਚਲਾਉਣਾ ਹੈ, ਜੇ ਦੇਸ਼ ਦੇ ਵਿੱਚ ਸਾਰਾ ਕੁਝ ਵਧੀਆ ਕਰਨਾ ਹੈ, ਜੇ ਬਾਹਰੋਂ ਇਨਵੈਸਟਮੈਂਟ ਲੈ ਕੇ ਆਉਣੀ ਹੈ, ਜੇ ਆਪਾਂ ਚਾਹੁੰਦੇ ਹਾਂ ਕਿ ਸਾਰਾ ਕੁਝ ਠੀਕ ਤਰੀਕੇ ਚੱਲੇ, ਕੋਈ ਕਿਸੇ ਤਰ੍ਹਾਂ ਦਾ ਘਾਟਾ ਨਾ ਹੋਵੇ, ਤਾਂ ਟਰੈਕ ਸੇਮ ਹੋਣਾ ਬਹੁਤ ਜ਼ਰੂਰੀ ਹੈ।
ਇਹ ਗੱਲ ਬਿਲਕੁਲ ਠੀਕ ਹੈ। ਇਹਦੇ 'ਚ ਆਪਾਂ ਇੱਕ ਬੇਨਤੀ ਜ਼ਰੂਰ ਕਰਦੇ ਹਾਂ ਵੀ ਦੇਖੋ, ਕਾਰਨ ਆ ਵੀ ਸਾਲ ਡੇਢ ਸਾਲ ਸਾਰਾ ਕੁਝ ਹੋਇਆ, ਸੰਘਰਸ਼ ਲੜਿਆ ਗਿਆ। ਉਸ ਤੋਂ ਬਾਅਦ ਸਰਕਾਰ ਨੇ ਵੀ ਦੇਖਿਆ ਵੀ ਹਾਂਜੀ ਇਹਦੇ ਵਿੱਚ ਜੇ ਕੋਈ ਕਮੀ ਪੇਸ਼ੀ ਹੈ ਤਾਂ ਆਪਾਂ ਨੂੰ ਦੂਰ ਕਰ ਦੇਣ। ਤੁਸੀਂ ਦੇਖੋ ਕਿ ਦੁਬਾਰਾ ਇੱਕ ਵਾਰ ਫਿਰ ਤੋਂ ਸੰਸਦ ਦਾ ਬੈਠਣਾ, ਸੰਸਦ ਦੇ ਵਿੱਚ ਉਹਨਾਂ ਕਾਨੂੰਨਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਪਾਸ ਕੀਤਾ ਗਿਆ ਸੀ ਉਹਨਾਂ ਨੂੰ ਰੱਦ ਕੀਤਾ ਜਾਣਾ, ਉਸ ਤੋਂ ਬਾਅਦ ਉਹ ਸਾਰਾ ਕੁਝ ਖਤਮ ਕੀਤਾ ਜਾਣਾ। ਉਸ ਤੋਂ ਬਾਅਦ ਬਹੁਤ ਇਸ ਚੀਜ਼ ਦਾ ਪ੍ਰਚਾਰ ਵੀ ਕੀਤਾ ਗਿਆ ਕਿ ਦੇਖੋ ਜੀ ਕਿੱਦਾਂ ਖੁੱਲ੍ਹੇ ਦਿਲ ਦੇ ਨਾਲ ਸਰਕਾਰ ਨੇ, ਜੇ ਉਹਨਾਂ ਨੂੰ ਲੱਗਿਆ ਕਿ ਕਿਸਾਨ ਨਹੀਂ ਚਾਹੁੰਦੇ ਆਹ ਚੀਜ਼, ਤੇ ਉਹਨਾਂ ਨੇ ਖਤਮ ਕਰ ਦਿੱਤੀ ਹੈ। ਸੋ ਮੈਨੂੰ ਲੱਗਦਾ ਵੀ ਉਹ ਜਿਹੜੀ ਇੱਕ ਪੋਜ਼ਿਟਿਵ ਧਾਰਨਾ ਹੈ ਉਹਨੂੰ ਬਣਿਆ ਰਹਿਣ ਦੇਣਾ ਚਾਹੀਦਾ। ਹਾਂ, ਸ਼ੰਕੇ ਸ਼ੁਬੇ ਜਿਹੜੇ ਨੇ, ਆਹ ਦੋ ਤਿੰਨ ਤੁਸੀਂ ਜ਼ਿਕਰ ਕੀਤਾ, ਇਹ ਬਿਲਕੁਲ ਉਹ SKM ਦੇ ਜਿਹੜੇ ਵੱਡੇ ਚਿਹਰੇ ਨੇ ਉਹਨਾਂ ਨੇ ਇਸ ਚੀਜ਼ ਦੇ ਉੱਪਰ ਉਜਰ ਕੀਤੀ ਆ। ਹਾਂ, ਉਹ ਬੰਦੇ ਜ਼ਰੂਰ ਉਹਦੇ ਵਿੱਚ ਹੈਗੇ ਨੇ, ਖਾਸ ਕਰਕੇ ਅਗਰਵਾਲ ਸਾਹਿਬ ਜਿਹੜੇ ਚੇਅਰਮੈਨ ਬਣਾਏ ਗਏ ਉਹਨਾਂ ਦੇ ਉੱਪਰ ਤਾਂ ਉਜਰ ਉਹ ਜ਼ਿਆਦਾ ਕਰਦੇ ਨੇ ਕਿ ਵੀ ਮਹਾਰਾਜ ਉਹੀ ਤਾਂ ਬੰਦੇ ਸੀ ਘਾੜੇ ਉਹਨਾਂ 3 ਕਾਨੂੰਨਾਂ ਦੇ, ਅਤੇ ਉਹੀ ਹੁਣ ਸਾਨੂੰ MSP ਦੀ ਕਮੇਟੀ ਦੇ ਵਿੱਚ ਦੇ ਦਿੱਤੇ ਨੇ, ਅਤੇ ਹੁਣ ਉਹ ਸਾਡੀ MSP ਦੀ ਜਿਹੜੀ ਉਹ ਮੰਗ ਆ ਉਹਨੂੰ ਕਿੱਦਾਂ ਪੂਰਾ ਕਰ ਦੇਣਗੇ। ਪਰ ਮੈਨੂੰ ਇਹ ਲੱਗਦਾ ਕਿ ਇਹਨੂੰ ਵੀ ਇੱਕ ਪੋਜ਼ਿਟਿਵ ਪੱਖ ਤੋਂ ਦੇਖਣਾ ਚਾਹੀਦਾ। ਉਹਨਾਂ ਦਾ ਇੱਕ ਪੁਆਇੰਟ ਆਫ ਵਿਊ ਹੋ ਸਕਦਾ, ਉਹਨਾਂ ਦਾ ਇੱਕ ਨਜ਼ਰੀਆ ਹੋ ਸਕਦਾ ਜਿਹਦੇ ਤਹਿਤ ਉਹ 3 ਕਾਨੂੰਨ ਬਣੇ ਸੀ। ਕਿਸਾਨਾਂ ਨੇ ਆਖਿਆ ਜੀ ਸਾਨੂੰ ਇਹ ਨਹੀਂ ਪਸੰਦ, ਉਹਨਾਂ ਨੇ ਆਪਣੇ ਤਰਕ ਦਿੱਤੇ। ਹੁਣ ਵੀ MSP ਦੇ ਵਿੱਚ 3 ਨੁਮਾਇੰਦੇ ਇਹਨਾਂ ਦੇ ਜਾਣਗੇ, ਬਾਕੀ ਸਾਰੇ ਉੱਥੇ ਬੰਦੇ ਬੈਠੇ ਹੋਣਗੇ, ਅਤੇ ਜੇ ਉੱਧਰੋਂ ਆਪਣੇ ਵੱਲੋਂ ਉਹ ਕੋਈ ਆਪਣਾ ਪੁਆਇੰਟ ਆਫ ਵਿਊ ਦੱਸਣਗੇ, ਇੱਧਰੋਂ ਇਹ ਆਪਣਾ ਨਜ਼ਰੀਆ ਦੱਸਣਗੇ, ਅਤੇ ਕਮੇਟੀ ਨੇ ਤਾਂ ਉਹਦੇ ਵਿੱਚ ਸਲਾਹ ਕਰਕੇ ਸਲਾਹ ਦੇਣੀ ਹੈ ਨਾ ਜੀ। ਉਹਦੇ ਵਿੱਚੋਂ ਕੁਛ ਨਾ ਕੁਛ ਚੰਗਾ ਮਾੜਾ ਨਿਕਲੂਗਾ, ਅਤੇ ਮੇਰੇ ਖਿਆਲ ਨਾਲ ਟੇਬਲ 'ਤੇ ਬਹਿਣ ਦੇ ਵਿੱਚ ਤਾਂ ਕੋਈ ਹਰਜ ਨਹੀਂ ਹੈਗਾ, ਕਿਉਂਕਿ ਇੱਕ ਨਾ ਟੇਬਲ 'ਤੇ ਬਹਿਣਗੇ ਅਤੇ ਫਿਰ ਹੀ ਕੁਛ ਨਾ ਕੁਛ ਨਿਕਲੂਗਾ। ਨਹੀਂ ਤਾਂ 7-8 ਮਹੀਨੇ ਤਾਂ ਵੈਸੇ ਵੀ ਨਿਕਲ ਹੀ ਗਏ, ਕਮੇਟੀ ਬਣਾਵਾਂਗੇ ਇਹਦੇ ਵਿੱਚ, ਅਤੇ ਜੇ ਹੁਣ ਵੀ ਗੱਲ ਘੀਂਗੇ ਪੈ ਗਈ ਤਾਂ ਨੁਕਸਾਨ ਤਾਂ ਕਿਸਾਨਾਂ ਦਾ ਹੀ ਹੈ। ਨਹੀਂ, ਇਹ ਠੀਕ ਹੈ ਸੰਧਾਲੀਆ ਸਾਹਿਬ ਤੁਹਾਡੀ ਗੱਲ। ਤੇ ਇੱਕ ਹੋਰ ਗੱਲ ਦੇ ਉੱਤੇ ਜਿਹੜਾ ਇਤਰਾਜ਼ ਆਇਆ ਕਿ ਕਮੇਟੀ MSP ਲਈ ਬਣਨੀ ਚਾਹੀਦੀ ਸੀ, ਤੁਸੀਂ ਜ਼ੀਰੋ ਬਜਟ ਖੇਤੀ ਵੀ ਵਿੱਚੇ ਸ਼ਾਮਲ ਕਰ ਲਈ, ਤੁਸੀਂ ਹੋਰ ਫਸਲਾਂ ਦਾ ਜਿਹੜਾ ਵਿਭਿੰਨਤੀਕਰਨ ਕਰਨਾ ਸੀ ਤੁਸੀਂ ਉਹ ਵੀ ਵਿੱਚੇ ਸ਼ਾਮਲ ਕਰ ਲਿਆ ਕਿ ਬਦਲਮੀਆਂ ਫਸਲਾਂ ਕਿਵੇਂ ਬੀਜੀਆਂ ਜਾਣ, ਕੀ ਕੁਝ ਕੀਤਾ ਜਾਵੇ। ਜਾਣੀ SKM ਚਾਹੁੰਦਾ ਹੈ ਕਿ MSP ਤੇ ਹੀ ਗੱਲ ਹੋਵੇ, ਇਹ ਨਾ ਹੋਵੇ ਕਿ ਉਹਦੇ ਵਿੱਚ 5 ਮੁੱਦੇ ਹੋਣ ਤੇ MSP ਵਿੱਚੇ ਰੁਲ ਜਾਏ ਜਾਂ ਉਹਨੂੰ 5 ਮਿੰਟ ਲਈ ਡਿਸਕਸ ਕੀਤਾ ਜਾਵੇ ਕਿ ਜੇ ਤੁਸੀਂ ਜ਼ੀਰੋ ਬਜਟ ਖੇਤੀ ਕਰਨੀ ਹੈ। ਉਹ ਕਹਿੰਦੇ ਅਸੀਂ ਕਿਹੜਾ ਖਿਲਾਫ ਆ, ਅਸੀਂ ਤਾਂ ਖੁਦ ਚਾਹੁੰਦੇ ਹਾਂ, ਅਸੀਂ ਤਾਂ ਦਵਾਈਆਂ ਖਾਦਾਂ ਪਾ ਕੇ ਅੱਕੇ ਪਏ ਹਾਂ, ਫਸਲਾਂ ਦੇ ਉੱਤੇ ਲਾਗਤ ਵੱਧ ਰਹੀ, ਅਸੀਂ ਤਾਂ ਥੱਕੇ ਪਏ ਹਾਂ। ਪਰ ਉਹਦੇ ਲਈ ਉਹ ਕਹਿੰਦੇ ਜੀ ਪਲੇਟਫਾਰਮ ਵੱਖਰਾ ਹੋਵੇ, ਇਹਦੇ ਵਿੱਚ ਨਾ ਸ਼ਾਮਲ ਕੀਤਾ ਜਾਵੇ, ਕਿਉਂਕਿ ਭਲਕ ਨੂੰ ਉਹਨਾਂ ਨੂੰ ਉਜਰ ਹੈ, ਸ਼ੰਕਾ ਹੈ ਕਿ ਇਹ ਨਾ ਹੋਵੇ ਕਹਿੰਦੇ 5 ਚੀਜ਼ਾਂ ਸੀਗੀਆਂ ਉਹਦੇ ਵਿੱਚੋਂ 4 ਚੀਜ਼ਾਂ ਤੇ ਸਹਿਮਤੀ ਬਣ ਗਈ ਆ ਤੇ ਇੱਕ ਤੇ ਨਹੀਂ। ਤੁਹਾਨੂੰ ਯਾਦ ਆਊਗਾ ਇੱਕ ਵਾਰੀ ਇੱਦਾਂ ਹੀ ਤੋਮਰ ਸਾਹਿਬ ਮਾਣਯੋਗ ਕੇਂਦਰੀ ਮੰਤਰੀ ਨੇ, ਹੋਰ ਕੁਝ ਇੱਕ ਮੰਤਰੀ ਸਾਹਿਬ, ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਟਿੰਗ ਹਾਲ ਚੋਂ ਬਾਹਰ ਆਏ ਸੀ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕੀ ਕਿਹਾ ਸੀ ਜੀ, ਉਹ ਜੀ ਬਿਜਲੀ ਵਾਲਾ ਮੁੱਦਾ ਵੀ ਹੱਲ ਹੋ ਚਲਿਆ, ਉਹ ਆ ਵੀ ਮੁੱਦਾ ਹੱਲ ਹੋ ਚਲਿਆ, ਆ ਬਸ 2-3 ਰਹਿ ਗਏ ਆ, ਜਦ ਕਿ ਮੁੱਖ ਮੁੱਦੇ ਹੀ ਉਹ ਸੀ, ਬਾਕੀ ਤਾਂ ਬਾਅਦ ਚ ਨਾਲ ਜੁੜੇ ਸੀ। ਇਸ ਕਰਕੇ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਸ਼ੱਕ ਪ੍ਰਗਟ ਕਰ ਰਹੀਆਂ। ਉਹ ਸ਼ੱਕ ਨੂੰ ਸਰਕਾਰ ਵੀ ਆਪਣੇ ਵੱਲੋਂ 2 ਕਦਮ ਅੱਗੇ ਵਧਾ ਕੇ ਦੂਰ ਕਰਦਾ ਕਿ ਨਹੀਂ ਭਾਈ ਉਹਦੇ ਵਿੱਚ ਗੱਲ ਆ ਸੀ, ਸਹਿਮਤੀ ਬਣਾ ਲੈਣੀ ਚਾਹੀਦੀ, ਜ਼ੀਰੋ ਬਜਟ ਖੇਤੀ ਤਾਂ ਬਹੁਤ ਜ਼ਰੂਰੀ ਹੈ। ਜੇ ਜਥੇਬੰਦੀਆਂ ਨੂੰ ਇਤਰਾਜ਼ ਹੈ ਪਲੇਟਫਾਰਮ ਹੋਰ ਕੱਢ ਲਓ, ਤਾਂ ਕੀ ਗੱਲ ਹੋ ਗਈ, ਇਧਰਲੇ ਪਾਸੇ ਇਹ ਨਿਬੇੜ ਲਓ, ਉਧਰਲੇ ਪਾਸੇ ਉਹ ਨਿਬੇੜ ਲਓ, ਦੋਨੋਂ ਹੀ ਚੀਜ਼ਾਂ ਭਾਰਤ ਦੇ ਲੋਕਾਂ ਲਈ ਜ਼ਰੂਰੀ ਨੇ। ਬਿਲਕੁਲ ਜੀ, ਬਸ ਹੁਣ ਇਹ ਨਹੀਂ ਹੋਣਾ ਚਾਹੀਦਾ ਵੀ ਇਸ ਗੱਲ ਨੂੰ ਕਿਸੇ ਕਾਰਨ ਕਰਕੇ ਵੀ ਲਟਕਾਇਆ ਜਾਵੇ, ਕਿਉਂਕਿ ਆਲਰੇਡੀ ਬਹੁਤ ਜ਼ਿਆਦਾ ਦੇਰੀ ਹੋ ਗਈ। ਪਰ ਉਧਰ ਦੂਸਰੇ ਪਾਸੇ ਦੇਸ਼ ਦੇ ਨਵੇਂ ਰਾਸ਼ਟਰਪਤੀ ਦੇ ਲਈ ਵੋਟਾਂ ਪੈਣੀਆਂ ਸੀਗੀਆਂ, ਅਤੇ ਵੋਟਾਂ ਕਹਿੰਦੇ ਪਈਆਂ ਵੀ ਦੇਸ਼ ਭਰ ਦੇ ਵਿੱਚ, ਕਿਉਂਕਿ ਜਿੰਨੇ ਵੀ ਪੂਰੀ ਦੇਸ਼ ਦੇ ਵਿੱਚ ਸੂਬੇ ਨੇ ਉਹਨਾਂ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਚੁਣੇ ਹੋਏ ਜਿਹੜੇ MLA ਸਾਹਿਬਾਨ ਨੇ ਉਹ ਵੋਟਾਂ ਪਾਉਂਦੇ ਨੇ, ਦੂਸਰੇ ਪਾਸੇ MP ਸਾਹਿਬਾਨ ਵੋਟਾਂ ਪਾਉਂਦੇ ਨੇ। 99% ਵੋਟਾਂ ਪਈਆਂ। ਜੇ ਆਪਾਂ ਪੰਜਾਬ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਹੁਣ ਤੱਕ ਅੰਕੜਾ ਕਹਿੰਦਾ ਵੀ 114 MLA ਸਾਹਿਬਾਨਾਂ ਨੇ ਇੱਥੇ ਵੋਟ ਪਾਈ। ਚਲੋ ਕੁਛ ਨੇ ਕੁਛ ਕਾਰਨਾਂ ਕਰਕੇ ਨਹੀਂ ਪਾਈ, ਪਰ ਬਹੁਤੇ ਚਰਚਾ 'ਚ ਜਿਹੜੇ ਆਏ ਉਹ ਆਏ ਅਕਾਲੀ ਦਲ ਦੇ ਲੀਡਰ ਮਨਪ੍ਰੀਤ ਇਆਲੀ ਹੋਰੀ, ਕਿਉਂਕਿ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਵੀ ਮੈਂ ਇਹ ਵਾਲੀ ਜਿਹੜੀ ਵੋਟਿੰਗ ਹੈ, ਇਹ ਵਾਲੀ ਜਿਹੜੀ ਇਲੈਕਸ਼ਨ ਹੈ, ਇਹਦਾ ਬਾਈਕਾਟ ਕਰਦਾ, ਮੈਂ ਵੋਟ ਨਹੀਂ ਪਾ ਰਿਹਾ। ਹਾਲਾਂਕਿ ਉਹਨਾਂ ਦੀ ਅਕਾਲੀ ਦਲ ਜਿਹੜੀ ਕਮੇਟੀ ਹੈ, ਉਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਨੇ ਫੈਸਲਾ ਕਰ ਲਿਆ ਸੀ ਕਿ ਕਿਉਂਕਿ ਸਾਨੂੰ BJP ਨੇ ਕਿਹਾ ਤੇ ਇਸ ਕਰਕੇ ਅਸੀਂ NDA ਦੇ ਜਿਹੜੇ ਉਮੀਦਵਾਰ ਨੇ ਦ੍ਰੋਪਦੀ ਮੁਰਮੂ ਜੀ, ਉਹਨਾਂ ਨੂੰ ਵੋਟ ਪਾਵਾਂਗੇ। ਪਰ ਪਾਰਟੀ ਲਾਈਨ ਤੋਂ ਹਟ ਕੇ ਕੁਛ ਇੱਕ ਤਰਕ ਦੇ ਕੇ ਮਨਪ੍ਰੀਤ ਇਆਲੀ ਹੋਰਾਂ ਨੇ ਕਿਹਾ ਕਿ ਵੀ ਮੈਂ ਵੋਟਿੰਗ ਤੋਂ ਬਾਹਰ ਹਾਂ ਜੀ, ਮੈਂ ਪਾਸੇ ਹਾਂ। ਉਹ ਵੀ ਇੱਕ ਰੇੜਕਾ ਵੱਖਰੀ ਤਰ੍ਹਾਂ ਦਾ ਪੈ ਗਿਆ। ਨਾ ਤਾਂ ਸੰਧਾਲੀਆ ਸਾਹਿਬ ਕਿਸੇ ਸਿਆਸੀ ਧਿਰ ਦੇ ਵਿੱਚ ਇਦਾਂ ਦਾ ਰੇੜਕਾ ਪਹਿਲੀ ਵਾਰ ਪਿਆ ਤੇ ਨਾ ਆਖਰੀ ਵਾਰ ਪਿਆ। ਜੇ ਆਪਾਂ ਕਹਿ ਦਈਏ ਕਿ ਅਕਾਲੀ ਦਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤਾਂ ਵੀ ਗਲਤ ਹੈ। ਜੇ ਆਪਾਂ ਕਹਿ ਦਈਏ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ ਇਆਲੀ ਸਾਹਿਬ ਦੇ ਸਟੈਪ ਦਾ, ਤਾਂ ਵੀ ਗਲਤ ਹੈ। ਦੇਖੋ ਇੱਕ ਗੱਲ ਤਾਂ ਪੱਕੀ ਹੈ ਕਿ ਅਚਾਨਕ ਇਹ ਜਿਹੜੀ ਹਿਲਜੁਲ ਹੋਈ ਹੈ ਨਾ, ਉਹਦੇ ਤੋਂ ਬਾਅਦ ਅਕਾਲੀ ਦਲ ਹੁਣ ਪਹਿਲਾਂ ਵਰਗਾ ਨਹੀਂ ਰਹਿਣਾ ਜਿੱਦਾਂ ਦਾ ਅਕਾਲੀ ਦਲ ਹੈ। ਮੈਂ ਨਹੀਂ ਕਹਿੰਦਾ ਚੰਗਾ ਹੋ ਜਾਣਾ ਜਾਂ ਮਾੜਾ ਹੋ ਜਾਣਾ,
ਇੱਕ ਦੋਸ਼ ਲੱਗਦਾ ਹੁੰਦਾ ਬਹੁਤ ਵੱਡਾ ਸੰਧਾਲੀਆ ਸਾਹਿਬ ਸਾਰੀਆਂ ਸਿਆਸੀ ਧਿਰਾਂ ਤੇ। ਆਮ ਆਦਮੀ ਪਾਰਟੀ ਵਾਲੇ ਰਗੜੇ ਜਾਂਦੇ ਹੁੰਦੇ ਕਿ ਫੈਸਲੇ ਅਰਵਿੰਦ ਕੇਜਰੀਵਾਲ ਸਾਹਿਬ ਕਰਦੇ ਆ। ਕਾਂਗਰਸ ਪਾਰਟੀ ਵਾਲਿਆਂ ਦੇ ਉੱਤੇ ਦੋਸ਼ ਲੱਗਦਾ ਹੁੰਦਾ ਕਿ ਫੈਸਲਾ ਗਾਂਧੀ ਪਰਿਵਾਰ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਚਰਚਾ ਚੱਲਦੀ ਹੁੰਦੀ ਹੈ ਕਿ ਬਾਦਲ ਪਰਿਵਾਰ ਤੋਂ ਇਲਾਵਾ ਫੈਸਲੇ ਦੇ ਵਿੱਚ ਹੋਰ ਕਿਸੇ ਦੀ ਫੈਸਲਾਕੁਨ ਭੂਮਿਕਾ ਹੁੰਦੀ ਹੋਈ ਨਹੀਂ। ਜਿਹੜੀ ਪਾਰਟੀ ਦੀ ਮੀਟਿੰਗ ਹੋਵੇ ਸਾਰੇ ਅਧਿਕਾਰ ਉੱਪਰ ਜੀ, ਸਾਰੇ ਅਧਿਕਾਰ ਸਰਪ੍ਰਸਤ ਸਾਹਿਬ ਨੂੰ, ਸਾਰੇ ਅਧਿਕਾਰ ਪ੍ਰਧਾਨ ਸਾਹਿਬ ਨੂੰ। ਲੋਕਤੰਤਰੀ ਦੇਸ਼ ਹੈ, ਲੋਕਤੰਤਰੀ ਤੁਸੀਂ ਕਹਿੰਦੇ ਹੋ ਪਾਰਟੀਆਂ ਤੇ ਅਧਿਕਾਰ ਉੱਪਰਲੇ ਪਾਸੇ ਨੂੰ ਚਲੇ ਜਾਂਦੇ ਆ। ਮਨਪ੍ਰੀਤ ਸਿੰਘ ਇਆਲੀ ਹੋਰੀ ਕਿਉਂਕਿ ਅਕਾਲੀ ਦਲ ਦਾ ਫੈਸਲਾ ਸੀ ਕਿ ਅਸੀਂ ਬੀਜੇਪੀ ਨੂੰ ਨਹੀਂ ਬੀਬੀ ਦ੍ਰੋਪਦੀ ਮੁਰਮੂ ਨੂੰ ਵੋਟਾਂ ਪਾਵਾਂਗੇ, ਕੈਂਡੀਡੇਟ ਉਹਨਾਂ ਦੇ ਨੇ। ਇਆਲੀ ਸਾਹਿਬ ਨੇ ਉਦੋਂ ਕੁਛ ਨਹੀਂ ਕਿਹਾ। ਫੈਸਲਾ 15 ਦਿਨ ਪਹਿਲਾਂ ਦਾ ਹੋ ਗਿਆ ਸੀ, 2 ਹਫ਼ਤੇ ਤੋਂ ਉੱਪਰ ਦਾ ਸਮਾਂ। 15 ਦਿਨਾਂ 'ਚ ਮਨਪ੍ਰੀਤ ਸਿੰਘ ਇਆਲੀ ਵਿਧਾਨਕਾਰ ਦਲ ਦੇ ਨੇਤਾ ਨੇ, ਅਕਾਲੀ ਦਲ ਦੇ 33% MLA ਨੇ ਇਕੱਲੇ ਹੀ ਉਹ, ਕਿਉਂਕਿ 3 MLA ਨੇ ਤੇ 3 ਦੇ ਉਹ ਪ੍ਰਧਾਨ ਨੇ। ਤੇ ਜੇ ਇੱਕੋ ਲਾਂਭੇ ਹੋਏ ਆ ਤੇ ਇਹਦਾ ਮਤਲਬ ਕਿ ਅਕਾਲੀ ਦਲ ਦੇ 33% MLA ਸਾਹਿਬਾਨ, ਵਿਧਾਇਕ ਸਾਹਿਬਾਨ ਜਿਹੜੇ ਆ ਉਹਨਾਂ ਨੇ ਵੋਟ ਨਹੀਂ ਦਿੱਤਾ ਪਾਰਟੀ ਦੇ ਫੈਸਲੇ ਦੇ ਅਨੁਸਾਰ। ਉਹਨਾਂ ਨੇ ਇੱਕ ਉੱਥੇ ਸ਼ਬਦ ਦੀ ਵਰਤੋਂ ਕੀਤੀ ਬਾਅਦ ਵਿੱਚ, ਜਿਹੜੀ ਵੀਡੀਓ ਜਾਰੀ ਕੀਤੀ ਕਿ ਆਖਿਰਕਾਰ ਉਹਨਾਂ ਨੇ ਬਾਈਕਾਟ ਕਿਉਂ ਕੀਤਾ। ਉਹ ਕਹਿੰਦੇ ਜੀ ਮੇਰੇ ਨਾਲ ਸਲਾਹ ਨਹੀਂ ਕੀਤੀ, ਮੇਰੇ ਨਾਲ ਸਲਾਹ ਨਹੀਂ ਕੀਤੀ, ਇਹ ਮਨਪ੍ਰੀਤ ਸਿੰਘ ਇਆਲੀ ਹੋਰਾਂ ਦਾ ਕਹਿਣਾ ਹੈ। ਨਾਲ ਹੀ ਉਹਨਾਂ ਨੇ ਕਿਹਾ, ਉਹ ਕਹਿੰਦੇ ਜਦੋਂ ਮੇਰੇ ਨਾਲ ਸਲਾਹ ਨਹੀਂ ਕੀਤੀ ਤੇ ਫਿਰ ਮੈਂ ਆਪਣੀ ਪਾਰਟੀ ਦੇ ਤੇ ਲੀਡਰਾਂ ਨਾਲ ਤੇ ਆਪਣੇ ਹਲਕੇ ਦੇ ਆਪਣੇ ਸਮਰਥਕਾਂ ਨਾਲ ਸਲਾਹ ਕੀਤੀ। ਕਹਿੰਦੇ ਮੇਰੇ ਹਲਕੇ ਦੇ ਵੋਟਰਾਂ ਸਮਰਥਕਾਂ ਨੇ ਕਿਹਾ ਨਾ, ਬੀਜੇਪੀ ਦੇ ਕੈਂਡੀਡੇਟ ਨੇ, ਆਪਣਾ ਨਿੱਜੀ ਤੌਰ ਤੇ ਵਿਰੋਧ ਕੋਈ ਨਹੀਂ, ਪਰ ਭਾਜਪਾ ਦੇ ਉਮੀਦਵਾਰ ਨੂੰ ਆਪਾਂ ਵੋਟ ਨਹੀਂ ਦੇ ਸਕਦੇ, ਇਹ ਕਿਵੇਂ ਹੋ ਸਕਦਾ, ਆਪਾਂ ਹੁਣੇ ਤਾਂ ਗੱਠਜੋੜ ਤੋੜਿਆ। ਫਿਰ ਕਹਿੰਦੇ ਜੀ ਮੈਂ ਪਾਰਟੀ ਦੇ ਬਹੁਤੇ ਲੀਡਰਾਂ ਨਾਲ ਸਲਾਹ ਕੀਤੀ ਤੇ ਬਹੁਤੇ ਲੀਡਰ ਵੀ ਇਹੀ ਕਹਿੰਦੇ ਸੀ ਕਿ ਭਾਈ ਅਸੀਂ ਫੈਸਲੇ ਨਾਲ ਸਹਿਮਤ ਨਹੀਂ। ਸੰਧਾਲੀਆ ਸਾਹਿਬ ਕੋਰ ਕਮੇਟੀ ਹੈ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੀ ਕੋਰ ਕਮੇਟੀ ਹੋਣੀ ਹੈ। ਜੇ ਕੋਰ ਕਮੇਟੀ ਨੇ ਸਹਿਮਤੀ ਦਿੱਤੀ ਜਿੱਦਾਂ ਦਾਅਵਾ ਕੀਤਾ ਗਿਆ, ਫਿਰ ਇਆਲੀ ਸਾਹਿਬ ਕਿਹੜੇ ਲੀਡਰਾਂ ਤੋਂ ਪੁੱਛਦੇ ਰਹੇ? ਇਹਦਾ ਮਤਲਬ ਹੈ ਕਿ ਵਰਕਰਾਂ ਦੀ ਲੀਡਰਸ਼ਿਪ ਤੱਕ ਜਾਂ ਲੀਡਰਸ਼ਿਪ ਦੀ ਵਰਕਰਾਂ ਤੱਕ ਪਹੁੰਚ ਹੈ ਨਹੀਂ। ਫਿਰ ਦੂਸਰੀ ਗੱਲ ਦੇਖੋ, ਉਹਨਾਂ ਨੇ ਅਗਲਾ ਸ਼ਬਦ ਜਿਹੜਾ ਬੋਲਿਆ, ਉਹ ਕਹਿੰਦੇ ਜੀ ਤਬਦੀਲੀ ਕਰਨ ਦੀ ਲੋੜ ਹੈ, ਕੁਝ ਫੈਸਲੇ ਗਲਤ ਹੋਏ ਨੇ, ਸਾਡੇ MLA 3 ਰਹਿ ਗਏ ਅਕਾਲੀ ਦਲ ਦੇ, 3 MLA ਰਹਿ ਗਏ, ਤਬਦੀਲੀ ਜੇ ਕਰਨ ਦੀ ਲੋੜ ਹੈ ਕਰੋ, ਕੁਝ ਫੈਸਲੇ ਗਲਤ ਹੋਏ, ਸਾਨੂੰ ਮੰਨਣਾ ਚਾਹੀਦਾ। ਨਹੀਂ ਤਾਂ ਸੰਧਾਲੀਆ ਸਾਹਿਬ ਹੋ ਕੀ ਰਿਹਾ ਸੀ? ਦੇਖੋ ਆਮ ਆਦਮੀ ਪਾਰਟੀ ਜਿੱਤੀ ਹੈ, ਉਹ ਮਾੜਾ ਕੰਮ ਕਰੂ ਲੋਕ ਵਗਾ ਕੇ ਪਰੇ ਮਾਰਨਗੇ, ਚੰਗਾ ਕੰਮ ਕਰਨਗੇ ਲੋਕੀ ਵੋਟਾਂ ਪਾ ਦੇਣਗੇ। ਸੰਗਰੂਰ ਦੇ ਵਿੱਚ ਆਪਾਂ ਦੇਖ ਹੀ ਲਿਆ ਜ਼ਿਮਨੀ ਚੋਣ 'ਚ ਕੀ ਹੋਇਆ। ਪਰ ਆਮ ਆਦਮੀ ਪਾਰਟੀ ਦੇ ਜਿੱਤਣ ਤੋਂ ਬਾਅਦ ਸਾਰੇ ਅਕਾਲੀ ਦਲ ਵਾਲੇ ਤੇ ਕਾਂਗਰਸ ਵਾਲੇ ਕਹਿੰਦੇ ਕੀ ਸੀ ਜੀ, ਲੋਕਾਂ ਨੂੰ ਭਰਮ 'ਚ ਲੈ ਲਿਆ, ਲੋਕਾਂ ਨੂੰ ਭੁਲੇਖੇ 'ਚ ਪਾ ਕੇ ਵੋਟਾਂ ਲੈ ਲਈਆਂ। ਕੋਈ ਬੰਦਾ ਆਪਣੀ ਕਮਜ਼ੋਰੀ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਅਸੀਂ ਆਪਦੀ ਕਿਸੇ ਗਲਤੀ ਕਰਕੇ ਕਮਜ਼ੋਰੀ ਕਰਕੇ ਹਰੇ ਆ। ਪਰ ਮਨਪ੍ਰੀਤ ਸਿੰਘ ਇਆਲੀ ਹੋਰਾਂ ਨੇ ਕਿਹਾ, ਉਹ ਕਹਿੰਦੇ ਜੀ ਸਾਡੀਆਂ ਕਮਜ਼ੋਰੀਆਂ ਰਹੀਆਂ, ਸਾਡੀਆਂ ਗਲਤੀਆਂ ਰਹੀਆਂ, ਸਾਡੇ ਕੋਲੋਂ ਕੁਝ ਫੈਸਲੇ ਗਲਤ ਹੋਏ। ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਕਿ ਹੋ ਸਕਦਾ ਕਿ ਲੀਡਰਸ਼ਿਪ ਦੀ ਕੋਈ ਨਿੱਜੀ ਲਾਲਸਾ, ਇਹ ਸ਼ਬਦ ਵੀ ਵਰਤ ਲਿਆ। ਹੁਣ ਜਦੋਂ ਇੱਥੋਂ ਤੱਕ ਉਹਨਾਂ ਨੇ ਸ਼ਬਦ ਵਰਤ ਲਏ ਤਾਂ ਫਿਰ ਸੰਧਾਲੀਆ ਸਾਹਿਬ ਜੇ ਕੋਈ ਬੰਦਾ ਆਖੇ ਕਿ ਨਾ ਕੀ ਫਰਕ ਪੈਂਦਾ ਹੈ, ਕੋਈ ਫਰਕ ਨਹੀਂ ਪੈਣਾ ਇਹਦੇ ਨਾਲ, ਇਆਲੀ ਸਾਹਿਬ ਨੇ ਕਹਿਣਾ ਸੀ ਕਹਿਤਾ, ਫਰਕ ਪਊਗਾ। 5 ਤਾਂ ਵੋਟਾਂ ਨੇ, 2 ਬਾਦਲ ਪਰਿਵਾਰ ਦੀਆਂ ਨੇ, ਸੁਖਬੀਰ ਸਿੰਘ ਬਾਦਲ ਸਾਹਿਬ ਤੇ ਬੀਬੀ ਬਾਦਲ ਜੀ, 3 MLA ਨੇ, 5 ਦੇ ਵਿੱਚੋਂ 1 ਵੋਟ ਲਾਂਭੇ ਚਲੇ ਗਈ ਹੈ, ਤਾਂ ਮਤਲਬ ਹੈ ਕਿ 20% ਵੋਟਾਂ ਗਈਆਂ। ਸੋ ਕਿਤੇ ਨਾ ਕਿਤੇ ਇਆਲੀ ਸਾਹਿਬ ਨੇ ਹੁਣ ਜਿਹੜੀ ਆ ਗੱਲ ਤਬਦੀਲੀ ਵਾਲੀ ਕਹਿਤੀ, ਬਾਈਕਾਟ ਹੀ ਕਰਤਾ, ਇਹ ਵੀ ਕਹਿਤਾ ਕਿ ਭਾਈ ਸਾਡੇ ਤੋਂ ਪੁੱਛਿਆ ਨਹੀਂ, ਸਲਾਹ ਕੋਈ ਨਾ ਕੀਤੀ, ਜਵਾਬ ਦੇਣੇ ਔਖੇ ਹੋ ਜਾਣੇ। ਸੰਧਾਲੀਆ ਸਾਹਿਬ ਕੀ ਆਨੇ ਹੋ? ਇਹ ਗੱਲ ਤਾਂ ਠੀਕ ਆ। ਵੈਸੇ ਇਹਦੇ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਹੋਰੀ ਸਪੋਕਸਪਰਸਨ ਨੇ ਅਕਾਲੀ ਦਲ ਦੇ, ਉਹ ਕਹਿੰਦੇ ਵੀ ਦੇਖੋ ਕਾਰਨ ਹੈ ਵੀ ਜਦੋਂ ਪਾਰਟੀ ਨੇ ਫੈਸਲਾ ਕਰ ਲਿਆ ਸੀ ਤੇ ਸਾਰਿਆਂ ਨੂੰ ਮੰਨਣਾ ਪੈਂਦਾ, ਕਿਉਂਕਿ ਕੋਰ ਕਮੇਟੀ ਜਿਹੜਾ ਫੈਸਲਾ ਹੋ ਜਾਵੇ ਮੰਨਦੇ ਵੀ ਆ। ਤੇ ਉਹ ਕਹਿੰਦੇ ਵੀ ਬਾਕੀ ਸਾਰਿਆਂ ਨੇ ਉਸ ਪਾਸੇ ਵੋਟ ਪਾਈ, ਇਹਦੇ 'ਚ ਕੋਈ ਗੱਲ ਨਹੀਂ। ਹਾਂ, ਇਆਲੀ ਸਾਹਿਬ ਦੇ ਨਾਲ ਬਹਿ ਕੇ ਗੱਲਬਾਤ ਕਰਾਂਗੇ, ਕਹਿੰਦੇ ਮੀਟਿੰਗ ਹੋਊਗੀ, ਉਸ ਤੋਂ ਬਾਅਦ ਪਤਾ ਲੱਗੇਗਾ ਵੀ ਉਹਨਾਂ ਨੂੰ ਕੀ ਕੀ ਨਾਰਾਜ਼ਗੀਆਂ ਨੇ, ਕੀ ਕੀ ਮੁਸ਼ਕਲ ਆਈ ਹੈ ਇੱਥੇ। ਪਰ ਇੱਕ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਵੀ ਇਹ ਐਪੀਸੋਡ ਆਮ ਤੌਰ 'ਤੇ ਉਦੋਂ ਹੁੰਦਾ ਵੀ ਇੱਕ ਦਿਨ ਐਲਾਨ ਹੋਵੇ, ਅਗਲੇ ਦਿਨ ਉਹਦਾ ਕੋਈ ਨਾ ਕੋਈ ਰਿਐਕਸ਼ਨ ਆ ਜਾਏ। ਹੁਣ ਜਿੱਦਣ ਤਾਂ ਐਲਾਨ ਹੁੰਦਾ 10-15 ਦਿਨ ਮੇਰਾ ਖਿਆਲ ਹੁੰਦਾ, ਤਰੀਕ ਵੀ ਬਹੁਤੇ ਲੋਕਾਂ ਨੂੰ ਭੁੱਲ ਗਈ ਹੋਣੀ ਆ ਜਿਸ ਦਿਨ ਇਹ ਗੱਲ ਚੱਲੀ ਸੀ, ਜਿਸ ਦਿਨ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਸੀ ਵੀ ਅਸੀਂ ਹੁਣ ਉਹਨਾਂ ਨੂੰ ਸਪੋਰਟ ਦੇਵਾਂਗੇ ਜੀ, ਕਿਉਂਕਿ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ। ਹੁਣ ਉਸ ਦਿਨ ਤੋਂ ਲੈ ਕੇ ਤੇ ਬਿਆਨ ਦੇਣ ਤੱਕ ਜਾਂ ਵੋਟਾਂ ਪੈਣ ਤੱਕ ਇਆਲੀ ਸਾਹਿਬ ਨੇ ਇਹ ਗੱਲ ਆਪਣੇ ਤੱਕ ਰੱਖੀ, ਉਹ ਅੰਦਰ ਖਾਤੇ ਆਪਣੇ ਤੌਰ ਤੇ ਪਤਾ ਵੀ ਕਰਦੇ ਰਹੇ। ਪਰ ਕੀ ਅਕਾਲੀ ਦਲ ਤੱਕ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਤੱਕ ਇਹ ਇੰਨੀ ਨਾਰਾਜ਼ਗੀ ਜਾਂ ਵਿੱਚੇ ਵਿੱਚ ਕੋਈ ਗੱਲਬਾਤ ਨਾ ਪਹੁੰਚੀ ਹੋਊਗੀ ਵੀ ਯਾਰ ਉਹ ਆਪਣੇ ਇਆਲੀ ਸਾਹਿਬ ਮਾਰੇ ਥੋੜ੍ਹੇ ਜਿਹੇ ਨਾਰਾਜ਼ ਲੱਗਦੇ ਨੇ, ਉਹ ਵਿੱਚੇ ਵਿੱਚ ਸਲਾਹ ਕਰ ਰਹੇ ਵੀ ਇਹ ਗੱਲਾਂ ਹੋਈਆਂ ਨਹੀਂ ਠੀਕ। ਹੁਣ ਗੱਲ ਤੇ ਆ ਵੀ ਜੇ ਤੇ ਉਹ ਗੱਲ ਉੱਪਰ ਤੱਕ ਨਹੀਂ ਪਹੁੰਚੀ
ਤਾਂ ਵੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਲਈ ਕਿਤੇ ਨਾ ਕਿਤੇ ਸਵਾਲ ਖੜਾ ਹੁੰਦਾ ਵੀ ਮਹਾਰਾਜ ਅੰਦਰ ਖਾਤੇ ਫਿਰ ਬੰਦੇ ਉੱਪਰ ਤੱਕ ਗੱਲ ਪਹੁੰਚਾਉਂਦੇ ਨਹੀਂ, ਜਾਂ ਚੋਪੀ ਵੱਟ ਰੱਖਦੀ ਹੈ, ਜਾਂ ਫਿਰ ਜੇ ਉਹ ਗੱਲ ਜਾਂਦੀ ਸੀ ਉੱਪਰ ਤੱਕ ਤੇ ਉੱਪਰ ਤੱਕ ਕਿਸੇ ਨੇ ਗੌਲੀ, ਉਹ ਕੋਈ ਫਰਕ ਨਹੀਂ ਪੈਂਦਾ ਯਾਰ, ਇੱਕ ਬੰਦਾ ਵੋਟ ਨਾ ਪਾਊ ਤੇ ਨਾ ਸਹੀ। ਜੇ ਇਹ ਵਾਲਾ ਐਟੀਟਿਊਡ ਆ ਤਾਂ ਵੀ ਮਾੜਾ ਅਕਾਲੀ ਦਲ ਲਈ। ਨਹੀਂ, ਇਹ ਗੱਲ ਸੰਧਾਲੀਆ ਸਾਹਿਬ ਤੁਹਾਡੀ ਠੀਕ ਹੈ ਕਿ ਹਰ ਪਾਸਿਓਂ ਹੀ ਖਤਰਾ ਆ। ਤੁਸੀਂ ਇਹ ਦੇਖੋ ਕਿ ਕਿਹੜੇ ਵੇਲੇ ਆ ਕੇ ਏਆਲੀ ਸਾਹਿਬ ਨੇ ਇਹ ਸਟੈਪ ਲਿਆ, ਕਿਉਂਕਿ ਉਹ ਕਹਿੰਦੇ ਸੀ ਮੈਂ ਕਿਵੇਂ ਵੋਟ ਪਾ ਦਿਆਂ, BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਹਦੇ ਵਿੱਚੋਂ ਪੰਜਾਬ ਲਾਂਭੇ ਕਰਤਾ, ਕਹਿੰਦੇ ਸਰਕਾਰ ਕੇਂਦਰ 'ਚ ਭਾਜਪਾ ਦੀ। ਉਹਨਾਂ ਨੇ ਪਹਿਲਾਂ ਕਾਂਗਰਸ ਪਾਰਟੀ ਨੂੰ ਪੁਣਿਆ ਚੰਗੀ ਤਰ੍ਹਾਂ ਕਿ ਤੁਸੀਂ ਪੰਜਾਬ ਨੂੰ ਸਿੱਖਾਂ ਨਾਲ ਕੀਤਾ। ਇਹ ਨਹੀਂ ਕਿ ਉਹਨਾਂ ਨੇ ਕਾਂਗਰਸ ਦੇ ਪੱਖ 'ਚ ਕਿਸੇ ਧਿਰ ਨੂੰ ਨਹੀਂ ਬਖਸ਼ਿਆ। ਫਿਰ ਉਹ ਕਹਿੰਦੇ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚੋਂ ਸਾਨੂੰ ਖੂੰਜੇ ਲਾਇਆ ਜਾ ਰਿਹਾ, ਚੰਡੀਗੜ੍ਹ ਦੇ ਮੁੱਦੇ ਤੇ ਕੁਝ ਨਹੀਂ ਕਰ ਰਹੇ, SYL ਦੇ ਮੁੱਦੇ ਤੇ ਸਾਡੇ ਖਿਲਾਫ ਨੇ, ਗਾਣਿਆਂ ਤੇ ਪਾਬੰਦੀ ਲੱਗੀ ਬੰਦੀ ਸਿੰਘਾਂ ਤੇ SYL ਗੀਤ ਦੇ ਉੱਤੇ। ਉਹ ਕਹਿੰਦੇ ਜੀ ਜਿੱਥੇ ਇਦਾਂ ਦੇ ਫੈਸਲੇ ਹੋ ਰਹੇ ਕਿਵੇਂ ਵੋਟ ਪਾ ਦਈਏ, ਮੈਨੂੰ ਕਹਿੰਦਾ ਸਮਝ ਨਹੀਂ ਆਉਂਦੀ ਕਿ ਵੋਟ ਪਾਉਣ ਦਾ ਫੈਸਲਾ ਕਿਵੇਂ ਕਰ ਦਿੱਤਾ। ਠੀਕ ਹੈ, ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਲਈ ਸੱਚੀ ਮੁੱਚੀ ਸੋਚਣ ਵਿਚਾਰਨ ਦਾ ਸਮਾਂ ਹੈ। ਇਹ ਵੀ ਹੋ ਸਕਦਾ ਸੰਧਾਲੀਆ ਸਾਹਿਬ ਕਿ ਜੋ ਤੁਹਾਨੂੰ ਤੇ ਮੈਨੂੰ ਤੇ ਪੰਜਾਬ ਦੇ ਲੋਕਾਂ ਨੂੰ ਤੇ ਸਿਆਸੀ ਪਾਰਟੀਆਂ ਦੇ ਵਰਕਰਾਂ ਨੂੰ ਸਾਹਮਣੇ ਨਜ਼ਰ ਆਉਂਦਾ ਉਹ ਗੱਲ ਹੋਵੇ ਹੀ ਨਾ, ਗੱਲ ਕੁਛ ਹੋਰ ਹੋਵੇ। ਤੁਸੀਂ ਦੇਖੋ ਇੱਕਦਮ ਇਕੱਠੇ ਕੁਝ ਬਿਆਨ ਆਏ ਨੇ। ਦਿੱਲੀ ਦੇ ਵਿੱਚ ਇੱਕ ਵੱਡਾ ਇਕੱਠ ਹੁੰਦਾ, ਉਸ ਇਕੱਠ ਦੇ ਵਿੱਚ ਅਕਾਲੀ ਦਲ ਦਿੱਲੀ ਸਟੇਟ, ਰਾਮੂਵਾਲੀਆ ਸਾਹਿਬ, ਢੀਂਡਸਾ ਸਾਹਿਬ, ਕਿੰਨੇ ਸਾਹਿਬ ਇਕੱਠੇ ਹੁੰਦੇ ਆ ਤੇ ਉੱਥੇ ਸੁਖਦੇਵ ਸਿੰਘ ਢੀਂਡਸਾ ਸੰਬੋਧਨ ਕਰਦੇ ਆ। ਉਹ ਕਹਿੰਦੇ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਕਾਰਜਕਾਰੀ ਜਥੇਦਾਰ ਨੇ, ਉਹਨਾਂ ਨੂੰ ਲਿਖਤੀ ਵੀ ਦੇ ਕੇ ਆਏ ਆ ਕਿ ਜੇ ਤੁਸੀਂ ਪੰਥਕ ਏਕਤਾ ਚਾਹੁੰਦੇ ਹੋ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਅਸਤੀਫਾ ਲਓ ਪਹਿਲਾਂ। ਉਹਨਾਂ ਨੇ ਕਹਿੰਦੇ ਜੀ ਰਾਜਨੀਤੀ ਉੱਪਰ ਲੈ ਗਏ, ਧਰਮ ਥੱਲੇ ਰਹਿਣ ਤਾਂ, ਜਦ ਕਿ ਧਰਮ ਉੱਪਰ ਹੁੰਦਾ ਰਾਜਨੀਤੀ ਥੱਲੇ ਹੁੰਦੀ ਹੈ। ਇਸੇ ਤਰੀਕੇ ਪਿਛਲੇ ਦਿਨੀ ਜਗਮੀਤ ਸਿੰਘ ਬਰਾੜ ਸਾਹਿਬ ਬੋਲੇ ਸੀ। ਇਸੇ ਹੀ ਤਰ੍ਹਾਂ ਜੇ ਦੇਖੀਏ ਤਾਂ ਰਾਮੂਵਾਲੀਆ ਸਾਹਿਬ ਨੇ ਕਿਹਾ, ਕਹਿੰਦੇ ਜੀ ਦਿੱਲੀ ਨਾ ਵੜਨ ਦਿਓ ਬਾਦਲਾਂ ਨੂੰ। ਇੱਥੋਂ ਤੱਕ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਕਦੇ ਖਿਲਾਫ ਨਹੀਂ ਸੀ ਬੋਲੇ। ਉਹਨਾਂ ਦੀ ਇੱਕ ਵੀਡੀਓ ਹੈ, ਉਹ ਕਹਿੰਦੇ ਜੀ ਗਲਤੀਆਂ ਹੋਈਆਂ ਸਾਡੀ ਲੀਡਰਸ਼ਿਪ ਤੋਂ, ਅਕਾਲੀ ਦਲ ਦਾ ਕੰਮ ਧਰਮ ਦਾ ਪ੍ਰਚਾਰ ਕਰਨਾ ਸੀ, ਅਕਾਲੀ ਦਲ ਦਾ ਕੰਮ ਪੰਥ ਦੇ ਭਲੇ ਲਈ ਕੰਮ ਕਰਨਾ ਸੀ, ਅਕਾਲੀ ਦਲ ਪੰਥ ਦਾ ਭਲਾ ਕਰਨ ਦੀ ਜਗ੍ਹਾ ਦੇ ਉੱਤੇ ਕੁਰਸੀ ਨਾਲ ਜੁੜ ਗਿਆ, ਸਾਡੀ ਲੀਡਰਸ਼ਿਪ ਕੁਰਸੀ ਨੂੰ, ਸੱਤਾ ਨੂੰ ਭੱਜ ਪਈ, ਪੰਥ ਵਾਲਾ ਕੰਮ ਅਸੀਂ ਤਿਆਗ ਦਿੱਤਾ ਤੇ ਨੁਕਸਾਨ ਕਹਿੰਦੇ ਦੇਖੋ ਕੀ ਹੋਇਆ, 3 ਸੀਟਾਂ ਤੱਕ ਰਹਿ ਗਏ। ਸੁਖਦੇਵ ਸਿੰਘ ਢੀਂਡਸਾ ਸਾਹਿਬ ਦਾ ਬਿਆਨ, ਰਾਮੂਵਾਲੀਆ ਸਾਹਿਬ ਦਾ ਬਿਆਨ, ਜਗਮੀਤ ਸਿੰਘ ਬਰਾੜ ਸਾਹਿਬ ਦਾ ਬਿਆਨ, ਏਆਲੀ ਸਾਹਿਬ ਦੀ ਗੱਲ, ਬਾਬਾ ਹਰਨਾਮ ਸਿੰਘ ਹੋਰਾਂ ਦਾ ਮਸਲਾ, ਇੱਕੋ ਦਮ ਅੱਗੜ ਪਿੱਛੜ ਜਿਸ ਤਰੀਕੇ ਬਿਆਨ ਆਏ ਆ, ਲੀਡਰਸ਼ਿਪ ਤੋਂ ਜਿਸ ਤਰੀਕੇ ਅਸਤੀਫਾ ਮੰਗਿਆ ਜਾ ਕੇ ਅਕਾਲ ਤਖਤ ਸਾਹਿਬ ਤੇ ਮੈਂ ਭੁੱਲ ਨਾ ਜਾਵਾਂ ਕਰਨੈਲ ਸਿੰਘ ਪੰਜੌਲੀ ਹੋਰਾਂ ਦੀ ਗੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ, ਅਕਾਲੀ ਦਲ ਦੇ ਹੀ ਬਣਾਏ ਹੋ ਆ। ਉਹ ਤਾਂ ਜਿੱਥੇ ਜਾਂਦੇ ਆ ਸਭ ਤੋਂ ਪਹਿਲਾਂ ਇਹੀ ਕਹਿੰਦੇ ਆ ਕਿ ਭਾਈ ਗਲਤੀਆਂ ਹੋਈਆਂ, ਜਾ ਕੇ ਪਹਿਲਾਂ ਆਪੋ ਆਪਣੇ ਅਹੁਦੇ ਤੇ ਆਗਣੇ ਚਾਹੀਦੇ ਆ, ਸਾਨੂੰ ਬਾਕੀ ਸਾਰੀਆਂ ਚੀਜ਼ਾਂ ਬਾਅਦ ਵਿੱਚ ਨੇ। ਇਹਦਾ ਮਤਲਬ ਹੈ ਕਿ ਜੇ ਉੱਪਰਲੇ ਪਾਸਿਓਂ ਗੱਲ ਚੱਲਦੀ ਹੈ, ਏਆਲੀ ਸਾਹਿਬ ਨੇ ਜਿੱਦਾਂ ਸਟੈਪ ਲਿਆ, ਕੱਲ੍ਹ ਨੂੰ 4 ਬੰਦੇ ਹੋਰ ਉੱਠ ਕੇ ਖੜੇ ਹੋ ਸਕਦੇ ਆ, ਪਰ ਵਿੱਚ ਵਿਚਾਲੇ ਅਸੀਂ ਬਿਲਕੁਲ ਪੁਸ਼ਟੀ ਨਹੀਂ ਕਰਦੇ। ਕਹਿੰਦੇ ਆ ਕਿ ਕੁਝ ਲੀਡਰ ਹੁਣ ਉਭਾਰਨੇ ਵੀ ਤਾਂ ਪੈਣਾ ਹੀ ਆ ਭਾਈ, ਕੁਝ ਲੀਡਰਾਂ ਨੂੰ ਅੱਗੇ ਵੀ ਤਾਂ ਲਿਆਉਣਾ ਪਊਗਾ ਹੀ, ਤਾਂ ਜੋ ਗੁੱਸਾ ਥੋੜ੍ਹਾ ਜਿਹਾ ਲੋਕਾਂ ਦਾ, ਵਰਕਰਾਂ ਦਾ, ਸਮਰਥਕਾਂ ਦਾ ਠੰਡਾ ਠੰਡਾ ਵੀ ਹੋਵੇ। ਅਨੇ ਇਹਦੇ 'ਚ ਇੱਕ ਜਿਹੜੀ ਉਹ ਝੁੰਦਾ ਕਮੇਟੀ ਦਾ ਜ਼ਿਕਰ ਉਹਨਾਂ ਨੇ ਕੀਤਾ ਸੀਗਾ ਕਿ ਵੀ ਉਹ ਬਣਾਈ ਸੀ ਮਹਾਰਾਜ ਵੀ ਵਿਧਾਨ ਸਭਾ ਇਲੈਕਸ਼ਨਾਂ ਦੇ ਨਤੀਜਿਆਂ ਤੋਂ ਬਾਅਦ, ਤੇ ਆਲੀ ਸਾਹਿਬ ਖੁਦ ਜ਼ਿਕਰ ਕਰਦੇ ਨੇ ਵੀ 117 ਦੇ ਵਿੱਚੋਂ 100 ਦੇ ਕਰੀਬ ਜਾਂ 100 ਤੋਂ ਵੱਧ ਹਲਕਿਆਂ 'ਚ ਜਾ ਕੇ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਲੀਡਰ ਸਾਹਿਬਾਨਾਂ ਦੇ ਨਾਲ, ਵਰਕਰਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਤੇ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਵੀ ਕਿੱਥੇ-ਕਿੱਥੇ ਕਮੀ ਰਹਿ ਗਈ, ਕਿਹੜੀਆਂ ਕਮੀਆਂ ਆਪਾਂ ਨੂੰ ਦੂਰ ਕਰਨ ਦੀ ਲੋੜ ਹੈ। ਉਹ ਕਹਿੰਦੇ ਕਮੇਟੀ ਦੇ ਜੋ ਫੈਸਲੇ ਸੀ ਨਾ ਤੇ ਉਹਨਾਂ ਦੇ ਉੱਪਰ ਕੁਝ ਗੱਲਬਾਤ ਕੀਤੀ ਗਈ। ਹੁਣ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਅਕਾਲੀ ਦਲ ਦੁਬਾਰਾ ਸਿਰ ਜੋੜ ਕੇ ਬੈਠੇਗਾ, ਜਾਂ ਏਆਲੀ ਸਾਹਿਬ ਜਾਂ ਹੋਰ ਜਿਹੜੇ ਵੀ ਲੀਡਰ ਸਾਹਿਬਾਨ ਇਸ ਵਕਤ ਥੋੜ੍ਹਾ ਜਿਹਾ ਨਾਰਾਜ਼ ਚੱਲਦੇ ਨੇ, ਜਾਂ ਉਹਨਾਂ ਨੂੰ ਲੱਗਦਾ ਹੈ ਕਿ ਇੱਥੇ ਪਾਰਟੀ ਨੂੰ ਸਾਨੂੰ ਜਵਾਬ ਦੇਣਾ ਚਾਹੀਦਾ, ਉਹਨਾਂ ਨੂੰ ਧਿਆਨ 'ਚ ਰੱਖ ਕੇ ਜਦੋਂ ਇੱਕ ਵਾਰ ਫਿਰ ਤੋਂ ਫੈਸਲਾ ਲਿਆ ਜਾਊਗਾ, ਫਿਰ ਮੇਰੇ ਖਿਆਲ ਨਾਲ ਕੋਈ ਨਾ ਕੋਈ ਮੂੰਹ ਮਹਾਂਦਰਾ ਬਣੂਗਾ। ਬਾਕੀ ਆਪਾਂ ਤਾਂ ਹਰ ਵਾਰ ਇਹੀ ਬੇਨਤੀ ਕਰਦੇ ਹਾਂ ਵੀ ਦੇਖੋ ਇੱਕ ਸਦੀ ਪੁਰਾਣੀ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਦਾ ਬੜਾ ਸ਼ਾਨਾ ਮਤਾ ਇਤਿਹਾਸ ਰਿਹਾ, ਤੇ ਜੇ ਇਹੋ ਜਿਹੀ ਖੇਤਰੀ ਪਾਰਟੀ ਕਮਜ਼ੋਰ ਹੁੰਦੀ ਆ ਤੇ ਉਹਦਾ ਨੁਕਸਾਨ ਪੂਰੇ ਪੰਜਾਬ ਨੂੰ ਆ, ਪੂਰੀ ਸਿੱਖ ਕੌਮ ਨੂੰ ਆ। ਇਸ ਕਰਕੇ ਜੋ ਕੁਝ ਵੀ ਹੈਗਾ ਇਹਦਾ ਹੱਲ ਛੇਤੀ ਕਰ ਲਿਆ ਜਾਵੇ ਤੇ ਜ਼ਿਆਦਾ ਵਧੀਆ। ਮਸਲਾ ਉਹਨਾਂ ਦਾ ਅੰਦਰੂਨੀ ਹੈ ਸੰਧਾਲੀਆ ਸਾਹਿਬ, ਬਾਹਰਲੇ ਕਿਸੇ ਬੰਦੇ ਦਾ ਇਹਦੇ ਵਿੱਚ ਦਖਲ ਨਹੀਂ ਆ। ਜਿੰਨੇ ਕੁ ਬੰਦਿਆਂ ਦਾ ਆਪਾਂ ਜ਼ਿਕਰ ਕੀਤਾ ਉਹ ਜਾਂ ਤਾਂ ਪਾਰਟੀ ਦੇ ਵਿੱਚ ਨੇ, ਵੱਡੇ ਅਹੁਦਿਆਂ ਤੇ ਨੇ, ਤੇ ਜਾਂ ਪਾਰਟੀ ਦੇ ਵਿੱਚ ਪਹਿਲਾਂ ਰਹੇ ਆ। ਇੱਕ ਵੀ ਬੰਦਾ ਇਹਨਾਂ ਦੇ ਵਿੱਚੋਂ ਇਦਾਂ ਦਾ ਨਹੀਂ ਜਿਹੜਾ ਬਾਹਰਲਾ ਹੋਵੇ। ਨਾ ਕਿਸੇ ਵਿਰੋਧੀ ਪਾਰਟੀ ਨੇ ਦੋਸ਼ ਲਾਇਆ, ਨਾ ਕੋਈ ਮੀਡੀਆ ਰਿਪੋਰਟ ਹੈ। ਸਾਹਮਣੇ ਆ ਸਾਰਾ ਕੁਝ, ਸ਼ਰੇਆਮ ਸਾਹਮਣੇ ਆ।
ਇਹ ਜਿਹੜੇ ਨਾ ਕੁਰਸੀ ਨਾਲ ਜੁੜਨ ਦੀ ਗੱਲ, ਇਹ ਮਨਪ੍ਰੀਤ ਸਿੰਘ ਆਲੀ ਹੋਰਾਂ ਨੇ ਵੀ ਕੀਤੀ ਕਿ ਭਾਈ ਆਪਾਂ ਪੰਥ ਦੀ ਗੱਲ ਕਰਨੀ ਆ, ਪੰਜਾਬ ਦੀ ਗੱਲ ਕਰਨੀ ਆ, ਵੀ ਸਾਡੀ ਲੜਾਈ ਇਕੱਲੀ ਸੱਤਾ ਪ੍ਰਾਪਤੀ ਲਈ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਦਿਲੋਂ ਗੱਲ ਆਖੀ ਹੈ, ਦਿਮਾਗੋਂ ਗੱਲ ਆਖੀ ਹੈ, ਮੂੰਹੋਂ ਗੱਲ ਆਖੀ ਹੈ। ਕਿਵੇਂ ਆਖੀ ਹੈ ਇਹ ਤਾਂ ਇਹ ਆਲੀ ਸਾਹਿਬ ਜਾਣਦੇ ਆ। ਪਰ ਸੰਧਾਲੀਆ ਸਾਹਿਬ ਵਿਧਾਨ ਸਭਾ 'ਚ ਕੰਮ ਚੱਲੂਗਾ ਕਿਵੇਂ? ਬੀਬੀ ਗਨੀਵ ਕੌਰ ਮਜੀਠੀਆ ਬਿਲਕੁਲ ਨਵੇਂ ਨੇ, ਡਾਕਟਰ ਸੁਖੀ ਆ ਤੇ ਉਹਨਾਂ ਦੇ ਨਾਲ ਇਹ ਆਲੀ ਸਾਹਿਬ ਨੇ, ਤਿੰਨ ਤਾਂ ਬੰਦੇ ਨੇ। ਤਿੰਨਾਂ ਦੇ ਵਿੱਚੋਂ ਵੀ ਜੇ ਇਹ ਆਲੀ ਸਾਹਿਬ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਇਤਰਾਜ਼ ਹੈ ਕਿ ਪੁੱਛਿਆ ਗਿੱਛਿਆ ਨਹੀਂ ਗਿਆ ਜਾਂ ਬੀਜੇਪੀ ਦੇ ਉਮੀਦਵਾਰ ਨੂੰ ਵੋਟਾਂ ਕਿਉਂ, ਜ਼ਰੂਰ ਅਕਾਲੀ ਦਲ ਸਿਰ ਜੋੜ ਕੇ ਬੈਠੇ। ਤੁਹਾਡੀ ਗੱਲ ਦਰੁਸਤ ਹੈ ਕਿ ਖੇਤਰੀ ਪਾਰਟੀ ਦੀ ਤਾਂ ਲੋੜ ਹੈ ਭਾਈ, ਇਮਾਨਦਾਰ ਖੇਤਰੀ ਪਾਰਟੀ ਦੀ ਲੋੜ ਹੈ ਜਿਹੜੀ ਖੇਤਰੀ ਮੁੱਦਿਆਂ ਦੇ ਉੱਤੇ ਇਮਾਨਦਾਰੀ ਨਾਲ ਗੱਲ ਕਰ ਸਕੇ, ਨਹੀਂ ਤਾਂ ਸੁਦਾ ਨੁਕਸਾਨ ਹੈ। ਬਾਕੀ ਦੇਖਦੇ ਹਾਂ ਬਾਕੀ ਸਿਆਸੀ ਧਿਰਾਂ ਦੀ ਪ੍ਰਤੀਕਿਰਿਆ ਇਸ ਮੁੱਦੇ ਤੇ ਕੀ ਆਉਂਦੀ ਹੈ ਹੁਣ ਜੀ। ਅੱਛਾ, ਅਗਲੀ ਖਬਰ ਵਾਲੇ ਪਾਸੇ ਚੱਲੀਏ WhatsApp ਤੇ। ਅਗਲੀ ਖਬਰ ਜਿਹੜੀ ਹੈ ਉਹ ਚੰਦ ਦਿਨ ਵਾਹਵਾ ਚਰਚਾ 'ਚ ਰਹੇ ਬਾਬੇ ਹੋਰੀ, ਕਿਉਂਕਿ ਜਦੋਂ ਦੇ ਬਾਹਰ ਆਏ ਸੀ ਮਹੀਨਾ ਕੁ ਉਹਨਾਂ ਨੇ ਪਹਿਲਾਂ ਤੇ 2-3 ਦਿਨ ਵਿਵਾਦ ਹੀ ਚੱਲਦਾ ਰਿਹਾ। ਪਿਓ ਕਹਿੰਦੇ ਵੀ ਬਾਬਾ ਲੰਮਾ ਹੈ, ਕੋਈ ਕਹਿੰਦਾ ਬਾਬਾ ਪਤਲਾ ਹੈ, ਕੋਈ ਕਹਿੰਦੇ ਬਾਬਾ ਮਧਰਾ ਹੈ, ਕੋਈ ਕਹਿੰਦਾ ਨਾ ਇਹ ਤਾਂ ਸਾਡੇ ਵਾਲਾ ਬਾਬਾ ਹੀ ਨਹੀਂ ਭਾਈ, ਉਹ ਤਾਂ ਕਿਤੇ ਅਗਵਾ ਹੋ ਗਿਆ, ਤਾਂ ਕੋਈ ਬਾਬਾ ਹੀ ਹੋਰ ਹੈ। ਐਂਡ ਤੁਸੀਂ ਦੇਖੋ ਕਿ ਇਸੇ ਪੈਰੋਲ ਦੇ ਸਮੇਂ ਦੇ ਵਿੱਚ ਹੀ ਹਾਈ ਕੋਰਟ ਤੱਕ ਜਾ ਕੇ ਕੇਸ ਹੋ ਗਏ, ਜਿੱਥੋਂ ਚਲੋ ਹਾਈ ਕੋਰਟ ਨੇ ਵੀ ਕਿਹਾ ਕਿ ਕੈਸੀਆਂ ਫਿਲਮੀ ਗੱਲਾਂ ਕਰਦੇ ਹੋ ਮਹਾਰਾਜ, ਇੱਦਾਂ ਨਹੀਂ ਗੱਲਾਂ ਹੁੰਦੀਆਂ। ਅਖੀਰ ਬਾਬਿਆਂ ਨੇ ਇੰਨੇ ਕੁ ਦਿਨ ਵੀਡੀਓ ਜਾਰੀ ਕੀਤੀਆਂ, ਵੀਡੀਓ ਤੋਂ ਬਾਅਦ ਹੌਲੀ ਹੌਲੀ ਗਾਣੇ ਵੀ ਕੱਢੇ, ਕਹਿੰਦੇ ਗਾਣੇ ਵੀ ਬਹੁਤ ਚੱਲੇ। ਫਿਰ YouTube ਦੇ ਜ਼ਰੀਏ ਜਾਂ ਉੱਥੇ ਵੀ ਡਿਜੀਟਲ ਮਾਧਿਅਮ ਰਾਹੀਂ ਲੋਕਾਂ ਨੂੰ ਜਾਂ ਆਪਣੇ ਪ੍ਰੇਮੀਆਂ ਨੂੰ ਉਹਨਾਂ ਨੇ ਪ੍ਰਚਾਰ ਵੀ ਕੀਤਾ, ਰੱਬ ਨਾਲ ਜੋੜਿਆ। ਤੇ ਜੋੜਦਿਆਂ ਦਿਨ ਮੁਕੰਮਲ ਹੋ ਗਏ ਤੇ ਅਖੀਰ ਬਾਬੇ ਹੋਰੀ ਕਹਿੰਦੇ ਫਿਰ ਰੁਖਸਤ ਹੋ ਗਏ ਨੇ ਜੇਲ੍ਹ 'ਚ। ਸੰਧਾਲੀਆ ਸਾਹਿਬ ਦੇਖੋ 30 ਦਿਨ ਦੀ ਪੈਰੋਲ ਸੀ ਉਹਨਾਂ ਦੇ ਕੋਲੇ, ਬਾਗਪਤ ਆਸ਼ਰਮ ਦੇ ਵਿੱਚ ਯੂਪੀ 'ਚ ਰਹਿਣਾ ਸੀ ਤੇ ਉੱਥੇ ਹੀ ਰਹੇ। ਇੰਸਟਾਗ੍ਰਾਮ ਦੇ ਉੱਤੇ ਲਾਈਵ ਹੋਏ ਇਹਨਾਂ 30 ਦਿਨਾਂ ਦੇ ਵਿੱਚ, ਕਿਉਂਕਿ ਆ ਸਭ ਤੋਂ ਵੱਡਾ ਰੌਲਾ ਸੀ ਜੀ ਕਦ ਘਟ ਗਿਆ ਕਿ ਵੱਧ ਗਿਆ। ਕੌਤਕ ਐਤਕੀ ਵੀ ਬੜੇ ਜਾਣੀ ਦਿਖਾਏ ਲੋਕਾਂ ਨੂੰ ਕਿ ਮੈਂ ਹੈਗਾ ਹੀ ਕੁਛ ਭਾਈ। ਹੁਣ ਉਹ ਪਹਿਲੀ ਗੱਲ ਉਹਨੇ ਕਿਹਾ ਸੀ ਮੈਂ ਕਾਨੂੰਨ ਨੂੰ ਮੰਨਣ ਵਾਲਾ ਬੰਦਾ, ਵਧੀਆ ਗੱਲ ਹੈ, ਕਾਨੂੰਨ ਨੂੰ ਮੰਨਣਾ ਚਾਹੀਦਾ। ਹਨੀਪ੍ਰੀਤ ਦੇ ਨਾਲ ਉਹ ਇੰਸਟਾਗ੍ਰਾਮ ਦੇ ਉੱਤੇ ਲਾਈਵ ਹੋਏ। ਹਨੀਪ੍ਰੀਤ ਫਿਰ ਸਵਾਲ ਪੁੱਛਦੀ ਸੀ ਕਿ ਆ ਭਗਤਾਂ ਦੇ ਸਵਾਲ ਨੇ ਬਾਬਾ ਜੀ ਜਵਾਬ ਦਿਓ। ਉਹ ਕਹਿੰਦੇ ਸੀ ਮੇਰੀ ਧੀ ਹੈ, ਮੇਰੀ ਮੂੰਹ ਬੋਲੀ ਧੀ ਹੈ, ਇਹਦੀ ਪਰਮਾਤਮਾ ਰੱਖਿਆ ਕਰੂਗਾ। ਤੇ ਨਾਲ ਫਿਰ ਰਾਮ ਰਹੀਮ ਜਵਾਬ ਦਿੰਦਾ ਸੀ ਉੱਥੇ। ਇਹਦੇ ਨਾਲ ਐਲਬਮ ਕੱਢੀ, ਪੂਰੀ ਦੀ ਪੂਰੀ ਕੈਸਟ ਰਿਲੀਜ਼ ਹੋਈ ਗੀਤਾਂ ਦੀ ਗੁਰਮੀਤ ਰਾਮ ਰਹੀਮ ਦੀ। ਭਗਤਾਂ ਨੇ ਸੁਣਨੀ ਆ ਭਾਈ, ਸੁਣੋ, ਕੋਈ ਗੱਲ ਨਹੀਂ, ਕਿਸੇ ਨੂੰ ਕਾਹਦਾ ਇਤਰਾਜ਼ ਹੈ ਇਹਦੇ ਵਿੱਚ, ਜੀ ਕਰਦਾ ਜ਼ਰੂਰ ਸੁਣੋ। ਪਰ ਸਭ ਤੋਂ ਵੱਡੀ ਗੱਲ ਕਿ ਦੁਨੀਆ ਸੰਧਾਲੀਆ ਸਭ ਕਿੱਥੇ ਪਹੁੰਚ ਗਈ। ਕੋਵਿਡ ਆਇਆ, ਵਿਗਿਆਨੀਆਂ ਨੇ ਦਵਾਈਆਂ ਬਣਾ ਲਈਆਂ। ਆ ਜਹਾਜ਼ ਦੀ ਗੱਲ ਚੱਲਦੀ ਹੈ ਕਿ ਭਾਈ ਅੰਮ੍ਰਿਤਸਰੋਂ ਸਿੰਗਾਪੁਰ ਸਕੂਟ ਤੇ ਜਾਓ, ਉੱਥੋਂ ਕੈਨੇਡਾ ਅਮਰੀਕਾ ਜਾਓ। ਗੱਲ ਕਿਹੜੀ ਹੈ? ਯਾਨੀ ਇੱਕ ਚੀਜ਼ ਹਵਾ ਦੇ ਵਿੱਚ ਐ ਧਰਤੀ ਤੇ ਜਾਂਦੀ ਜਾਂਦੀ ਹਵਾ ਚੁੜ ਜਾਂਦੀ ਹੈ, 12-15 ਘੰਟਿਆਂ ਦੇ ਵਿੱਚ ਤੁਹਾਨੂੰ ਕੈਨੇਡਾ ਲਾਹੁੰਦੀ, ਆਸਟ੍ਰੇਲੀਆ ਲਾਹੁੰਦੀ ਹੈ। ਵਿਗਿਆਨੀ ਨੇ ਸਮਝ ਆਉਂਦੀ, ਪ੍ਰਤੱਖ ਨੇ ਚੀਜ਼ਾਂ। ਦੂਸਰੇ ਪਾਸੇ ਟੈਕਨੀਕ ਕਿੰਨੀ ਤਰੱਕੀ ਕਰ ਗਈ ਆ। ਮੈਂ ਇੱਥੇ ਬੋਲ ਰਿਹਾ ਕੈਲਗਰੀ ਦੇ ਵਿੱਚ, ਤੁਸੀਂ ਉਧਰ ਵੈਨਕੂਵਰ 'ਚ ਬੈਠੇ ਹੋ, ਦੁਨੀਆ ਸਾਰੀ ਆਪਾਂ ਨੂੰ ਉਸੇ ਵੇਲੇ ਦੇਖ ਸੁਣ ਰਹੀ ਹੈ। ਟੈਕਨੀਕ ਹੈ ਨਾ, ਇੱਕ ਪਾਸੇ ਵਿਗਿਆਨ ਹੈ ਸਿਰਾ ਲੱਗਾ ਪਿਆ, ਤੇ ਦੂਜੇ ਪਾਸੇ ਸੰਬੋਧਨ ਕਰਦੇ ਆ ਜਿਹਨੂੰ ਸਤਸੰਗ ਕਹਿੰਦੇ ਗੁਰਮੀਤ ਰਾਮ ਰਹੀਮ ਹੋਰੀ। ਉਹ ਕਹਿੰਦੇ ਮੇਰਾ ਖਿਆਲ ਪਤਾ ਨਹੀਂ ਏ ਪੋਜ਼ਿਟਿਵ ਸੀ, ਮੇਰਾ ਤਾਂ ਏ ਨੈਗੇਟਿਵ ਹੋ ਗਿਆ, ਬਲੱਡ ਗਰੁੱਪ ਹੀ ਬਦਲ ਗਿਆ। ਕਹਿੰਦੇ ਕਿਆ ਬਾਤਾਂ ਨੇ ਭਾਈ। ਅਸੀਂ ਤਾਂ ਕਹਿੰਦੇ ਹਾਂ ਕਿ ਚਲੋ ਅੰਦਰੋਂ ਹੀ ਸਹੀ, ਤੁਹਾਨੂੰ ਕਿਹੜਾ ਰੋਕ ਲੂ ਜੇ ਤੁਸੀਂ ਬਲੱਡ ਗਰੁੱਪ ਚੇਂਜ ਕਰ ਸਕਦੇ ਹੋ। ਗੁਰਮੀਤ ਰਾਮ ਰਹੀਮ ਜੀ, ਆ ਸਾਡੇ ਇੱਥੇ ਚਿੱਟੀ ਮੱਖੀ ਬੜੀ ਤੰਗ ਕਰਦੀ ਆ ਪੰਜਾਬ 'ਚ। ਆ ਸਾਡੇ ਫਸਲਾਂ ਡੁੱਬੀਆਂ ਪਈਆਂ, ਮੀਂਹ ਆਇਆ ਲੰਬੀ ਵਿਧਾਨ ਸਭਾ ਹਲਕੇ 'ਚ ਖਾਸ ਤੌਰ ਤੇ ਸਾਡੇ ਬੜੀ ਸਮੱਸਿਆ ਭਾਈ। ਮੂੰਗੀ ਵਾਹੁਣੀ ਪੈ ਰਹੀ ਤੁਹਾਡੇ ਲਈ, ਜੇ ਤੁਸੀਂ ਬਲੱਡ ਗਰੁੱਪ ਬਦਲ ਮੂੰਗੀ ਲਾਉਣੀ ਤੁਹਾਡੇ ਲਈ ਕਿੱਡੀ ਔਖੀ ਹੈ। ਇਸ ਕਰਕੇ ਤੁਹਾਡਾ ਬਲੱਡ ਗਰੁੱਪ ਤਬਦੀਲ ਹੋਇਆ ਜਾਂ ਨਹੀਂ ਹੋਇਆ, ਇਹਦੇ ਨਾਲ ਆਮ ਬੰਦੇ ਨੂੰ ਕੋਈ ਲੈਣਾ ਦੇਣਾ ਨਹੀਂ। ਆਮ ਬੰਦੇ ਨੂੰ ਲੈਣਾ ਦੇਣਾ ਕਿ ਜੇ ਤੁਹਾਡੇ ਪੱਲੇ ਕੁਛ ਹੈਗਾ, ਜੇ ਕੋਈ ਤਾਕਤ, ਕੋਈ ਸ਼ਕਤੀ, ਜਿਹਨੂੰ ਤੁਸੀਂ ਕਹਿੰਦੇ ਆ 20 ਸਮੱਸਿਆਵਾਂ ਤੁਰੀਆਂ ਫਿਰਦੀਆਂ ਰਾਹ ਦੇ ਵਿੱਚ, ਮਾੜ ਜਿਹੀਆਂ ਕਰੋ ਦੂਰ। ਲੋਕ ਅੰਗਹੀਣ ਤੁਰੇ ਫਿਰਦੇ ਆ, ਹਸਪਤਾਲਾਂ ਦੇ ਵਿੱਚ ਮੰਜੇ ਨਾਲ ਮੰਜਾ ਹੋਏ ਫਿਰਦੇ ਆ, ਦਵਾਈਆਂ ਨਹੀਂ ਕਿਤੇ ਲੱਭਦੀਆਂ। ਮਾਰੋ ਕੋ ਫੂਕ ਫਾਕ ਜੇ ਮਾਰ ਸਕਦੇ ਹੋ ਭਾਈ। ਹੁਣ 30 ਦਿਨ ਦੀ ਪੈਰੋਲ ਖਤਮ ਹੈ, ਅਗਲੇ ਅੰਦਰ ਚਲੇ ਗਏ ਦੁਬਾਰਾ, ਤੇ ਹੁਣ ਫਿਰ ਭਗਤ ਠੀਕ ਆ, ਬਜਾਓ ਭਾਈ ਸਿਆਣੇ, ਗੱਲ ਕਿਹੜੀ ਆ। ਚਲੋ ਠੀਕ ਆ, ਇਹ ਤੇ ਗੱਲ ਹੈਗੀ ਵੀ ਥੋੜੇ ਦਿਨਾਂ ਦੀ ਗੱਲ ਆ, ਕਿਉਂਕਿ ਮੈਨੂੰ ਵਾਰ-ਵਾਰ ਉਹ ਹਰਿਆਣੇ ਵਾਲੇ ਜੇਲ੍ਹ ਮੰਤਰੀ ਸਾਹਿਬ ਦਾ ਬਿਆਨ ਯਾਦ ਆ ਜਾਂਦਾ, ਜਿਹਦੇ 'ਚ ਉਹ ਕਹਿੰਦੇ ਵੀ ਐਵੇਂ ਇੱਦਾਂ ਨਹੀਂ ਕਰਨ ਦੀ ਲੋੜ ਹੈ, ਜੇ 40 ਦਿਨ ਉਹਨਾਂ ਕੋਲੇ ਹੋਰ ਹੈਗੇ। ਮੈਂ ਅੰਦਾਜ਼ਾ ਜਿਹਾ ਲਾਉਂਦਾ ਹੈ ਵੀ ਜੇ 40 ਦਿਨ ਜੇ 6 ਮਹੀਨੇ ਬਾਕੀ ਸਾਲ ਦੇ ਵਿੱਚ ਹੋਰ ਹੈਗੇ ਤੇ 20-20 ਕਰਕੇ ਫਿਰ ਆ ਜਾਣਗੇ ਬਾਬੇ, ਕੋਈ ਨਹੀਂ, ਅਗਲੀ ਕੈਸਟ ਫਿਰ ਸੁਣਾ ਜਾਣਗੇ ਪ੍ਰੇਮੀਆਂ ਨੂੰ।
ਦੂਜੀ ਗੱਲ ਇਹ ਆ ਵਾਟ ਸਾਹਿਬ ਕਿ ਵੀ ਆ ਸਿੱਖਿਆ ਮੰਤਰੀ ਸਾਹਿਬ ਨਵੇਂ ਬਣੇ ਨੇ ਬੈਂਸ ਸਾਹਿਬ, ਤੇ ਉਹਨਾਂ ਨੇ ਵੀ ਇਹ ਗੱਲ ਹੁਣ ਕਬੂਲੀ ਆ। ਉਹਨਾਂ ਦੇ ਮਹਿਕਮੇ ਵੱਲੋਂ ਵੀ ਗੱਲ ਸਾਹਮਣੇ ਆਈ, ਕਹਿੰਦੇ ਵੀ ਸਰਕਾਰੀ ਸਕੂਲਾਂ 'ਚ ਆਮ ਤੌਰ 'ਤੇ ਦਾਖਲੇ ਵਧਣੇ ਚਾਹੀਦੇ ਹੁੰਦੇ ਆ, ਪਰ 2 ਲੱਖ ਦੇ ਕਰੀਬ ਦਾਖਲੇ ਘਟ ਗਏ, ਯਾਨੀ ਕਿ ਨਿਆਣੇ ਸਰਕਾਰੀ ਸਕੂਲਾਂ 'ਚ ਦਾਖਲ ਨਹੀਂ ਹੋਏ ਜਾਂ ਨਾ ਘਟਾ ਗਏ। ਤੇ ਇਹਦੇ ਲਈ ਜਿਹੜਾ ਉਹ ਤਰਕ ਦਿੰਦੇ ਨੇ, ਉਹ ਕਹਿੰਦੇ ਨੇ ਵੀ ਇੱਕ ਤਾਂ ਦੇਖੋ ਇਲੈਕਸ਼ਨ ਵਾਲਾ ਸਾਲ ਸੀਗਾ, ਅਫਸਰਸ਼ਾਹੀ ਦਾ ਧਿਆਨ ਕਿਉਂਕਿ ਇਲੈਕਸ਼ਨ ਵਾਲੇ ਪਾਸੇ ਸੀ ਤਾਂ ਕਰਕੇ ਥੋੜ੍ਹਾ ਜਿਹਾ ਨਿਆਣੇ ਵਾਲੇ ਪਾਸੇ ਘੱਟ ਧਿਆਨ ਦਿੱਤਾ ਗਿਆ। ਦੂਜਾ ਉਹ ਕੋਵਿਡ ਦੀ ਗੱਲ ਵੀ ਕਰਦੇ ਆ ਵੀ ਕੋਵਿਡ ਸੀਗਾ, ਉਦੋਂ ਪਹਿਲਾਂ ਇੱਥੇ ਪ੍ਰਵਾਸੀ ਮਜ਼ਦੂਰ ਸੀਗੇ, ਉਹਨਾਂ ਦੇ ਨਿਆਣੇ ਵੀ ਪੜ੍ਹਦੇ ਸੀ, ਉਹ ਜਦੋਂ ਕੋਵਿਡ ਦੌਰਾਨ ਆਪੋ ਆਪਣੇ ਦੇਸ਼ ਨੂੰ ਚਲੇ ਗਏ ਤੇ ਉਹਨਾਂ ਦੇ ਨਿਆਣੇ ਵੀ ਚਲ ਗਏ, ਦਾਖਲੇ ਘਟ ਗਏ। ਜਾਂ ਉਹ ਜ਼ਿਕਰ ਕਰਦੇ ਵੀ ਕੋਵਿਡ ਦੇ ਦੌਰਾਨ ਕਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਦੇ ਜਵਾਕ ਜਿਹੜੇ ਸੀ ਉਹਨਾਂ ਦੇ ਸਰਕਾਰੀ ਸਕੂਲਾਂ 'ਚ ਦਾਖਲੇ ਹੋ ਗਏ ਸੀ, ਕਿਉਂਕਿ ਉੱਥੇ ਫੀਸਾਂ ਦਾ ਰੌਲਾ ਸੀ, ਇੱਥੇ ਵੈਸੇ ਕਲਾਸ ਹੋ ਜਾਣੀ ਸੀ। ਹੁਣ ਜਦੋਂ ਕੋਵਿਡ ਮੁੱਕ ਗਿਆ ਤੇ ਉਹ ਵੀ ਆਪਣਾ ਨਾਂ ਕਟਾ ਗਏ। ਇਹ ਸਾਰੀਆਂ ਚੀਜ਼ਾਂ ਦਾ ਲੌਜਿਕ ਦੇ ਕੇ 2 ਲੱਖ ਨਿਆਣਿਆਂ ਦੇ ਦਾਖਲੇ ਨੂੰ ਸਹੀ ਸਾਬਤ ਕਰਨ ਦੀ ਜਾਂ ਘਟਣ ਦੇ ਵਿੱਚ ਉਹਨੂੰ ਦਰੁਸਤ ਕਹਿਣ ਦਾ ਇਸ ਵਕਤ ਹਿਸਾਬ ਕਿਤਾਬ ਲਾਇਆ ਜਾ ਰਿਹਾ। ਸੰਧਾਲੀਆ ਸਾਹਿਬ, ਪਹਿਲੀ ਗੱਲ ਇਹ ਹੈ ਕਿ ਅੰਕੜਿਆਂ ਦੇ ਨਾਲ ਲੋਕਾਂ ਦਾ ਢਿੱਡ ਭਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਪਿਛਲੇ ਸਮੇਂ 'ਚ ਆਪਾਂ ਦੇਖਿਆ ਕਿ ਅੰਕੜੇ ਬਹੁਤ ਕੁਝ ਕਹਿੰਦੇ ਰਹੇ, ਜ਼ਮੀਨੀ ਪੱਧਰ ਤੇ ਹੁੰਦਾ ਕੱਖ ਨਹੀਂ ਸੀ, ਧੇਲੇ ਦਾ ਕੰਮ ਨਹੀਂ ਸੀ ਹੁੰਦਾ। ਜੇ ਜ਼ਮੀਨੀ ਪੱਧਰ ਤੇ ਅੱਧਾ ਕੰਮ ਵੀ ਹੋਇਆ ਹੁੰਦਾ ਤੇ ਪੰਜਾਬ ਮੌਜੂਦਾ ਪੰਜਾਬ ਨਾ ਹੁੰਦਾ। ਦੇਖੋ, ਪਹਿਲੀ ਗੱਲ ਹੈ ਕਿ ਸਿੱਖਿਆ ਮੰਤਰੀ ਨਵੇਂ ਬਣੇ ਨੇ ਹਰਜੋਤ ਸਿੰਘ ਬੈਂਸ, ਜੇ ਉਹਨਾਂ ਨੇ ਆ 4-5 ਤਰਕ ਦਿੱਤੇ ਆ, ਹੋ ਸਕਦਾ ਤਰਕ ਠੀਕ ਹੋਣ, ਪਰ 2 ਲੱਖ ਬੱਚੇ ਘਟੇ ਆ। 2 ਲੱਖ ਗਿਣਤੀ ਬਹੁਤ ਹੁੰਦੀ ਹੈ। ਇਹ ਸਾਡੇ ਸਾਰਿਆਂ ਦੇ ਲਈ ਚਿੰਤਾ ਦਾ ਵਿਸ਼ਾ, ਖਾਸ ਤੌਰ ਤੇ ਉਦੋਂ ਜਦੋਂ ਸਿੱਖਿਆ ਤੇ ਸਿਹਤ 2 ਮੁੱਦਿਆਂ ਨੂੰ ਸਾਹਮਣੇ ਰੱਖ ਕੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜ ਕੇ ਪੰਜਾਬ ਦੇ ਵਿੱਚ ਚੋਣ ਜਿੱਤੀ ਤੇ ਸਰਕਾਰ ਬਣਾਈ। ਹੁਣ ਠੀਕ ਹੈ, ਤੁਸੀਂ 4 ਨਹੀਂ 6 ਨਹੀਂ 8 ਵੀ ਤਰਕ ਦੇ ਸਕਦੇ ਹੋ। ਮੈਂ ਕਹਿੰਦਾ ਕਿ ਹੁਣ ਉਹ ਬੱਚਿਆਂ ਨੂੰ ਜੇ ਆਪਾਂ ਕਹੀਏ ਕਿ ਉਹ ਪ੍ਰੈਸ਼ਰ ਪਾਉਣ ਕਿ ਤੁਸੀਂ ਜ਼ਰੂਰ ਬੱਚੇ ਲੈ ਕੇ ਆਓ, ਬੋਗਸ ਦਾਖਲੇ ਦੂਖਲੇ ਨਾ ਹੋਣ, ਨਰੋਲ ਸਹੀ ਦਾਖਲੇ ਹੋਣੇ ਚਾਹੀਦੇ, ਜਿੰਨੇ ਬੱਚੇ ਹੈਗੇ ਆ ਸਾਨੂੰ ਪਤਾ ਹੋਵੇ। ਸੰਧਾਲੀਆ ਸਾਹਿਬ ਲਾ ਦੇਣ ਜ਼ੋਰ, ਠੀਕ ਹੈ ਤੁਹਾਡੀ ਸਰਕਾਰ ਮਾਰਚ 'ਚ ਬਣੀ ਸੀ, ਉਹੀ ਜਮਾਤਾਂ ਦੇ ਖਾਤਮੇ ਦਾ ਤੇ ਨਵੀਆਂ ਜਮਾਤਾਂ ਦੇ ਸ਼ੁਰੂ ਹੋਣ ਦਾ ਸਮਾਂ ਹੁੰਦਾ। ਮੰਨਿਆ ਕਿ ਤੁਹਾਨੂੰ ਸਮਾਂ ਥੋੜ੍ਹਾ ਮਿਲਿਆ, ਹੁਣ ਤਾਂ ਮਿਲ ਗਿਆ ਨਾ। ਜਿੰਨੇ ਬੱਚੇ ਸਰਕਾਰੀ ਸਕੂਲਾਂ 'ਚ ਨੇ, ਬੈਂਸ ਸਾਹਿਬ ਤੁਹਾਡੇ ਮੂਹਰੇ ਚੁਣੌਤੀ ਹੈ, ਆਹ ਸਾਲ ਠੋਕ ਕੇ ਉਹਨਾਂ ਨੂੰ ਪੜ੍ਹਾਈ ਕਰਾਓ। ਜਿਹੜਾ ਅਧਿਆਪਕਾਂ ਦੇ ਉੱਤੇ ਕਲਰਕੀ ਬੋਝ ਪਿਆ ਨਾ, ਰਜਿਸਟਰਾਂ ਦੇ ਖਾਨੇ ਭਰਨ ਦਾ, ਉਹ ਬੋਝ ਘਟਾ ਦਿਓ। ਜਿਹੜੇ ਬੱਚੇ ਤੁਹਾਡੇ ਕੋਲੇ 2 ਲੱਖ ਘਟੇ ਨੇ, ਜਿੰਨੇ ਬਾਕੀ ਬੱਚੇ ਜਿਹੜੇ ਸਕੂਲਾਂ 'ਚ ਨੇ, ਵੇਲੇ ਸਿਰ ਕਿਤਾਬਾਂ ਮਿਲਣ, ਗੈਰ ਵਿਦਿਅਕ ਕੰਮ ਮੁੱਕਣ, ਠੋਕ ਕੇ ਦਿਓ ਨਤੀਜੇ। ਅਗਲੀ ਵਾਰੀ 4 ਲੱਖ ਵੱਧ ਜਾਣਗੇ, ਇੱਕ ਗੱਲ ਦੀ ਗਰੰਟੀ ਹੈ, ਬੋਗਸ ਦਾਖਲੇ ਵੀ ਨਹੀਂ ਕਰਨੇ ਪੈਣਗੇ, ਅੰਕੜਿਆਂ ਦੇ ਆਧਾਰ ਤੇ ਵੀ ਨਹੀਂ ਕੰਮ ਦਿਖਾਉਣਾ ਪਊਗਾ। ਭਲਕ ਨੂੰ ਕੋਈ ਵੀ ਨਹੀਂ ਕਹੂਗਾ ਕਿ ਭਾਈ 5000 ਬੱਚਾ ਪੰਜਾਬੀ ਦੇ ਵਿੱਚੋਂ ਫੇਲ ਹੋ ਗਿਆ, ਜਾਣੀ ਐਤਕੀ ਘਟ ਗਏ ਦਾਖਲੇ। ਹੁਣ ਆਪਾਂ ਕਿਹੜਾ ਡਾਂਗ ਮਾਰ ਲੈਣੀ ਕਿਸੇ ਦੀ, ਲੱਤ ਭੰਨ ਲੈਣੀ ਕਿਸੇ ਦੀ, ਉਹ ਤਾਂ ਘਟ ਗਏ। ਉਹਦੇ ਪਿੱਛੇ ਭਾਵੇਂ ਇਲੈਕਸ਼ਨ ਵਾਲਾ ਸਾਲ ਹੈ, ਭਾਵੇਂ ਕੋਵਿਡ ਦੀਆਂ ਗੱਲਾਂ ਬਾਤਾਂ ਨੇ, ਭਾਵੇਂ ਲੋਕ ਜਿਹੜੇ ਉਹਨਾਂ ਨੇ ਦਾਖਲੇ ਦੂਖਲੇ ਇੱਧਰ ਉੱਧਰ ਕਰ, ਕੁਛ ਵੀ ਤਰਕ ਹੋਵੇ, ਪਰ ਸਾਡੇ ਸਾਹਮਣੇ ਚੁਣੌਤੀ ਹੈ ਕਿ 2 ਲੱਖ ਬੱਚੇ ਘਟੇ ਆ, ਹੁਣ ਪੂਰੇ ਨਹੀਂ ਹੋ ਸਕਦੇ। ਅਗਲੇ ਸਾਲ 4 ਲੱਖ ਵੱਧ ਹੋਣ ਦਾ ਟੀਚਾ ਰੱਖੋ, ਪਰ ਉਹ 4 ਲੱਖ ਇਹ ਨਹੀਂ ਕਿ ਆਪਾਂ ਸਪੀਕਰ 'ਚ ਬੋਲਣਾ ਹੈ ਕਿ ਭਾਈ 4 ਲੱਖ ਬੱਚੇ ਵਧਣਗੇ। ਐਤਕੀ ਨਤੀਜੇ ਚੰਗੇ ਦਿਓ, ਬਿਆਨ ਦੇਣ ਦਾ ਕੋਈ ਫਾਇਦਾ ਨਹੀਂ, ਕੰਮ ਕਰਕੇ ਦਿਖਾਓ, ਲੋਕਾਂ ਨੇ ਆਪੇ ਹੀ ਤੁਹਾਡੇ ਵੱਲੋਂ ਬਿਆਨ ਦੇਣ ਲੱਗ ਪੈਣਾ। ਅਤੇ ਚਲੋ ਆਸ ਕਰਦੇ ਹਾਂ, ਗੱਲ ਵੈਸੇ ਵੀ ਉਹਨਾਂ ਦੀ ਠੀਕ ਹੈ, ਕਿਉਂਕਿ ਉਹ ਕਹਿੰਦੇ ਵੀ ਅਜੇ ਤਾਂ ਅਸੀਂ ਆਏ ਹੀ ਆ, ਅਸੀਂ ਸਾਰਾ ਪ੍ਰਬੰਧ ਕਰਨਾ। 5 ਸਾਲ ਦਾ ਇਹਨਾਂ ਕੋਲੇ ਸਮਾਂ, ਮੇਰਾ ਖਿਆਲ 2027 ਜਾਂ ਕਹਿ ਲਓ ਕਿ 26 ਦੇ ਆਸ-ਪਾਸ ਜਾ ਕੇ ਆਪਣੇ ਆਪ ਹੀ ਜਿਹੜੇ ਵਿਰੋਧੀਆਂ ਪਾਰਟੀਆਂ ਵਾਲੇ ਨੇ ਉਹਨਾਂ ਨੇ ਸਾਰੇ ਅੰਕੜੇ ਕੱਢ ਕੇ ਲੈ ਆਉਣੇ ਵੀ ਕਿੱਥੇ ਕੀ ਫਰਕ ਪਿਆ, ਕਿੱਥੇ ਕੀ ਨਹੀਂ ਫਰਕ ਪਿਆ। ਅਤੇ ਜੇ ਇਹਨਾਂ ਨੇ ਕੰਮ ਕਰ ਲਿਆ ਤੇ ਫਿਰ ਇਹਨਾਂ ਦੇ ਕੋਲ ਬਹੁਤ ਕੁਝ ਹੋਣਾ ਦੱਸਣ ਦੇ ਲਈ, ਕਿਉਂਕਿ ਇਹ ਦੱਸਣ ਦੇ ਚੱਕਰ ਦੇ ਵਿੱਚ ਤੇ ਹੁਣ ਉਧਰ ਕੇਜਰੀਵਾਲ ਸਾਹਿਬ ਦੀ ਇੱਕ ਵੀਡੀਓ ਬੜੀ ਵਾਇਰਲ ਆ ਨਾ, ਜਿਹਦੇ ਵਿੱਚ ਉਹ ਕਹਿੰਦੇ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਸਿੰਗਾਪੁਰ ਵਾਲੇ ਨੇ ਉਹ ਮੈਨੂੰ ਸਾਦੀ ਪਈ ਆ ਸਰਕਾਰ ਵੀ ਮਹਾਰਾਜ ਇੱਥੇ ਆਓ, ਸਿੱਖਿਆ ਬਾਰੇ ਸਿਹਤ ਬਾਰੇ ਤੁਸੀਂ ਬਹੁਤ ਵਧੀਆ ਕੰਮ ਕੀਤਾ, ਇੱਕ ਚੰਗਾ ਸ਼ਹਿਰੀ ਪ੍ਰਬੰਧਨ ਜਿਹੜਾ ਉਹਦੇ 'ਤੇ ਆਪਾਂ ਗੱਲਬਾਤ ਕਰਨੀ ਆ ਅਤੇ ਤੁਸੀਂ ਸਾਡੇ ਕੋਲ ਪਹੁੰਚਣਾ। ਉਹ ਕਹਿੰਦੇ ਮੈਨੂੰ ਕੇਂਦਰ ਸਰਕਾਰ ਨੇ ਰੋਕ ਲਿਆ ਜੀ, ਮੈਂ ਕਿਹੜਾ ਵੀ ਕੋਈ ਮਤਲਬ 2 ਨੰਬਰ ਦਾ ਕੰਮ ਕਰਦਾ, ਇੱਕ ਚੁਣਿਆ ਹੋਇਆ ਮੈਂ ਮੁੱਖ ਮੰਤਰੀ ਹਾਂ, ਇੱਕ ਜ਼ਿੰਮੇਵਾਰ ਮੈਂ ਨਾਗਰਿਕ ਹਾਂ, ਆਜ਼ਾਦ ਨਾਗਰਿਕ। ਕਹਿੰਦੇ ਵੈਸੇ ਜੇ ਕੋਈ ਕਿਤੇ ਜਾ ਸਕਦਾ ਤਾਂ ਇੱਕ ਮੁੱਖ ਮੰਤਰੀ ਨੂੰ ਕਿਉਂ ਰੋਕਿਆ ਜਾ ਰਿਹਾ। ਉਹ ਕਹਿੰਦੇ ਸਿਆਸਤ ਹੋ ਰਹੀ ਹੈ ਮੇਰੇ ਨਾਲ। ਮੈਨੂੰ ਜਾਪਦਾ ਵੀ ਸਿਆਸਤ ਹੁੰਦੀ ਕੇਜਰੀਵਾਲ ਸਾਹਿਬ ਨਾਲ। ਚੇਤਾ ਹੋਣਾ ਸੰਧਾਲੀਆ ਸਾਹਿਬ ਤੁਹਾਨੂੰ, ਬੀਬੀ ਮਮਤਾ ਬੈਨਰਜੀ ਨੂੰ ਇੱਕ ਵਾਰੀ ਇਟਲੀ ਸੱਦਿਆ ਗਿਆ ਸੀ ਪਿਛਲੇ ਸਮੇਂ 'ਚ, ਇੱਕ ਸਮਾਗਮ ਸੀ, ਅਫੀਸ਼ੀਅਲ ਸੱਦਾ ਆਇਆ ਕਿ ਬੀਬੀ ਜੀ ਆਇਓ, ਕਿਉਂਕਿ ਸੂਬਾ ਤੇ ਕੇਂਦਰ ਸ਼ਕਤੀਆਂ ਦੀ ਵੰਡ ਹੈ, ਕੁਝ ਸੂਬਿਆਂ ਦੇ ਅਧਿਕਾਰ ਕੁਝ ਕੇਂਦਰ ਦੇ ਤੇ ਕੁਝ ਸਮਵਰਤੀ ਜਾਣੀ ਕਿ ਸਾਂਝੇ ਅਧਿਕਾਰਾਂ ਦੀ ਸੂਚੀ।
ਉਦੋਂ ਸ਼ਾਇਦ ਉਹਨਾਂ ਨੂੰ ਵੀ ਪ੍ਰਵਾਨਗੀ ਨਹੀਂ ਸੀ ਮਿਲੀ। ਪਹਿਲਾਂ ਵੀ ਕਈ ਵਾਰ ਇਦਾਂ ਹੋਇਆ, ਕਈ ਮੁੱਖ ਮੰਤਰੀ ਜਦੋਂ ਉਹਨਾਂ ਨੂੰ ਵਿਦੇਸ਼ ਤੋਂ ਸੱਦਾ ਆਉਂਦਾ ਕਿਉਂਕਿ ਪ੍ਰਵਾਨਗੀ ਲੈਣੀ ਪੈਂਦੀ ਹੈ, ਤੇ ਜੇ ਦੇਸ਼ ਦੀ ਸੁਰੱਖਿਆ ਨਾਲ ਸੰਬੰਧਿਤ ਮਸਲਾ ਨਾ ਹੋਵੇ, ਕਿਤੇ ਵੱਟਾਂ ਨਾ ਲੱਗਣਾ ਹੋਵੇ, ਇੱਜ਼ਤ ਨੂੰ, ਸਤਿਕਾਰ ਨੂੰ, ਮਾਣ ਨੂੰ, ਦੇਸ਼ ਦੇ ਨੂੰ, ਤਾਂ ਫਿਰ ਜਾਣ ਦੇਣਾ ਚਾਹੀਦਾ। ਉਦੋਂ ਵੀ ਰੌਲਾ ਰੱਪਾ ਬੜਾ ਪਿਆ। ਚਲੋ ਬੀਬੀ ਜੀ ਨੇ ਬਹੁਤਾ ਨਹੀਂ ਇਤਰਾਜ਼ ਕੀਤਾ, ਪਰ ਅਰਵਿੰਦ ਕੇਜਰੀਵਾਲ ਹੋਰਾਂ ਦੀ ਕਿਉਂਕਿ ਰਣਨੀਤੀ ਵੱਖਰੀ ਹੁੰਦੀ ਹੈ। ਉਹ ਕੇਜਰੀਵਾਲ ਸਾਹਿਬ ਇੱਕ ਦਿਨ ਪਹਿਲਾਂ ਵੀ ਆਏ, ਕਹਿੰਦੇ ਜੀ ਮੈਨੂੰ ਸਾਡੀ ਸੂਬਾ ਸਰਕਾਰ ਨੂੰ, ਦਿੱਲੀ ਸਰਕਾਰ ਨੂੰ ਸਰਕਾਰੀ ਤੌਰ ਤੇ ਸੱਦਾ ਹੈ ਸਿੰਗਾਪੁਰ ਵੱਲੋਂ ਕਿ ਤੁਹਾਡਾ ਮਾਡਲ ਚੰਗਾ ਹੈ, ਦਿੱਲੀ ਵਾਲਾ ਮਾਡਲ ਚੰਗਾ, ਤੇ ਸਾਨੂੰ ਤੁਸੀਂ ਆ ਕੇ ਮਰ ਜਾ ਦੱਸ ਕੇ ਜਾਓ ਐਜ਼ ਏ ਚੀਫ ਮਿਨਿਸਟਰ ਕਿ ਤੁਸੀਂ ਦਿੱਲੀ ਵਰਗੇ ਐਡੀ ਵੱਧ ਸੰਘਣੀ ਜਨਸੰਖਿਆ ਵਾਲੇ ਸ਼ਹਿਰ ਦੇ ਵਿੱਚ, ਜਿੱਥੇ ਸਮੱਸਿਆਵਾਂ ਬਹੁਤ ਸੀ, ਪੁਰਾਣਾ ਸ਼ਹਿਰ ਬਣਿਆ, ਦਰੁਸਤ ਕਰਨਾ ਔਖਾ ਹੁੰਦਾ, ਤੁਸੀਂ ਸਿਹਤ ਤੇ ਸਿੱਖਿਆ ਦਾ ਪ੍ਰਬੰਧ ਦਰੁਸਤ ਕਿੱਦਾਂ ਕਰਤਾ, ਕ੍ਰਾਂਤੀਕਾਰੀ ਤਬਦੀਲੀ ਕਿੱਦਾਂ ਕਰਤੀ ਭਾਈ। ਉਹ ਕਹਿੰਦੇ ਮੈਂ ਦੱਸਣ ਜਾਣਾ ਸੀ, ਕੇਂਦਰ ਸਰਕਾਰ ਨੂੰ ਬੇਨਤੀ ਕੀਤੀ, ਨਾ ਕਰਤੀ। ਕਹਿੰਦੇ ਨਾ, ਤੁਸੀਂ ਨਹੀਂ ਜਾ ਸਕਦੇ। ਦੇਖੋ ਜੇ ਕੇਜਰੀਵਾਲ ਸਾਹਿਬ ਜਾਂਦੇ, ਉੱਥੇ ਜਾ ਕੇ ਆ ਗੱਲਾਂ ਦੱਸਦੇ, ਚਰਚਾ ਫਿਰ ਵੀ ਇੰਨੀ ਹੋਣੀ ਸੀ, ਤੇ ਚਰਚਾ ਉਹਨਾਂ ਨੇ ਹੁਣ ਪ੍ਰੈਸ ਕਾਨਫਰੰਸ ਕਰਕੇ ਫਿਰ ਉਨੀ ਕਰ ਲਈ ਹੈ ਕਿ ਭਾਈ ਸਾਨੂੰ ਸੱਦਾ ਮਿਲਿਆ ਸੀ, ਸਾਡਾ ਮਾਡਲ ਚੰਗਾ। ਹੁਣ ਸੰਧਾਲੀਆ ਸਾਹਿਬ ਉਹਦੇ ਪਿੱਛੇ ਕੇਂਦਰ ਸਰਕਾਰ ਦਾ ਤਰਕ ਕੀ ਆ ਉਹ ਦੇ ਸਕਦੇ ਆ, ਪਰ ਇੱਕ ਗੱਲ ਜ਼ਰੂਰ ਹੈ, ਸਾਨੂੰ ਨਹੀਂ ਪਤਾ ਆਮ ਆਦਮੀ ਪਾਰਟੀ ਵਾਲਿਆਂ ਦਾ ਦਿੱਲੀ ਦੇ ਵਿੱਚ ਕੰਮ ਲੋਕਾਂ ਨੂੰ ਕਿੰਨਾ ਕੁ ਚੰਗਾ ਲੱਗਦਾ ਜਾਂ ਕਿੰਨਾ ਕੁ ਨਹੀਂ ਲੱਗਦਾ, ਪਰ ਕਿਤੇ ਨਾ ਕਿਤੇ ਇੱਕ ਸਮੱਸਿਆ ਤਾਂ ਹੈਗੀ ਆ। ਆਪਾਂ ਦੇਖਿਆ ਸੀ ਕਿ ਪਿਛਲੇ ਸਮੇਂ 'ਚ ਦਿੱਲੀ ਤੋਂ ਬਾਅਦ ਪੰਜਾਬ 'ਚ ਸਰਕਾਰ ਬਣੀ, ਉਹਦੇ ਤੋਂ ਬਾਅਦ ਗੁਜਰਾਤ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਖਾਤਾ ਖੋਲ੍ਹਿਆ, 2 MLA ਗੋਆ 'ਚ ਜਿੱਤੇ, ਆਪਣੇ ਸਾਰਿਆਂ ਦੇ ਸਾਹਮਣੇ ਸੀ। ਆ ਹੁਣੇ ਮੱਧ ਪ੍ਰਦੇਸ਼ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਈਆਂ 24 ਘੰਟੇ ਪਹਿਲਾਂ, ਭਾਰਤੀ ਜਨਤਾ ਪਾਰਟੀ ਨੇ ਬੁਰੇ ਤਰੀਕੇ ਹਰਾਏ ਸਾਰੇ ਬੰਦੇ ਵੱਖ-ਵੱਖ ਸ਼ਹਿਰਾਂ 'ਚ, ਪਰ ਇੱਕ ਸ਼ਹਿਰ ਦੇ ਵਿੱਚ ਮੇਅਰ ਹੀ ਆਮ ਆਦਮੀ ਪਾਰਟੀ ਦਾ ਬਣ ਗਿਆ, ਬੀਬੀ ਜੀ ਨੇ। ਉਹ ਪਹਿਲੇ ਨੰਬਰ ਤੇ, ਅਰਵਿੰਦ ਕੇਜਰੀਵਾਲ ਹੋਰੀ ਉੱਥੇ ਰੋਡ ਸ਼ੋਅ ਵੀ ਕਰਕੇ ਆਏ, ਲੋਕਾਂ ਦਾ ਇਕੱਠ ਵਾਹਵਾ ਹੋਇਆ ਸੀ, ਪਰ ਕਿਸੇ ਨੂੰ ਆਸ ਨਹੀਂ ਸੀ ਕਿ ਮੱਧ ਪ੍ਰਦੇਸ਼ ਸੂਬਾ ਹੋਏਗਾ, ਉਹਦਾ ਇੱਕ ਸ਼ਹਿਰ ਹੋਏਗਾ ਤੇ ਉੱਥੇ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾ ਜੂ। ਹੁਣ ਸ਼ਹਿਰ ਦੇ ਵਿੱਚ ਹੋ ਸਕਦਾ ਕਿ ਉਹਨਾਂ ਨੇ ਮਾਡਲ ਦੱਸਿਆ ਹੋਵੇ, ਆ ਦੇਖੋ ਜੀ ਜਿੱਦਾਂ ਦਾ ਤੁਹਾਡਾ ਸ਼ਹਿਰ ਉੱਦਾਂ ਦਾ ਦਿੱਲੀ ਸ਼ਹਿਰ, ਆ ਦੇਖੋ ਜੀ ਜੋ ਕੰਮ ਦਿੱਲੀ 'ਚ ਕੀਤਾ ਅਸੀਂ ਤੁਹਾਡੇ ਸ਼ਹਿਰ 'ਚ ਕਰਾਂਗੇ। ਹੁਣ ਉਹ ਇੱਕ ਸ਼ਹਿਰ ਦੇ ਵਿੱਚ ਵਿਅਕਤੀ ਵਿਸ਼ੇਸ਼, ਉਸ ਬੀਬੀ ਮੇਅਰ ਜਿਹੜੀ ਬਣ ਗਈ ਹੈ, ਉਹਦਾ ਕਮਾਲ ਹੈ ਜਾਂ ਕਿਸੇ ਹੋਰ ਦਾ, ਪਰ ਕਿਤੇ ਨਾ ਕਿਤੇ ਰੌਲਾ ਤਾਂ ਸੰਧਾਲੀਆ ਸਾਹਿਬ ਹੁੰਦਾ ਨਾ ਕਿ ਤੁਸੀਂ ਗੁਜਰਾਤ 'ਚ ਵੀ ਖਾਤਾ ਖੋਲ੍ਹ ਲਿਆ, ਭਾਵੇਂ ਲੋਕਲ ਚੋਣਾਂ 'ਚ ਸਹੀ, ਤੁਸੀਂ ਗੋਆ 'ਚ ਖਾਤਾ ਖੋਲ੍ਹ ਲਿਆ, ਪੰਜਾਬ 'ਚ ਸਰਕਾਰ ਬਣਾ ਲਈ, ਤੁਹਾਡਾ ਕੰਮ ਜਿਹੜਾ ਹੁਣ ਮੱਧ ਪ੍ਰਦੇਸ਼ ਵਾਲੇ ਪਾਸੇ ਨੂੰ ਤੁਰ ਪਿਆ, ਰੌਲਾ ਤਾਂ ਪਊਗਾ। ਉੱਤਰ ਪੂਰਬ ਦੇ ਇੱਕ ਸੂਬੇ ਦੇ ਵਿੱਚ ਵੀ ਖਾਤਾ ਖੁੱਲ੍ਹਿਆ ਸੀ, ਇਸ ਕਰਕੇ ਕਿਤੇ ਨਾ ਕਿਤੇ ਇਹ ਗਾਂਹ ਭੇਜਣ ਪਿਛਾਂਹ ਤੁਰਨ ਦੀ ਖੇਡ ਤਾਂ ਸਿਆਸੀ ਤੌਰ ਤੇ ਪਾਈ ਚੱਲਦੀ ਰਹਿੰਦੀ ਹੈ। ਚਲੋ ਜੋ ਵੀ ਆ ਗੱਲ, ਪਰ ਉਹ ਤੁਹਾਡੀ ਠੀਕ ਲੱਗੀ ਮੈਨੂੰ ਵੀ ਕਰਨੀ ਤਾਂ ਅਗਲਿਆਂ ਨੇ ਚਰਚਾ ਹੀ ਸੀ ਨਾ, ਕਿਉਂਕਿ ਜੇ ਉੱਥੇ ਜਾ ਆਉਂਦੇ ਕੇਜਰੀਵਾਲ ਹੋਰੀ ਉੱਥੋਂ ਦੀ ਵੀਡੀਓ ਲਾ ਕੇ ਆਮ ਆਦਮੀ ਪਾਰਟੀ ਨੇ ਪ੍ਰਚਾਰ ਲੈਣੀ ਸੀ ਵੀ ਆਹ ਦੇਖੋ ਜੀ ਸਾਡੇ ਮੁੱਖ ਮੰਤਰੀ ਨੂੰ ਸਿੰਗਾਪੁਰ ਵਾਲਿਆਂ ਵੀ ਸੱਦਿਆ ਵੀ ਸਾਨੂੰ ਸਮਝਾਓ ਜੀ ਕਿੱਦਾਂ ਕਰਨਾ, ਤੇ ਹੁਣ ਵੀ ਉਹ ਗੱਲ ਤੇ ਚਰਚਾ ਉਹਨਾਂ ਨੇ ਫੇਕ ਕਰ ਲਈ ਵੀ ਆਹ ਦੇਖੋ ਜੀ ਅਸੀਂ ਦੱਸਣ ਜਾਣਾ ਸੀ, ਅਸੀਂ ਸਮਝਾਉਣ ਜਾਣਾ ਸੀ ਵੀ ਕਿੱਦਾਂ ਕਰਨਾ, ਸਾਨੂੰ ਜਾਣ ਨਹੀਂ ਦਿੱਤਾ। ਚਲੋ ਖੈਰ ਸਿਆਸਤ ਹੈ, ਸਿਆਸਤ ਦੇ ਵਿੱਚ ਜਦੋਂ ਜਿਹਦਾ ਦਾਅ ਜਿਵੇਂ ਲੱਗ ਜਾਂਦਾ ਅਗਲਾ ਲਾਉਣ ਦੀ ਕੋਸ਼ਿਸ਼ ਕਰਦਾ, ਪਰ ਇੱਕ ਦਾਅ ਪਿਛਲੇ ਦਿਨ ਹੀ ਲੱਗ ਗਿਆ ਸੀਗਾ, ਭੁਪਿੰਦਰ ਸਿੰਘ ਹਨੀ ਹੋਰਾਂ ਦਾ ਜ਼ਮਾਨਤ ਉਹਨਾਂ ਨੂੰ ਮਿਲ ਗਈ ਸੀ। ਦਾਅ ਨਹੀਂ ਕਹਿ ਸਕਦੇ, ਖੈਰ ਉਹਨਾਂ ਦੇ ਵਕੀਲ ਸਾਹਿਬ ਨੇ ਉੱਥੇ ਜਾ ਕੇ ਗੱਲਬਾਤ ਸਾਰੀ ਦੱਸੀ ਹੋ ਵੀ ਮਹਾਰਾਜ ਜੀ ਇਸ ਮੇਰੇ ਕਲਾਇੰਟ ਦਾ ਕੋਈ ਰੋਲ ਨਹੀਂ ਹੈਗਾ, ਮਹਾਰਾਜ ਜੀ ਇਹ ਦੇਖੋ ਕਦੋਂ ਦਾ ਬੰਦਾ ਅੰਦਰ ਦਿੱਤਾ, ਇਹਨੂੰ ਤੁਸੀਂ ਜੱਜ ਸਾਹਿਬ ਦਿਓ ਛੁੱਟੀ। ਚਲੋ ਇਜਾਜ਼ਤ ਮਿਲ ਗਈ, ਜ਼ਮਾਨਤ ਮਿਲ ਗਈ, ਪਰ ਹੁਣ ਕਹਿੰਦੇ ਇੱਕ ਹੋਰ ਪਰਚਾ ਨਜਾਇਜ਼ ਖਨਨ ਮਤਲਬ ਉਹੀ ਜਿਹੜਾ ਕਿ ਗੈਰ ਕਾਨੂੰਨੀ ਰੇਤ ਬਜਰੀ ਵਾਲਾ ਰੌਲਾ ਸੀਗਾ, ਉਸ ਚੱਕਰ ਦਾ ਪਰਚਾ ਦਰਜ ਹੋ ਗਿਆ। ਇਹਦਾ ਮਤਲਬ ਭੁਪਿੰਦਰ ਹਨੀ ਹੋਰੀ ਫਿਰ ਹੁਣ ਦੁਬਾਰਾ ਅੰਦਰ ਹੋਣਗੇ। ਦੇਖੋ ਜੀ ਸੰਭਾਵਨਾ ਤਾਂ ਹੈਗੀ ਹੈ। ਉਹਦਾ ਇੱਕ ਮਿੱਤਰ ਹੈ ਕੁਦਰਤਦੀਪ, ਉਹ ਪਹਿਲਾਂ ਵੀ ਨਾ ਪਿਛਲੇ ਮਸਲੇ ਦੇ ਵਿੱਚ ਵੀ ਆਇਆ। ਹੁਣ ਦੇਖੋ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਹੈ ਵੱਡੇ ਪੁਲਿਸ ਅਧਿਕਾਰੀ ਸਾਹਿਬ ਨੇ, ਉਹ ਕਹਿੰਦੇ ਜੀ ਜਾਂਚ ਚੱਲਦੀ ਸੀ, ਪੜਤਾਲ ਚੱਲਦੀ ਸੀ, ਵਿਸਥਾਰ ਦੇ ਵਿੱਚ ਰਿਪੋਰਟ ਮਿਲੀ ਹੈ, ਨਵਾਂ ਸ਼ਹਿਰ ਜ਼ਿਲ੍ਹੇ ਦੀ ਹੈ, ਤੇ ਉਹਦੇ ਵਿੱਚ ਵੀ ਕਹਿੰਦੇ ਜੀ ਕਲੀਅਰ ਹੋ ਗਿਆ 2-3 ਦੋਸ਼ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਤੇ, ਜਿਨ੍ਹਾਂ ਦੇ ਬਾਰੇ ਬਿੱਟੂ ਸਾਹਿਬ ਨੇ ਬੋਰੀ ਵਾਲੀ ਗੱਲ ਕੀਤੀ ਸੀ, ਉਧਰ ਰਵਨੀਤ ਸਿੰਘ ਬਿੱਟੂ MP ਸਾਹਿਬ ਨੇ। ਹੁਣ ਸੰਧਾਲੀਆ ਸਾਹਿਬ ਉਹ ਕਹਿੰਦੇ ਜੀ ਇੱਥੇ ਇੱਕ ਤਾਂ ਜਿੱਥੋਂ ਰੇਤਾ ਕੱਢੀ ਜਾ ਸਕਦੀ ਸੀ, ਇੱਕ ਤਾਂ ਜਿੰਨੀ ਰੇਤਾ ਕੱਢਣੀ ਸੀ ਉਹਦੇ ਤੋਂ ਬਹੁਤ ਜ਼ਿਆਦਾ ਕੱਢ ਲਈ, ਓਵਰ ਮਾਈਨਿੰਗ ਕਰ ਲਈ, ਇੱਕ ਤਾਂ ਉਹ ਕਹਿੰਦੇ ਜੀ ਕੇਸ ਬਣਦਾ ਤੇ ਕੇਸ ਦਰਜ। ਦੂਸਰਾ ਉਹ ਕਹਿੰਦੇ ਜੀ ਪਰਚੀਆਂ ਪੁਰਚੀਆਂ ਵੀ ਕਹਿੰਦੇ ਆਪੇ ਹੀ ਛਾਪ ਛੂਪ ਕੇ ਇੱਧਰ ਉੱਧਰ 70 ਤੋਂ ਵੱਧ ਪਰਚੀਆਂ, ਯਾਨੀ ਇੱਕ ਤਾਂ ਸਰਕਾਰੀ ਪਰਚੀ ਹੁੰਦੀ ਹੈ, ਕੋਈ ਹੋ ਸਕਦਾ ਇਦਾਂ ਦਾ ਵੀ ਕੰਮ ਕਰ ਜਿਹਾ ਹੋਵੇ। ਉਸ ਮਸਲੇ ਤੇ ਕਹਿੰਦੇ ਜਾਂਚ ਪੜਤਾਲ ਕੀਤੀ ਹੈ, ਮਸਲਾ ਉਧਰਲੇ ਪਾਸੇ ਨੂੰ ਜਾਂਦਾ, ਪਰਚਾ ਦਰਜ ਹੈ। ਤੇ ਸੰਧਾਲੀਆ ਸਾਹਿਬ ਜੇ ਪਰਚਾ ਦਰਜ ਹੈ ਪੁੱਛਗਿੱਛ ਤਾਂ ਹੋਊਗੀ, ਜੇ ਪੁੱਛਗਿੱਛ ਹੋਊਗੀ ਤਾਂ ਫਿਰ ਜਵਾਬ ਦੇਣੇ ਪੈਣਗੇ, ਜਵਾਬਾਂ ਤੋਂ ਅਗਲੇ ਸੰਤੁਸ਼ਟ ਨਾ ਹੋਏ ਤਾਂ ਫਿਰ ਅੰਦਰ ਜਾਣਾ ਪਊਗਾ। ਪਰ ਦੇਖਦੇ ਹਾਂ, ਮਸਲਾ ਇਹ ਹੈ ਕਿ
ਭੁਪਿੰਦਰ ਹਨੀ ਇਕੱਲਾ ਹੀ ਕਰ ਗਿਆ। ਸੰਧਾਲੀਆ ਸਾਹਿਬ ਵੈਸੇ ਮੰਨ ਲਓ ਗੱਲ ਹੈ, ਤੁਸੀਂ ਲੀਡਰ ਹੋ, ਤੁਸੀਂ ਵੱਡੇ ਬੰਦੇ ਹੋ, ਮੈਂ ਤੁਹਾਡੇ ਨਾਲ ਆ, ਤੁਹਾਡਾ ਬਸਤਾ ਫੜ ਕੇ, ਭਰਾ ਤੁਹਾਡਾ ਛੋਟਾ, ਓਫੀਸ਼ੀਅਲੀ ਤੁਸੀਂ ਹੋ, ਤੁਸੀਂ ਕਹੋਗੇ ਜਾ ਕੇ ਗੰਨਾ ਭੰਨ ਲਿਆ ਬਈ ਫਲਾਣੇ ਬੰਦੇ ਦਾ, ਮੈਂ ਫੇਰ ਹੀ ਜਾਊਂ, ਨਹੀਂ ਤਾਂ ਮੇਰੀ ਕੀ ਹਿੰਮਤ ਆ? ਵੈਸੇ ਗੱਲ ਹੀ ਕਰਦੇ, ਤੁਹਾਨੂੰ ਕੀ ਲੱਗਦਾ? ਮੈਂ ਬਿਲਕੁਲ ਨਹੀਂ ਕਿਹਾ ਗੰਨਾ ਭੰਨਣ ਨੂੰ, ਮੈਨੂੰ ਤੇ ਪਤਾ ਵੀ ਨਹੀਂ ਹੈ ਬੰਦਾ ਕਦੋਂ ਕਮਾਦ 'ਚ ਜਾ ਵੜਿਆ, ਕਦੋਂ ਇਹ ਗੰਨਾ ਭੰਨ ਲਿਆ। ਜੇ ਇਹਨੇ ਗੰਨਾ ਭੰਨਿਆ ਤੇ ਇਹਨੂੰ ਫੜਨਾ ਚਾਹੀਦਾ, ਇਹਨੂੰ ਅੰਦਰ ਕਰਨਾ ਚਾਹੀਦਾ। ਨਹੀਂ ਤੁਸੀਂ ਇਦਾਂ ਵੀ ਕਹਿੰਦੇ, ਮੈਂ ਕਈ ਵਾਰੀ ਵਰਜਿਆ, ਇਹਨੂੰ ਪੁਰਾਣੀ ਆਦਤ ਹੈ। ਮੈਂ ਇਹਨੂੰ ਰੋਕਿਆ ਵੀ ਨਾ ਤੂੰ ਕਮਾਦ ਵਾਲੇ ਪਾਸੇ ਜਾ, ਬਗਾਨਾ ਕਮਾਦ ਤੰਗ ਕਰੂਗਾ, ਪਰ ਇਹ ਨਹੀਂ ਮੰਨਿਆ। ਦੇਖੋ ਜੀ, ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ। ਚਲੋ ਇੱਧਰ ਤੇ ਇਹਨਾਂ ਦੇ ਤਾਂ ਪਰਚਾ ਹੋ ਗਿਆ, ਪਰ ਉਧਰ ਸੰਗਤ ਸਿੰਘ ਗਿਲਜੀਆਂ ਨੇ ਵਾਹਵਾ ਦੇਰ ਤੋਂ ਚਾਰਾਜੋਈ ਕਰਦੇ ਪਏ ਸੀ। ਅਖੀਰ ਹਾਈ ਕੋਰਟ ਨੇ ਉਹਨਾਂ ਨੂੰ ਰਾਹਤ ਦੇ ਦਿੱਤੀ ਆ। ਹੁਣ ਜੇ ਮੈਂ ਗਲਤ ਨਹੀਂ ਤੇ 25 ਜੁਲਾਈ ਤੱਕ ਤੇ ਉਹਨਾਂ ਦੀ ਹਵਾ ਵੱਲ ਵੀ ਕੋਈ ਨਹੀਂ ਵੇਖ ਸਕਦਾ, ਮਤਲਬ ਗ੍ਰਿਫਤਾਰੀ ਤੇ ਰੋਕ ਹੈ ਮਹਾਰਾਜ। ਨਹੀਂ ਬਿਲਕੁਲ ਜੀ, ਭਤੀਜਾ ਦਲਜੀਤ ਸਿੰਘ ਗਿਲਜੀਆਂ ਅੰਦਰ ਹੈ, ਉਹ ਰਿਮਾਂਡ ਤੇ ਹੈ। ਜਿੱਦਣ ਰਿਮਾਂਡ ਮਿਲਿਆ ਸੀ ਤੇ ਉਦੋਂ ਉਹ ਕਹਿੰਦੇ ਸੀ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ, ਗੱਲ ਹੀ ਕੋਈ ਨਹੀਂ। ਦੂਸਰੇ ਪਾਸੇ ਗਿਲਜੀਆਂ ਸਾਹਿਬ ਬਾਰ-ਬਾਰ ਕਹਿੰਦੇ ਸੀ, ਕਿਉਂਕਿ ਰੂਪੋਸ਼ ਨੇ ਵਿਜੀਲੈਂਸ ਵਾਲੇ ਲੱਭਦੇ ਆ ਤੇ ਉਹ ਇੱਧਰ ਉੱਧਰ ਹੋ ਗਿਆ, ਕਹਿੰਦੇ ਅਦਾਲਤ ਦਾ ਸਹਾਰਾ ਲੈਣਾ, ਜ਼ਮਾਨਤ ਅਰਜ਼ੀ ਖਾਰਜ ਹੋ ਗਈ ਸੀ, ਪਰ ਹੁਣ ਗ੍ਰਿਫਤਾਰੀ ਤੇ ਰੋਕ ਲੱਗ ਗਈ। ਇੱਕ ਪਾਸੇ ਤਾਂ ਸੰਧਾਲੀਆ ਸਾਹਿਬ ਇਸ ਮਸਲੇ ਨੂੰ ਇਦਾਂ ਪ੍ਰਚਾਰਿਆ ਜਾ ਰਿਹਾ ਕਿ ਇਹ ਸਰਕਾਰ ਦੇ ਲਈ ਧੱਕਾ, ਦੂਸਰੇ ਪਾਸੇ ਕਿਹਾ ਯਾਰ 25 ਤਾਂ ਆਈ ਖੜੀ, 25 ਤੱਕ ਸਰਕਾਰ ਨੇ ਜੋ ਕੋਈ ਪੁਖਤਾ ਚੀਜ਼ਾਂ ਪੇਸ਼ ਕਰ ਦਿੱਤੀਆਂ, ਹੋ ਸਕਦਾ ਕਿ ਉਹ ਰੋਕ ਹਟ ਵੀ ਜਾਵੇ। ਪਰ ਇੰਨੀ ਗੱਲ ਸੰਧਾਲੀਆ ਸਾਹਿਬ ਜ਼ਰੂਰ ਹੈ, ਕਹਿੰਦੇ ਆ ਕਿ ਹਰਿਆਣੇ ਦਿੱਲੀ ਦੇ ਨਾਲ ਵੀ ਕਨੈਕਸ਼ਨ ਕੁਝ ਜੁੜਦੇ ਆ, ਕਿ ਇੱਕ ਹਰਿਆਣੇ ਦਾ ਰਹਿਣ ਵਾਲਾ ਬੰਦਾ, ਉਹ ਵੀ ਕਹਿੰਦੇ ਜੀ ਉਹ ਕੋਈ 1000 ਰੁਪਈਆ ਕਮਿਸ਼ਨ, ਇਹ ਚਰਚਾ, ਦੋਸ਼ ਨੇ ਸਾਬਿਤ ਨਹੀਂ ਹੋਏ ਕਿ ਉਹ ਵੀ 1000 ਰੁਪਈਏ ਕਮਿਸ਼ਨ ਦੀ ਗੱਲ ਸੀ, ਵਾਇਆ ਦਿੱਲੀ ਹੋ ਕੇ ਆਉਂਦੇ ਸੀ। ਇੱਕ ਉਹ ਬੰਦਾ ਵੀ ਕਹਿੰਦੇ ਜੀ ਕਾਬੂ ਆਇਆ ਜਿਹਦੀ ਕੁੜੀ ਦੇ ਬੈਂਕ ਖਾਤੇ ਦੇ ਵਿੱਚ ਧੀ ਦੇ ਬੈਂਕ ਖਾਤੇ 'ਚ ਪੈਸੇ ਪਾਏ ਜਾਂਦੇ ਸੀ, ਉਹ ਫਿਰ ਕਢਾ ਕੇ ਅੱਗੇ ਪਚਾਪਚੂ ਦਿੰਦਾ ਸੀ। 8-10 ਲੱਖ ਰੁਪਇਆ ਕਮਿਸ਼ਨ ਦਾ ਤਾਂ ਉਧਰਲੇ ਪਾਸੇ ਨੂੰ ਟਰਾਂਸਫਰ ਹੋਇਆ। ਦੇਖੋ, ਜੇ ਤਾਂ ਸਰਕਾਰ ਦੇ ਕੋਲੇ ਪੁਖਤਾ ਸਬੂਤ ਹੋਏ, ਅਗਲੇ ਅਦਾਲਤ 'ਚ ਰੱਖ ਦੇਣਗੇ, ਅਦਾਲਤ ਨੇ ਜੇ ਫੈਸਲਾ ਦਿੱਤਾ ਬਦਲ ਜਾਊ, ਨਾ ਸਬੂਤ ਹੋਏ ਤਾਂ ਫਿਰ ਬੰਦੇ ਬਾਹਰ ਤਾਂ ਆ ਹੀ ਜਾਂਦੇ ਹੁੰਦੇ ਆ, ਰਿਪੋਰਟਾਂ ਵੱਡੀਆਂ ਹੀ ਹੁੰਦੀਆਂ, ਆਪਾਂ ਨੂੰ ਪਤਾ ਸਾਰਿਆਂ ਨੂੰ। ਯਾਨੀ ਚਲੋ ਇਹ ਤਾਂ ਹੈ, ਚਾਰਾਜੋਈ ਕਰਨੀ ਚਾਹੀਦੀ ਆ। ਚਾਰਾਜੋਈ ਤੇ ਸਿਮਰਜੀਤ ਬੈਂਸ ਹੋਰਾਂ ਨੇ ਵੀ ਕਾਫੀ ਚਿਰ ਕੀਤੀ ਸੀ, ਪਰ ਸੁਪਰੀਮ ਕੋਰਟ ਤੱਕ ਵੀ ਜਦੋਂ ਰਾਹਤ ਨਾ ਮਿਲੀ, ਅਖੀਰ ਉਹਨਾਂ ਨੇ ਲੁਧਿਆਣੇ ਜਾ ਕੇ ਤੇ ਫਿਰ ਅਦਾਲਤ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। 2-3 ਦਿਨ ਦੇ ਰਿਮਾਂਡ ਤੋਂ ਬਾਅਦ ਹੁਣ ਕਹਿੰਦੇ ਆ ਵੀ 14 ਦਿਨ ਦੀ ਨਿਆਇਕ ਹਿਰਾਸਤ ਤੇ ਭੇਜ ਦਿੱਤਾ ਗਿਆ ਜੀ ਬੈਂਸ ਹੋਰਾਂ ਨੂੰ। ਬਾਕੀ ਜਦੋਂ ਵੀ ਉਹ ਮੀਡੀਆ ਨਾਲ ਗੱਲ ਕਰਦੇ ਜਾਂ ਉਹਨਾਂ ਦੇ ਨੁਮਾਇੰਦੇ ਗੱਲ ਕਰਦੇ ਤੇ ਉਹ ਕਹਿੰਦੇ ਵੀ ਕਾਗਜ਼ੀ ਰੇਪ ਸਾਡੇ ਤੇ ਥੋਪਿਆ ਗਿਆ ਤੇ ਅਸੀਂ ਇਹਦੇ 'ਚੋਂ ਬਰੀ ਹੋ ਕੇ ਨਿਕਲਣਾ। ਪਹਿਲਾਂ ਸੰਧਾਲੀਆ ਸਾਹਿਬ ਲਗਾਤਾਰ ਗ੍ਰਿਫਤਾਰੀਆਂ, ਹਿਰਾਸਤ, ਰਿਮਾਂਡ ਵਧਿਆ, ਰਿਮਾਂਡ ਖਤਮ, ਅਦਾਲਤੀ ਹਿਰਾਸਤ 'ਚ ਭੇਜਿਆ, ਇਹ ਖਬਰਾਂ ਆਈਆਂ ਪਿਛਲੇ ਸਮੇਂ 'ਚ। ਆਪਾਂ ਦੇਖਦੇ ਹਾਂ ਇੱਕ ਤੋਂ ਬਾਅਦ ਇੱਕ ਲੀਡਰ ਅੰਦਰ ਗਏ। ਹੁਣ ਮੈਨੂੰ ਲੱਗਦਾ ਕਿ ਖਬਰਾਂ ਦੂਜੀਆਂ ਆਉਣ ਲੱਗ ਪਈਆਂ ਡਾਕਟਰ ਸਿੰਗਲਾ ਹੋਰਾਂ ਤੋਂ ਬਾਅਦ, ਕਿ ਹੁਣ ਇਹਨਾਂ ਨੂੰ ਵੀ ਜ਼ਮਾਨਤ ਮਿਲੀ, ਇਹਨਾਂ ਨੂੰ ਵੀ ਜ਼ਮਾਨਤ ਮਿਲੀ, ਇਹਨਾਂ ਨੂੰ ਆਰਜੀ ਰਾਹਤ ਮਿਲੀ, ਇਹਨਾਂ ਨੂੰ ਪੱਕੀ ਰਾਹਤ ਮਿਲੀ। ਕਿਉਂਕਿ ਪਰਚਾ ਦਰਜ ਕਰਨਾ ਇੱਕ ਵੱਖਰੀ ਗੱਲ ਹੈ, ਚਲਾਨ ਪੇਸ਼ ਕਰਨਾ ਇੱਕ ਵੱਖਰੀ ਗੱਲ ਹੈ। ਬੜੇ ਕੇਸਾਂ ਦੇ ਵਿੱਚ ਆਪਾਂ ਦੇਖਿਆ ਕਿ ਪਹਿਲਾਂ ਤਾਂ ਪ੍ਰੈਸ ਕਾਨਫਰੰਸ ਹੁੰਦੀ ਹੈ ਠੋਕ ਕੇ, ਗਾਜਿਆਂ ਵਾਜਿਆਂ ਨਾਲ, ਕਿ ਇੰਨੇ ਕਰੋੜ ਦਾ ਆਹ ਸਮਾਨ ਫੜ ਲਿਆ, ਸਬੂਤ ਹੈਗੇ ਆ, ਕਥਿਤ ਦੋਸ਼ੀ ਕਾਬੂ, ਮੂਹਰੇ ਬਿਠਾ ਲੈਣੇ, ਮੂੰਹ ਢੱਕ ਦੇਣੇ, ਫੋਟੋ ਲਵਾ ਲੈਣੀ। ਅਦਾਲਤ ਦੇ ਵਿੱਚ ਜਾ ਕੇ ਢਹਿ ਢੇਰੀ, ਬਹੁਤਿਆਂ ਕੇਸਾਂ ਦੇ ਵਿੱਚ ਚਲਾਨ ਹੀ ਨਹੀਂ ਵੇਲੇ ਸਿਰ ਪੇਸ਼ ਹੁੰਦਾ, ਅਗਲਿਆਂ ਨੂੰ ਜ਼ਮਾਨਤਾਂ ਮਿਲ ਜਾਂਦੀਆਂ। ਹੁਣ ਇੱਥੇ ਵੀ ਜਿਹੜੇ ਵੱਖ-ਵੱਖ ਕੇਸ ਵੱਡੇ ਬੰਦਿਆਂ ਦੇ ਉੱਤੇ ਦਰਜ ਕੀਤੇ ਆ, ਉੱਥੇ ਵੀ ਸੰਧਾਲੀਆ ਸਾਹਿਬ ਇੱਕ ਤਰ੍ਹਾਂ ਦੇ ਨਾਲ ਸਾਡੀਆਂ ਜਾਂਚ ਟੀਮਾਂ ਜਿਹੜੀਆਂ ਸੂਬੇ ਦੀਆਂ ਜਾਂਚ ਏਜੰਸੀਆਂ, ਪੰਜਾਬ ਪੁਲਿਸ, ਇਨਵੈਸਟੀਗੇਸ਼ਨ ਆਫਿਸਰਸ ਜਿਹੜੇ ਨੇ, ਉਹਨਾਂ ਦੇ ਉੱਤੇ ਬਹੁਤ ਕੁਝ ਨਿਰਭਰ ਕਰੂਗਾ ਕਿ ਉਹ ਅਦਾਲਤ ਦੇ ਵਿੱਚ ਚਲਾਨ ਕਿੱਦਾਂ ਦਾ ਪੇਸ਼ ਕਰਦੇ ਆ, ਚਾਰਜ ਸ਼ੀਟ ਕੀ ਪੇਸ਼ ਕਰਦੇ ਆ, ਕਿੰਨੇ ਕੁ ਉਹਦੇ ਵਿੱਚ ਤੱਥ ਰੱਖਦੇ ਆ, ਉਹ ਤੱਥ ਜ਼ਮੀਨੀ ਹਕੀਕਤਾਂ ਨਾਲ ਕਿੰਨਾ ਕੁ ਮੇਲ ਖਾਂਦੇ ਆ। ਜੇ ਤਾਂ ਤੱਥ ਚੰਗੇ ਹੋਏ, ਸਬੂਤਾਂ ਸਮੇਤ ਚਲਾਨ ਪੇਸ਼ ਕੀਤਾ, ਬੰਦੇ ਅੰਦਰ ਰਹਿਣਗੇ, ਨਹੀਂ ਤਾਂ ਭੁਰਨ ਬਾਹਰ ਆਉਣਗੇ ਜੀ। ਜਾਂਦੇ ਜਾਂਦੇ ਆਪਾਂ ਸੰਗਰੂਰ ਤੋਂ ਚੁਣੇ ਗਏ ਐਮਪੀ ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਗੱਲ ਕਰ ਲਈਏ, ਕਿਉਂਕਿ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਤੇ ਉਹਦੇ 'ਚ ਉਹਨਾਂ ਨੇ ਸਹੁੰ ਚੁੱਕਣੀ ਸੀ। ਸੋ ਫਾਈਨਲੀ ਉਹਨਾਂ ਨੇ ਸਹੁੰ ਚੁੱਕੀ ਜੀ। ਐਂਡ ਸਹੁੰ ਚੁੱਕਣ ਤੋਂ ਬਾਅਦ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਵੀ, ਕਿਉਂਕਿ ਇੱਕ ਚਰਚਾ ਜੀ ਵੱਖਰੀ ਤਰ੍ਹਾਂ ਦੀ ਚੱਲ ਪਈ ਸੀ ਵੀ ਸ਼ਾਇਦ ਉਹ ਹੁਣ ਕਿਰਪਾਨ ਵਾਲਾ ਮਸਲਾ ਫਿਰ ਸਾਹਮਣੇ ਆ ਜਾਵੇ, ਜੇ ਉਹ ਨਾਲ ਲਿਜਾਣ ਦਿੱਤੀ ਤਾਂ ਫਿਰ ਸ਼ਾਇਦ ਉਹ ਸਹੁੰ ਵੀ ਨਾ ਚੁੱਕਣ। ਉਹ ਕਹਿੰਦੇ ਇਹੋ ਜਿਹੀ ਗੱਲ ਕੋਈ ਨਹੀਂ, ਇਹ ਸਾਰਾ ਕੁਛ ਮੇਰੇ ਖਿਲਾਫ ਐਵੇਂ ਪ੍ਰਚਾਰਿਆ ਜਾ ਰਿਹਾ, ਮੈਂ ਚੁਣਿਆ ਹੋਇਆ ਨੁਮਾਇੰਦਾ ਤੇ ਪੰਜਾਬ ਦੇ ਲੋਕਾਂ ਨੂੰ ਬੜੀਆਂ ਆਸਾਂ ਉਮੀਦਾਂ ਨੇ, ਤੇ ਜਿਹੜੇ ਜਿਹੜੇ ਮਸਲੇ ਨੇ ਉਹਨਾਂ ਦੇ ਉਹ ਮੈਂ ਹੁਣ ਸੰਸਦ 'ਚ ਚੁੱਕੂੰਗਾ। ਦੇਖੋ ਸੰਧਾਲੀਆ ਸਾਹਿਬ ਸਤਿਕਾਰਯੋਗ ਨੇ, ਸਰਦਾਰ ਸਿਮਰਨਜੀਤ ਸਿੰਘ ਮਾਨ, ਲੋਕਾਂ ਦਾ ਫਤਵਾ ਉਹਨਾਂ ਦੇ ਹੱਕ 'ਚ ਆਇਆ, ਪਰ ਦੂਸਰੇ ਪਾਸੇ ਜਿੰਨਾ ਇਹ ਸੱਚ ਹੈ ਕਿ ਲੋਕਾਂ ਦਾ ਫਤਵਾ ਉਹਨਾਂ ਨੂੰ ਮਿਲਿਆ ਤੇ ਸਤਿਕਾਰਯੋਗ ਨੇ, ਬਜ਼ੁਰਗ ਨੇ,
ਉਨਾ ਹੀ ਇਹ ਸੱਚ ਹੈ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੀ ਕੁਰਬਾਨੀ, ਉਹਨਾਂ ਦੀ ਸਤਿਕਾਰ ਦੀ ਭਾਵਨਾ ਲੋਕਾਂ ਦੇ ਦਿਲ 'ਚ ਹੈ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ, ਕੋਈ ਵੀ ਬੰਦਾ ਕੁਝ ਵੀ ਆਖ ਸਕਦਾ। ਪਰ ਹੁਣ ਇੱਕ ਗੱਲ ਜਿਹੜੀ ਇੱਥੇ ਕਿ ਸਾਨੂੰ ਸਮਝਣੀ ਪਊਗੀ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਹੋਏ ਤੇ ਨਾਲ ਦੀ ਨਾਲ ਉਹ ਕਹਿੰਦੇ ਜੀ ਮਾਫੀ ਕਿਹੜੀ ਗੱਲ ਦੀ, ਸੱਚ ਹੈ, ਮੈਂ ਸੱਚ ਕਿਹਾ ਜੋ ਵੀ ਸ਼ਹੀਦ ਆਜ਼ਮ ਹੋਰਾਂ ਦੇ ਬਾਰੇ ਕਿਹਾ। ਉਹਨਾਂ ਨੇ ਆਪਣੇ ਨਾਨਾ ਹਰੂਰ ਸਿੰਘ ਹੋਰਾਂ ਦੇ ਬਾਰੇ ਵੀ ਕਿਹਾ ਕਿ ਭਾਈ ਉਹ ਤਾਂ ਬਚਾਉਣਾ ਚਾਹੁੰਦੇ ਸੀ, ਗੁੱਸਾ ਠੰਡਾ ਕਰਨਾ ਚਾਹੁੰਦੇ ਸੀ। ਪਰ ਸੰਧਾਲੀਆ ਸਾਹਿਬ ਇੱਕ ਗੱਲ ਹੋਰ ਸਾਰਿਆਂ ਨੂੰ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਹਾਂ ਕਿ ਭਾਈ ਨਾ ਤੱਤੇ ਨਾ ਹੋਵੋ। ਇੱਕ ਸ਼ਖਸ ਨੇ ਇਹ ਕਹਿ ਦਿੱਤਾ ਕਿ ਜਿਹੜਾ ਚਪੇੜ ਮਾਰ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪੱਗ ਲਾ ਕੇ ਲਿਆਊਗਾ 5,01,000 ਰੁਪਈਆ ਦੇਣਾ, ਬਿਲਕੁਲ ਠੀਕ ਗੱਲ ਨਹੀਂ, ਠੋਕ ਕੇ ਵਿਰੋਧ। ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਤੀ, ਉਹ ਕਹਿੰਦੇ ਜੀ ਗੁੱਸਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨਾਲ, ਸਾਡੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਨੂੰ ਕਿਵੇਂ ਕਹਿ ਸਕਦੇ ਆ। ਜੇ ਕਹਿੰਦੇ ਬਾਕੀ ਇਹ ਗੁੱਸਾ ਕਹਿੰਦੇ ਨਿੱਜੀ ਤੌਰ ਤੇ ਉਹਨਾਂ ਨਾਲ ਹੈ, ਸਿੱਖ ਭਾਈਚਾਰੇ ਪ੍ਰਤੀ ਨਹੀਂ, ਪੱਗ ਦੇ ਨਾਲ ਗੁੱਸਾ ਨਹੀਂ ਸੀ। ਮੈਂ ਮਾਫੀ ਮੰਗਦਾ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਦੂਸਰੇ ਪਾਸੇ ਇੱਕ ਸੱਜਣ ਹੋਰ ਗੁੱਸੇ 'ਚ ਆਏ, ਉਹ ਕਹਿੰਦੇ ਜੀ ਹੱਥ ਲਾ ਕੇ ਦਿਖਾਓ, ਪੱਗ ਲਾਉਣੀ ਚਪੇੜ ਮਾਰਨੀ ਤਾਂ ਵੱਖਰੀ ਗੱਲ ਹੈ, 10 ਲੱਖ ਦਊਂ, ਤੁਸੀਂ ਹੱਥ ਲਾ ਕੇ ਦਿਖਾਓ। ਭਾਈ ਬੇਨਤੀ ਕਰਦੇ ਹਾਂ, ਪੰਥ ਦੇ ਸਾਹਮਣੇ ਮਸਲੇ ਹੋਰ ਬਹੁਤ ਨੇ, ਪੰਜਾਬੀਆਂ ਦੇ ਸਾਹਮਣੇ ਮਸਲੇ ਹੋਰ ਬਹੁਤ ਨੇ। ਛੱਜ 'ਚ ਪਾ ਕੇ ਐਂ ਦਸਤਾਰ ਨੂੰ ਨਹੀਂ ਛੱਟਣਾ ਚਾਹੀਦਾ। ਹੁਣ ਤਰਕ ਦੇ ਆਧਾਰ ਦੇ ਉੱਤੇ, ਦਲੀਲ ਦੇ ਆਧਾਰ ਦੇ ਉੱਤੇ ਗੱਲ ਕੀਤੀ ਜਾਵੇ। ਪੰਥ ਦੇ ਵਿੱਚ ਆਪਾਂ ਨੂੰ ਪਤਾ ਗੁਰੂ ਸਾਹਿਬਾਨ ਤਾਂ ਗੋਸ਼ਟੀਆਂ ਦੇ ਨਾਲ ਨਾਲ ਚੱਲਦੇ ਸੀ ਕਿ ਭਾਈ ਵਿਰੋਧੀ ਵਿਚਾਰਬੀਆਂ ਤਾਂ ਬੈਠ ਕੇ ਤਰਕ ਕਰੋ। ਉਹਨਾਂ ਤੋਂ ਲੰਬਾ ਸਮਾਂ ਬਾਅਦ ਦੇਸ਼ ਦੀ ਆਜ਼ਾਦੀ ਦੇ ਲਈ ਕੁਰਬਾਨੀ ਦਿੱਤੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਨੇ, ਉਹ ਵੀ ਬੜੀ ਡਿਬੇਟ ਕਰਦੇ ਹੁੰਦੇ ਸੀ। ਅੱਜ ਦੇ ਸਮੇਂ ਦੇ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ, ਪਰ ਆਹ ਗੱਲ ਚਪੇੜ ਮਾਰਨੀ, ਦਸਤਾਰ ਤੱਕ ਪਹੁੰਚਣਾ, 5 ਲੱਖ 10 ਲੱਖ 20 ਲੱਖ, ਇਹ ਬਿਲਕੁਲ ਚੰਗਾ ਨਹੀਂ, ਸੋਚ ਵਿਚਾਰ ਕੇ ਬੋਲਣਾ ਚਾਹੀਦਾ ਜੀ। ਆਪਾਂ ਵੀ ਚਲੋ ਇਹੀ ਬੇਨਤੀ ਕਰਦੇ ਹਾਂ ਵੀ ਹਰੇਕ ਬੰਦੇ ਨੂੰ ਆਪਣੇ ਆਪਣੇ ਜ਼ਾਬਤੇ 'ਚ ਰਹਿਣਾ ਚਾਹੀਦਾ। ਜਿਹੜਾ ਵੀ ਕੋਈ ਮਸਲਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਊਗਾ ਤੇ ਆਪਣੇ ਜਾਣ ਦਾ ਵੇਲਾ ਹੋ ਗਿਆ। ਵਾਟਸਐਪ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।